ਤਾਂ ਪੁਲਿਸ ਨੇ ਕਿਹਾ ਸੀ ਫੇਕ ਦੀ ਖੈਰ ਨਹੀਂ। ਤਾਂ ਜਿਹੜਾ ਪਹਿਲਾ ਧਮਾਕਾ ਹੁੰਦਾ ਪੁਲਿਸ ਨੇ ਬੜੇ ਜਿਹੜਾ ਹੈਗਾ ਕੌਨਫੀਡੈਂਸ ਦੇ ਨਾਲ ਇਹ ਜਿਹੜਾ ਦਾਅਵਾ ਕੀਤਾ ਵੀ ਦੇਖੋ ਜੀ ਉਹਤੇ ਚਿਮਨੀ ਦੇ ਵਿੱਚੋਂ ਇੱਕ ਪਟਾਕਾ ਹੋਇਆ, ਉਹ 'ਚ ਕੁਛ ਨਹੀਂ ਹੈਗਾ, ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਠੀਕ ਹੈ, ਬਿਲਕੁਲ ਚਲੋ ਜਾਨੀ ਨੁਕਸਾਨ ਕੀ ਬੰਦਾ ਮਰ ਜਾਣਾ ਹੀ, ਫਿਰ ਕਿਸੇ ਦੀ ਮੌਤ ਹੋ ਜਾਣੀ ਜਾਨੀ ਨੁਕਸਾਨ ਹੁੰਦਾ। ਜਿਹੜੀ ਉੱਥੇ ਸੰਗਤ ਆਈ ਹੋਈ ਸੀ, ਕੋਈ ਨੌਜਵਾਨ ਸੀਗਾ ਜਿਹੜਾ ਸਿੱਖ ਸ਼ਰਧਾਲੂ, ਉਹ ਦੱਸ ਰਿਹਾ ਸੀ ਨਾ ਵੀ ਇੱਥੇ ਲੜਕੀਆਂ ਉਤਰੀਆਂ ਆਟੋ ਦੇ ਵਿੱਚੋਂ ਦਰਸ਼ਨ ਮੇਲੇ ਕਰਨ ਆਈਆਂ ਸੀ, ਉਹਨਾਂ ਦੇ ਕੰਕਰੀਟ ਵੱਜੇ ਆ ਜਾਂ ਕੱਚ ਦੇ ਕੁਝ ਟੁਕੜੇ ਵੱਜੇ ਆ, ਜ਼ਖਮੀ ਹੋ ਗਈਆਂ, ਖੂਨ ਨਿਕਲਿਆ। ਜੇ ਬਾਏ ਚਾਂਸ ਤੇ ਨਿੱਕੇ ਨਿੱਕੇ ਨਿਆਣੇ ਵੀ ਸੰਗਤ ਉੱਥੇ ਲੈ ਕੇ ਆਉਂਦੀ, ਕੋਈ ਬੱਚਾ ਲਾਗੇ ਤਾਗੇ ਹੁੰਦਾ ਉਸ ਘਟਨਾ ਦੇ ਵਿੱਚ ਕਿ ਇੰਨੀਆਂ ਵੱਡੀਆਂ ਟੀਮਸ ਇੱਥੇ ਨੇ, ਫੋਰੈਂਸਿਕ ਵਾਲੇ ਇੱਥੇ ਨੇ, ਉਹ ਸਾਰੀ ਇਨਵੈਸਟੀਗੇਸ਼ਨ ਚੱਲਦੀ ਪਈ ਆ, ਉਹਦੇ ਵਿੱਚ ਹੀ ਫੇਰ ਬਲਾਸਟ ਹੋ ਰਿਹਾ। ਬੜੀ ਹੈਰਾਨੀ ਵਾਲੀ ਗੱਲ ਹੈ ਔਰ ਬੜੀ ਇੱਕ ਫੇਲਿਅਰ ਵਾਲੀ ਗੱਲ ਹੈ ਕਿ ਇੰਨਾ ਵੱਡਾ ਫੇਲਿਅਰ ਇੱਕ ਮਜ਼ਾਕ ਕਰਨ ਵਾਲੀ ਗੱਲ ਹੋ ਜਾਂਦੀ ਹੈ ਪ੍ਰਸ਼ਾਸਨ ਨਾਲ ਜਿਹੋ ਜਿਹਾ ਬਲਾਸਟ ਸੁਣਨ ਨੂੰ ਮਿਲਿਆ। ਤੇ ਡੀਜੀਪੀ ਦਾ ਵਰਸ਼ਨ ਇਹ ਹੈ ਕਿ ਉਹਨਾਂ ਕੋਲੋਂ ਇਹਨਾਂ ਸਾਰੇ ਪੰਜਾਂ ਕੋਲੋਂ ਜਾਂ ਜਿਹੜਾ ਲੜਕਾ ਜਿਹੜਾ ਬਾਬਾ ਬਕਾਲਾ ਸਾਹਿਬ ਵਾਲਾ ਗ੍ਰਿਫਤਾਰ ਕੀਤਾ ਹੈ ਉਸ ਕੋਲੋਂ IED ਜਿਹੜਾ ਕਿ ਐਕਸਪਲੋਸਿਵ ਹਾਈਲੀ ਐਕਸਪਲੋਸਿਵ ਮਟੀਰੀਅਲ ਹੈ 1 ਕਿਲੋ 200 ਗ੍ਰਾਮ ਦੇ ਕਰੀਬ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ। ਇਹਨਾਂ ਆਜ਼ਾਦ ਵੀਰ ਤੋਂ 1 ਕਿਲੋ 100 ਗ੍ਰਾਮ 1.1 kg ਐਕਸਪਲੋਸਿਵ ਜਿਹੜਾ ਰਿਮਾਈਂਡਰ ਸੀਗਾ ਉਹ ਰਿਕਵਰ ਹੋਇਆ ਹੈ। ਤਾਂ ਕਿ ਇੰਨਾ ਨਹੀਂ ਮਤਲਬ ਕੁਛ ਅੰਦਾਜ਼ਾ ਲਾਇਆ ਜਾ ਸਕਦਾ ਵੀ ਪਹਿਲਾ ਧਮਾਕਾ ਹੋ ਗਿਆ, ਕਿਉਂਕਿ ਉਦੋਂ ਕਿਸੇ ਨੇ ਸੋਚਿਆ ਵੀ ਨਾ ਵੀ ਕੋਈ ਦਰਬਾਰ ਸਾਹਿਬ ਧਮਾਕਾ ਕਰ ਸਕਦਾ। ਦੂਜਾ ਹੋਇਆ, ਦੂਜੇ ਤੋਂ ਬਾਅਦ ਤਾਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਮਿਨੀਮਮ ਉਸ ਗਲਿਆਰੇ ਦੇ ਅੰਦਰ ਤਾਂ ਸਿਕਿਉਰਿਟੀ ਚਾਹੀਦੀ ਸੀ ਨਾ। ਹੁਣ ਜਿੱਥੇ ਅੱਜ ਕਾਂਡ ਹੋ ਗਿਆ ਉੱਥੇ ਸਿਕਿਉਰਿਟੀ ਲਾਤੀ, ਹੁਣ ਦੂਰੀ ਦੀ ਬੰਦਾ ਉੱਥੇ ਤੇ ਕਰੂਗਾ ਨਹੀਂ, ਠੀਕ ਹੈ ਨਾ, ਕਿਸੇ ਹੋਰ ਜਗ੍ਹਾ ਤੇ ਕਰੂਗਾ। ਤਾਂ ਇਹ ਕਿੱਡਾ ਵੱਡਾ ਫੇਲੀਅਰ ਹੈ, ਕਿਉਂਕਿ ਇਲੈਕਸ਼ਨਾਂ ਦੇ ਵਿੱਚ ਇੰਨੀ ਫੋਰਸ ਉਧਰ ਲਾਈ ਹੋਈ ਹੈ ਲੀਡਰਾਂ ਦੇ ਨਾਲ। ਜਿਹੜੀ ਸਰਕਾਰ ਪੰਜਾਬ ਦੀ ਇਸ ਵਕਤ ਇਹ ਵੀ ਬੜਾ ਦਾਅਵਾ ਕਰਦੀ ਸੀ ਨਾ ਵੀ ਸਿਕਿਉਰਿਟੀ ਦੀ ਸਾਨੂੰ ਲੋੜ ਨਹੀਂ, ਤਾਂ ਲੋਕਾਂ ਦੀ ਸੇਵਾ ਨੂੰ ਹੁੰਦੀ ਹੈ। ਔਰ ਜਿੱਥੇ ਲੋਕਾਂ ਨੇ ਦਰਸ਼ਨ ਵੇਲੇ ਸੰਗਤ ਨੇ ਕਰਨਾ ਹੋਣਾ ਉੱਥੇ ਧਮਾਕੇ ਹੋ ਰਹੇ ਨੇ, ਉੱਥੇ ਕੋਈ ਸਿਕਿਉਰਿਟੀ ਨਹੀਂ। ਜੇ ਪਹਿਲੇ ਦੋ ਐਕਸਪਲੋਸਿਵ ਜੇ ਰੱਬ ਨਾ ਕਰੇ ਜੇ ਉਸ ਬੰਦੇ ਦੇ ਦਿਮਾਗ 'ਚ ਆ ਜਾਂਦਾ ਜਾਂ ਉਹਨੂੰ ਕੋਈ ਇਹੋ ਜਿਹਾ ਟਾਈਮ ਮਿਲ ਜਾਂਦਾ ਜਾਂ ਮੌਕਾ ਮਿਲ ਜਾਂਦਾ, ਜੇ ਉਹ IED ਬਲਾਸਟ ਕਰ ਲੈਂਦਾ ਤੇ ਫਿਰ ਅੱਜ ਦੇ ਹਾਲਾਤ ਕੀ ਹੁੰਦੇ? ਕੀ ਇੰਨਾ ਜਾਨੀ ਮਾਲੀ ਨੁਕਸਾਨ ਅਸੀਂ ਸਹੇੜਨ ਜੋਗੇ ਸੀਗੇ ਜਾਂ ਪੰਜਾਬ ਸਹੇੜਨ ਜੋਗਾ ਸੀਗਾ? ਤੇ ਅੱਜ ਜੇ ਅਸੀਂ ਆਪਣੇ 'ਚ ਹੀ ਆਪ ਹੀ ਸਤਰਕ ਨਾ ਰਹਾਂਗੇ ਤਾਂ ਫੇਰ ਤਾਂ ਬਾਹਰੋਂ ਤੇ ਅਸੀਂ ਫਿਰ ਕਿਸੇ ਨੂੰ ਦੋਸ਼ ਦੇ ਨਹੀਂ ਨਾ ਸਕਦੇ। ਜੇ ਸਾਡਾ ਹੀ ਘਰ ਖੁੱਲਾ ਹੈ ਤੇ ਅਸੀਂ ਚੋਰ ਨੂੰ ਕੀ ਕਹਾਂਗੇ? ਤੇ ਚੋਰ ਤੇ ਚੋਰੀ ਕੰਮ ਤੇ ਉਹਦਾ ਚੋਰੀ ਕਰਨਾ, ਤੇ ਜੇ ਸਾਡਾ ਹੀ ਘਰ ਖੁੱਲਾ ਹੈ ਤਾਂ ਫਿਰ ਚੋਰ ਨੂੰ ਆਪਾਂ ਉਹਦੀ ਗਲਤੀ ਨਹੀਂ ਕੱਢ ਸਕਦੇ ਕਿਉਂਕਿ ਉਹਦਾ ਕੰਮ ਹੈ ਚੋਰੀ ਕਰਨਾ। ਸਿੱਖਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਚਰਚਾ 'ਚ ਹੈ ਕਿਉਂਕਿ ਉਸ ਜਗ੍ਹਾ ਦੇ ਵਿੱਚ, ਉਸ ਸ਼ਹਿਰ ਦੇ ਵਿੱਚ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਪਿਛਲੇ ਕੁਝ ਦਿਨ ਤੋਂ ਵਾਪਰ ਰਹੀਆਂ ਨੇ ਜਿਨ੍ਹਾਂ ਨੂੰ ਬੰਦਾ ਸੁਪਨੇ ਦੇ ਵਿੱਚ ਵੀ ਚਿਤਵ ਨਹੀਂ ਸਕਦਾ। ਉਹ ਦਰਬਾਰ ਜਿੱਥੋਂ ਕੁੱਲ ਕਾਇਨਾਤ ਦੇ ਹਰ ਪ੍ਰਾਣੀ ਨੂੰ ਸ਼ਾਂਤੀ ਮਿਲਦੀ ਹੈ, ਉਹਦੀਆਂ ਮੰਗਾਂ ਪੂਰੀਆਂ ਹੁੰਦੀਆਂ, ਉਹਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਨੇ, ਉਹਦੇ ਪਰਿਵਾਰ ਦੀ ਜਿਹੜੀ ਹੈ ਸੰਤੁਸ਼ਟੀ ਹੁੰਦੀ ਹੈ। ਬੰਦਾ ਇਸ ਦੁਨੀਆ ਦੇ ਵਿੱਚ ਵੀ ਤੇ ਦਰਗਾਹ ਦੇ ਵਿੱਚ ਵੀ ਸੁੱਖ ਪਾਉਣ ਦਾ ਜਿਹੜਾ ਮਾਣ ਪ੍ਰਾਪਤ ਰੱਖਦਾ, ਇੰਨੀ ਸ਼ਰਧਾ ਰੱਖਦਾ। ਦੁਨੀਆ ਦੇ ਹਰ ਕੌਮ, ਧਰਮ ਤੇ ਜਾਤ ਪਾਤ ਨਾਲ ਸੰਬੰਧਿਤ ਲੋਕ ਆ ਜਿਹੜੇ ਉਸ ਦਰਬਾਰ ਦੇ ਦਰਸ਼ਨਾਂ ਨੂੰ ਤਰਸਦੇ ਆ। ਪਿਛਲੇ ਦਿਨੀ ਦਰਬਾਰ ਸਾਹਿਬ ਦੇ ਲਾਂਘੇ ਨੂੰ ਜਾਂਦਿਆਂ ਜਿਹੜਾ ਵਿਰਾਸਤੀ ਮਾਰਗ ਹੈ ਹੈਰੀਟੇਜ ਸਟਰੀਟ ਦੇ ਵਿੱਚ ਇੱਕ ਧਮਾਕਾ ਹੁੰਦਾ ਹੈ, ਫਿਰ ਦੂਸਰਾ ਹੁੰਦਾ ਹੈ, ਬੀਤੀ ਰਾਤ ਤੀਸਰਾ ਹੁੰਦਾ। ਲਗਾਤਾਰ ਲੜੀਵਾਰ ਜਿਹੜੇ ਆ ਧਮਾਕੇ ਹੋਏ ਆ। ਧਮਾਕਿਆਂ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਲੋਕਾਂ ਦੇ ਵਿੱਚ ਵੀ ਥੋੜਾ ਸਹਿਮ ਪਾਇਆ ਜਾ ਰਿਹਾ ਸੀ। ਦੁਨੀਆ ਭਰ ਦੇ ਸਿੱਖ ਭਾਈਚਾਰੇ, ਪੰਜਾਬੀ ਭਾਈਚਾਰੇ ਤੇ ਹੋਰ ਉਹ ਲੋਕ ਜਿਹੜੇ ਸ੍ਰੀ ਦਰਬਾਰ ਸਾਹਿਬ ਨੂੰ ਪਿਆਰ ਕਰਦੇ ਨੇ, ਨਤਮਸਤਕ ਹੁੰਦੇ ਨੇ, ਸਿੱਖੀ ਦੇ ਵਿੱਚ ਸ਼ਰਧਾ ਰੱਖਣ ਵਾਲੇ ਲੋਕਾਂ ਦੇ ਵਿੱਚ ਇਸ ਗੱਲ ਦੀ ਚਿੰਤਾ ਬਹੁਤ ਆ ਵੀ ਆਖਰ ਕਿਸ ਤਰ੍ਹਾਂ ਦਰਬਾਰ ਸਾਹਿਬ ਦੇ ਇਸ ਲਾਂਘੇ ਦੇ ਵਿੱਚ ਧਮਾਕੇ ਕੀਤੇ ਜਾ ਰਹੇ ਨੇ, ਕੌਣ ਕਰ ਰਿਹਾ ਹੈ, ਕਿਹੜੀ ਤਾਕਤ ਹੋ ਸਕਦੀ ਹੈ, ਕਿਹੜੀ ਏਜੰਸੀ ਹੋ ਸਕਦੀ ਹੈ, ਕਿਸੇ ਦੀ ਸ਼ਰਾਰਤ ਹੈ ਜਾਂ ਕੋਈ ਹਮਲਾ ਕਰਨ ਵਾਲਾ, ਬਹੁਤ ਸਾਰੇ ਸਵਾਲ ਸੀ। ਤਾਂ ਅੱਜ ਸਵੇਰ ਜਿਸ ਤਰ੍ਹਾਂ ਹੀ ਹੋਈ ਤਾਂ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਕਿ ਫੜੇ ਗਏ ਹੈ। ਬੰਦੇ ਕੌਣ ਨੇ, ਕਿਸ ਤਰ੍ਹਾਂ ਫੜੇ ਗਏ, ਕਿਸ ਤਰ੍ਹਾਂ ਦਾ ਮਾਹੌਲ ਹੈ ਅੰਮ੍ਰਿਤਸਰ ਦੇ ਵਿੱਚ, ਉਸ ਇਲਾਕੇ 'ਚ ਲੋਕ ਕਿਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਨੇ, ਕੀ ਸਹਿਮ ਦਾ ਮਾਹੌਲ ਹੈ ਜਾਂ ਉਹ ਬੰਦੇ ਫੜਨ ਤੋਂ ਬਾਅਦ ਲੋਕਾਂ ਦੀ ਥੋੜੀ ਸੰਤੁਸ਼ਟੀ ਹੈ, ਸ਼੍ਰੋਮਣੀ ਕਮੇਟੀ ਦਾ ਕੀ ਫਰਜ਼ ਬਣਦਾ ਸੀ, ਪੁਲਿਸ ਦਾ ਕੀ ਫਰਜ਼ ਬਣਦਾ ਸੀ, ਸਾਰੇ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਪੰਜਾਬ ਨਿਊਜ਼ TV ਦੇ ਜਿਹੜੇ ਪੱਤਰਕਾਰ ਕੁਲਵਿੰਦਰ ਸਿੰਘ ਮੌਜੂਦ ਨੇ, ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਕੁਲਵਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਰਹਿੰਦੇ ਹੋ, ਪਿਛਲੇ ਦਿਨਾਂ ਦੇ ਵਿੱਚ ਜੋ ਹੋਇਆ ਲਗਾਤਾਰ ਧਮਾਕੇ ਹੋਏ ਨੇ, ਉਹਨੂੰ ਲੈ ਕੇ ਮਾਹੌਲ ਕਿਸ ਤਰ੍ਹਾਂ ਦਾ ਸੀਗਾ ਜਾਂ ਅੱਜ ਮਾਹੌਲ ਕਿਸ ਤਰ੍ਹਾਂ ਦਾ? ਜਸਵੀਰ ਸਿੰਘ ਜੀ, ਪਹਿਲਾਂ ਮੈਂ ਥੋੜੀ ਜੀ ਜਾਣਕਾਰੀ ਤੁਹਾਡੇ ਦੇ ਮਾਧਿਅਮ ਰਾਹੀਂ ਦੇਣਾ ਚਾਹੂੰਗਾ
ਕਿ ਜੀ ਜਿਹੜਾ ਸਟਾਰਟ ਜਿਹੜਾ ਹੁੰਦਾ ਜੀ ਕੰਮ ਸ਼ਨੀਵਾਰ ਤੋਂ ਸਟਾਰਟ ਹੁੰਦਾ, ਬੀਤੇ ਸ਼ਨੀਵਾਰ ਰਾਤ ਜੀ 11:30 ਤੋਂ 12 ਵਜੇ ਸਮੇਂ ਦੇ ਵਿੱਚ ਉਦੋਂ ਇੱਕ ਬਲਾਸਟ ਹੁੰਦਾ ਹੈ। ਉੱਥੇ ਮੀਡੀਆ ਪਹੁੰਚਦਾ ਹੈ, ਉੱਥੇ ਕਵਰੇਜ ਕਰਦਾ ਹੈ, ਉੱਥੇ ਜਿਹੜੇ ਪ੍ਰਤੱਖਦਰਸ਼ੀ ਹੈ ਉਹਨਾਂ ਨਾਲ ਗੱਲਬਾਤ ਕਰਦਾ ਹੈ, ਉੱਥੇ ਪੁਲਿਸ ਪਹੁੰਚਦੀ ਹੈ, ਉੱਥੇ ਪ੍ਰਤੱਖਦਰਸ਼ੀ ਆਪਣੀ ਗੱਲ ਕਰਦੇ ਨੇ, ਪੁਲਿਸ ਉੱਥੇ ਆਪਣੀ ਗੱਲ ਕਰਦੀ ਹੈ। ਜਿੱਥੋਂ ਤੱਕ ਪ੍ਰਤੱਖਦਰਸ਼ੀਆਂ ਦੀ ਗੱਲ ਹੈ, ਪ੍ਰਤੱਖਦਰਸ਼ੀਆਂ ਦਾ ਉੱਥੇ ਕਹਿਣਾ ਸੀ ਕਿ ਇੱਥੇ ਕੁਝ ਲੜਕੀਆਂ ਜਾਂ ਲੇਡੀਜ਼ ਜਿਹੜੀਆਂ ਨੇ ਉਹਨਾਂ ਦਾ ਇੱਕ ਗਰੁੱਪ ਜਿਹੜਾ ਹੈ ਉਹ ਪੰਚਕੂਲਾ ਤੋਂ ਪਹੁੰਚਦਾ ਹੈ। ਜਿਵੇਂ ਕਿ ਆਮ ਗੱਲ ਹੈ ਕਿ ਤੁਹਾਨੂੰ ਪਤਾ ਹੈ ਕਿ ਐਗਜ਼ਾਮਸ ਖਤਮ ਹੋਏ ਹੈ, ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਹੈ ਤੇ ਛੁੱਟੀਆਂ ਦੇ ਵਿੱਚ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਕਿ ਹਾਲੇ ਪੜ੍ਹਾਈ ਪੂਰੇ ਜ਼ੋਰਾਂ ਤੇ ਨਹੀਂ ਹੈ, ਬ੍ਰੇਕ ਵਿੱਚ ਹੈ ਲੋਕ, ਤੇ ਛੁੱਟੀਆਂ ਦਾ ਮਾਹੌਲ ਹੁੰਦਾ ਹੈ। ਤਾਂ ਵੈਸੇ ਵੀ ਅੰਮ੍ਰਿਤਸਰ ਜਿਹੜਾ ਲੱਖ ਦੇ ਕਰੀਬ ਸ਼ਰਧਾਲੂ ਰੋਜ਼ਾਨਾ ਪਹੁੰਚਦਾ, ਤੇ ਇਹ ਦਿਨਾਂ ਦੇ ਵਿੱਚ ਆਮਦ ਜਿਹੜੀ ਆ ਹੋਰ ਛੁੱਟੀਆਂ ਕਰਕੇ ਸਕੂਲਾਂ ਕਾਲਜਾਂ ਦੀਆਂ ਜਾਂ ਰਿਲੈਕਸ ਹੋਣ ਕਰਕੇ ਥੋੜਾ ਜਿਹਾ ਹੋਰ ਵੱਧ ਜਾਂਦੀ ਹੈ। ਇਸ ਤਰ੍ਹਾਂ ਦਾ ਇੱਕ ਗਰੁੱਪ ਜਿਹੜਾ ਸੀ ਪ੍ਰਤੱਖਦਰਸ਼ੀਆਂ ਦੇ ਮੁਤਾਬਕ ਉੱਥੇ ਪੰਚਕੂਲਾ ਤੋਂ ਆਇਆ ਸੀ, ਜਿਸ ਲਈ ਕਿ ਉਹ ਹੈਰੀਟੇਜ ਸਟਰੀਟ ਦੇ ਵਿੱਚ ਜਿਸ ਤਰ੍ਹਾਂ ਕਿ ਆਮ ਲੋਕ ਤੁਸੀਂ ਦੇਖਦੇ ਹੋ ਕਿ ਫੋਟੋ ਖਿਚਵਾਉਂਦੇ ਨੇ, ਸੈਲਫੀ ਕਰਵਾਉਂਦੇ ਨੇ, ਜਾਂ ਉੱਥੇ ਦੁਕਾਨਾਂ ਨੇ, ਉੱਥੇ ਉਹ ਖਾਂਦੇ ਪੀਂਦੇ ਨੇ। ਜਦੋਂ ਹਰਿਮੰਦਰ ਸਾਹਿਬ ਤੋਂ ਹਰਿਮੰਦਰ ਸਾਹਿਬ ਤੋਂ ਇਹਦੀ ਤਕਰੀਬਨ ਜੇ ਲੈ ਲਈਏ ਦੂਰੀ ਤਾਂ 800 ਤੋਂ 1000 ਮੀਟਰ ਦੇ ਵਿੱਚ ਬਣਦੀ ਹੈ। ਸੋ ਉੱਥੇ ਉਹ ਪਹੁੰਚਦੇ ਨੇ, ਉੱਥੇ ਪਹੁੰਚ ਕੇ ਉੱਥੇ ਬੈਠੇ ਹੁੰਦੇ ਨੇ ਤੇ ਇਹਦੇ ਵਿੱਚ ਹੀ ਬਲਾਸਟ ਹੋ ਜਾਂਦਾ। ਸੋ ਬਲਾਸਟ ਜਿਹੜਾ ਹੈ ਉਹਦੇ ਨਾਲ ਜਿਹੜਾ ਉੱਥੇ ਰੈਸਟੋਰੈਂਟ ਹੈ, ਰੈਸਟੋਰੈਂਟ ਦੇ ਨੀਚੇ ਖਿੜਕੀਆਂ ਹੈ ਤੇ ਉੱਥੇ ਇੱਕ ਜਾਲੀ ਨੁਮਾ ਸੀਮੈਂਟਡ ਜਾਂ ਜਿਹਨੂੰ ਕਹਿ ਦਈਏ ਆਪਾਂ ਪੱਥਰ ਜਿਹੜਾ ਲੱਗਾ ਹੋਇਆ ਹੈ ਉਹਨੂੰ ਜਿਹੜੀ ਕਿ ਵਿਰਾਸਤੀ ਮਾਰਗ ਬਣਾਇਆ ਗਿਆ ਹੈ ਸਜਾਵਟ ਵਾਸਤੇ। ਉੱਥੇ ਨੀਚੇ ਖਿੜਕੀਆਂ ਨੇ, ਉਹ ਕੱਚ ਦੀਆਂ ਖਿੜਕੀਆਂ ਜਿਹੜੀਆਂ ਟੁੱਟਦੀਆਂ ਨੇ ਤੇ ਉਹ ਕੈਂਕਰਾਂ ਜਿਹੜੀਆਂ ਯਾਤਰੀਆਂ ਤੇ ਸ਼ਰਧਾਲੂਆਂ ਤੇ ਉਹ ਵੱਜਦੀਆਂ ਨੇ ਤੇ ਉਹ ਜ਼ਖਮੀ ਹੁੰਦੇ ਨੇ। ਸੋ ਉਹ ਲੜਕੀਆਂ ਜਿਹੜੀਆਂ ਉਸੇ ਵੇਲੇ ਘਬਰਾ ਕੇ ਉਹ ਸ਼ਾਇਦ ਹਸਪੀਟਲ ਨੂੰ ਰਸ਼ ਕਰ ਜਾਂਦੀਆਂ ਨੇ ਜਾਂ ਲੋਕ ਉਹਨਾਂ ਨੂੰ ਲੈ ਜਾਂਦੇ ਨੇ। ਉਹਨੇ ਚ ਮੀਡੀਆ ਕਰਮੀ ਤੇ ਪੁਲਿਸ ਵੀ ਪਹੁੰਚ ਜਾਂਦੀ ਹੈ। ਪੁਲਿਸ ਦਾ ਇਹ ਵਰਸ਼ਨ ਹੁੰਦਾ ਕਿ ਸ਼ਾਇਦ ਇੱਥੇ ਪਿੱਛੇ ਰੈਸਟੋਰੈਂਟ ਹੈ, ਉਹਦੀ ਚਿਮਨੀ ਕਰਕੇ ਜਿਹੜੀ ਹੈ ਗਰਮਾਇਸ਼ ਹੋ ਗਈ ਹੈ ਤੇ ਗੈਸ ਬਣਨ ਕਰਕੇ ਜਿਹੜਾ ਹੈ ਉਹ ਬਲਾਸਟ ਹੋ ਗਿਆ। ਸੋ ਇਹ ਗੱਲ ਨੂੰ ਬਹੁਤਾ ਨਹੀਂ ਬੋਲਿਆ ਜਾਂਦਾ ਕਿਉਂਕਿ ਬਹੁਤ ਵੱਡਾ ਬਲਾਸਟ ਨਹੀਂ ਸੀ। ਸੋ ਇੱਕ ਨਿਸ਼ਾਨ ਜ਼ਰੂਰ ਬਣਿਆ ਸੀ ਉੱਥੇ ਜਿੱਥੇ ਬਲਾਸਟ ਹੁੰਦਾ। ਸੋ ਇਸ ਗੱਲ ਨੂੰ ਇੰਨਾ ਨਹੀਂ ਬੋਲਿਆ ਜਾਂਦਾ ਤੇ ਪੁਲਿਸ ਆਪਣਾ ਬਿਆਨ ਦੇ ਕੇ ਚਲੀ ਜਾਂਦੀ ਹੈ। ਨਾਲੇ ਵੀ ਕਹਿੰਦੀ ਹੈ ਕਿ ਅਫਵਾਹਾਂ ਤੋਂ ਲੋਕਾਂ ਨੂੰ ਬਚਣਾ ਚਾਹੀਦਾ, ਕੋਈ ਬੰਬ ਨਹੀਂ ਫਟਿਆ। ਸੋ ਇਸ ਤੋਂ ਬਾਅਦ 32 ਘੰਟੇ ਦੇ ਵਿੱਚ ਹੀ ਸਵੇਰੇ ਤੜਕਸਾਰ ਹੀ ਫੇਰ ਇੱਕ ਬਲਾਸਟ ਹੋ ਜਾਂਦਾ। ਪੁਲਿਸ ਪਿਛਲਾ ਬਲਾਸਟ ਦੀ ਹੈ ਉਹ ਕਰ ਰਹੀ ਹੁੰਦੀ ਹੈ। ਇਸ ਦੇ ਵਿੱਚ ਇਹ ਵੀ ਤੁਹਾਨੂੰ ਦੱਸ ਦਿਆਂ ਕਿ ਜਦੋਂ ਬਲਾਸਟ ਦੇ ਰਾਤ ਨੂੰ ਇਹ ਵਰਸ਼ਨ ਸੀਗਾ ਪੁਲਿਸ ਦਾ ਕਿ ਸਿਰਫ ਕੁਛ ਨਹੀਂ ਸੀ, ਸ਼ਾਇਦ ਚਿਮਨੀ ਕਰਕੇ ਹੋਇਆ ਸੀ। ਜਦਕਿ ਜਦੋਂ ਸਵੇਰੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਲਾਅ ਐਂਡ ਆਰਡਰ ਆਉਂਦੇ ਨੇ, ਉੱਥੋਂ ਇਸ਼ਾਰਾ ਦਿੰਦੇ ਨੇ, ਆਪਣੀ ਜਦੋਂ ਬਾਈਟ ਦਿੰਦੇ ਨੇ ਤੇ ਉਹਦੇ ਵਿੱਚ ਕਹਿੰਦੇ ਨੇ ਕਿ ਇਹਦੇ ਵਿੱਚ ਕੁਝ ਸ਼ੱਕੀ ਜਿਹੜਾ ਹੈ ਕੁਝ ਪਾਰਟੀਕਲ ਮੌਜੂਦ ਨੇ ਜਿਨ੍ਹਾਂ ਦੀ ਜਾਂਚ ਵਾਸਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਜਾ ਰਿਹਾ। ਇਹ ਜਾਂਚ ਚੱਲ ਰਹੀ ਹੈ, ਹਾਲੇ ਬੰਬ ਸੀ ਜਾਂ ਚਿਮਨੀ ਫਟੀ ਸੀ ਜਾਂ ਕੁਝ ਇਹਦੇ ਚੱਲ ਰਹੀ ਹੁੰਦੀ ਹੈ ਤੇ 32 ਘੰਟਿਆਂ ਦੇ ਵਿੱਚ ਸਵੇਰੇ ਤੜਕਸਾਰ ਫੇਰ ਉਸੇ ਇਲਾਕੇ 'ਚ ਹੀ ਇੱਕ ਵਾਰ ਫੇਰ ਬਲਾਸਟ ਹੋ ਜਾਂਦਾ। ਸੋ ਇਹ ਫੇਰ ਪੁਲਿਸ ਦਾ ਫੇਰ ਸ਼ੱਕ ਦੇ ਘੇਰੇ 'ਚ ਆ ਜਾਂਦੀ ਹੈ ਔਰ ਪੁਲਿਸ ਹੈਰਾਨੀ 'ਚ ਵੀ ਆ ਜਾਂਦੀ ਹੈ। ਲੋਕ ਵੀ ਸੋਚਦੇ ਨੇ ਕੀ ਹੋ ਰਿਹਾ, ਕਿ ਬਲਾਸਟ ਹੋ ਰਿਹਾ ਕਿ ਇਹੋ ਜਿਹੀ ਜਗ੍ਹਾ ਤੇ ਹੋ ਰਿਹਾ ਜਿੱਥੇ ਕਿ ਜਾਨੀ ਮਾਲੀ ਨੁਕਸਾਨ ਵੀ ਨਹੀਂ ਹੋ ਰਿਹਾ ਪਰ ਬਲਾਸਟ ਹੋ ਰਿਹਾ, ਕਾਰਨ ਕੀ ਹੈ? ਸੋ ਇਸ ਕਾਰਨ ਲਈ ਉਹਨੇ ਚਿਰ ਨੂੰ ਬਹੁਤ ਜ਼ਿਆਦਾ ਪੁਲਿਸ ਦੀ ਜਿਹੜੀ ਹੈ ਅਲਰਟ ਹੋ ਜਾਂਦੀ ਹੈ। ਪੁਲਿਸ ਅਲਰਟ ਹੋਣ ਤੋਂ ਬਾਅਦ NIA ਇਨਵੈਸਟੀਗੇਸ਼ਨ ਟੀਮ ਜਿਹੜੀਆਂ ਪਹੁੰਚ ਜਾਂਦੀਆਂ ਨੇ, NSG ਪਹੁੰਚ ਜਾਂਦੀ ਹੈ, ਪੰਜਾਬ ਪੁਲਿਸ ਪਹੁੰਚ ਜਾਂਦੀ ਹੈ। ਸੋ ਕਾਫੀ ਜਿਹੜੇ ਵੱਡੇ ਪੱਧਰ ਤੇ ਉੱਥੇ ਪੁਲਿਸ ਦੀਆਂ ਟੁਕੜੀਆਂ ਤੇ ਪੈਰਾਮਿਲਟਰੀ ਦੀਆਂ ਜਿਹੜੀਆਂ ਫੋਰਸਿਸ ਤੈਨਾਤ ਕਰ ਦਿੱਤੀਆਂ ਜਾਂਦੀਆਂ ਨੇ ਤੇ ਉਸ ਏਰੀਆ ਨੂੰ ਜਿਹੜਾ ਹੈ ਉਹ ਸੀਲ ਕਰ ਦਿੱਤਾ ਜਾਂਦਾ। ਸੋ ਇਸ ਦੀਆਂ ਖਬਰਾਂ ਜਿਹੜੀਆਂ ਸਾਡੇ ਚੈਨਲ ਰਾਹੀਂ ਜਿਹੜੀਆਂ ਸੰਗਤਾਂ ਨੂੰ ਤੇ ਪਹੁੰਚਾਉਂਦੇ ਰਹੇ ਆਪਾਂ। ਉਸ ਤੋਂ ਬਾਅਦ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੀਤੀ ਰਾਤ ਜਿਹੜਾ ਕਿ ਗੁਰੂ ਰਾਮਦਾਸ ਸਰਾਂ ਜਿਹੜੀ ਕਿ ਸਭ ਤੋਂ ਪੁਰਾਣੀ ਸਰਾਂ ਮੰਨੀ ਜਾਂਦੀ ਹੈ, ਜਿੱਥੇ ਕਿ SGPC ਦਾ ਖੁਦ ਦਾ ਮੇਨ ਦਫ਼ਤਰ ਹੈ, ਜਿਹੜਾ ਹੈੱਡ ਆਫਿਸ ਹੈੱਡਕੁਆਟਰ ਹੈ ਤੇ ਸਮੁੰਦਰੀ ਹਾਲ ਹੈ, ਜਿੱਥੇ ਉਹਦੀ ਬੈਕ ਸਾਈਡ ਤੇ ਗਲਿਆਰਾ, ਜਿਵੇਂ ਕਿ 84 ਤੋਂ ਬਾਅਦ ਜਿਹੜੀ ਸਕੀਮ ਆਈ ਸੀ ਸਰਕਾਰੀ, ਉਹਨੂੰ ਗਲਿਆਰਾ ਸਕੀਮ ਕਿਹਾ ਜਾਂਦਾ, ਉਹਦੀ ਬੈਕ ਸਾਈਡ ਪੈਂਦੀ ਹੈ। ਸੋ ਉਹਦੀ ਕੰਧ ਉਹਦੇ ਨਾਲ ਸਾਂਝੀ ਪੈਂਦੀ ਹੈ ਗਲਿਆਰੇ ਦੇ ਨਾਲ। ਉਸ ਗਲਿਆਰੇ ਵਾਲੇ ਪਾਸੇ ਫੇਰ ਬਲਾਸਟ ਹੋ ਜਾਂਦਾ। ਸੋ ਇੱਕ ਫਿਰ ਬੜੀ ਵੱਡੀ ਇੱਕ ਚੈਲੰਜ ਵਾਲੀ ਘਟਨਾ ਹੋ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ, ਇੰਟੈਲੀਜੈਂਸ ਨੂੰ, ਕਿ ਇੰਨੀਆਂ ਵੱਡੀਆਂ ਟੀਮਸ ਇੱਥੇ ਨੇ, ਫੋਰੈਂਸਿਕ ਵਾਲੇ ਇੱਥੇ ਨੇ, ਉਹ ਸਾਰੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ, ਉਹਦੇ ਵਿੱਚ ਹੀ ਫੇਰ ਬਲਾਸਟ ਹੋ ਰਿਹਾ। ਬੜੀ ਹੈਰਾਨੀ ਵਾਲੀ ਗੱਲ ਹੈ ਔਰ ਬੜੀ ਇੱਕ ਫੇਲਿਅਰ ਵਾਲੀ ਗੱਲ ਹੈ ਕਿ ਇੰਨਾ ਵੱਡਾ ਫੇਲਿਅਰ ਇੱਕ ਮਜ਼ਾਕ ਕਰਨ ਵਾਲੀ ਗੱਲ ਹੋ ਜਾਂਦੀ ਹੈ ਪ੍ਰਸ਼ਾਸਨ ਨਾਲ ਜਿਹੋ ਜਿਹਾ ਬਲਾਸਟ ਸੁਣਨ ਨੂੰ ਮਿਲਿਆ। ਫਿਰ ਉਸ ਤਰ੍ਹਾਂ ਹੀ ਲੋ ਪੋਟੈਂਸੀ ਜਿਹੜਾ ਹੈ ਉਹ ਬਲਾਸਟ ਸੀਗਾ। ਇਹਨੇ ਵਿੱਚ ਹੀ ਇੱਕ ਵਾਰੀ ਪਹਿਲਾਂ DGP ਪਹਿਲੇ ਬਲਾਸਟ ਤੋਂ ਬਾਅਦ ਹੀ ਹੋ ਕੇ ਆਪਣਾ ਵਰਜਨ ਦੇ ਦਿੰਦੇ ਨੇ ਕਿ ਲੋ ਪੋਟੈਂਸੀ ਬਲਾਸਟ ਸੀਗਾ ਤੇ ਪਰ ਇਹਦੀ ਹਰ ਪੱਖੋਂ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ। ਸੋ ਅੱਜ ਦੀ ਜੇਕਰ ਘਟਨਾ ਗੱਲ ਕਰੀਏ, ਜਿਹੜੀ ਲੇਟੈਸਟ ਘਟਨਾ ਹੋਈ ਰਾਤ ਨੂੰ, ਉਸ ਤੋਂ ਬਾਅਦ SGPC ਹਰਕਤ ਚਾਹੁੰਦੀ ਹੈ ਤੇ ਟਾਸਕ ਫੋਰਸ ਵੱਲੋਂ ਜਿਹੜੇ ਨੇ ਕੈਮਰੇ ਖੰਗਾਲੇ ਜਾਂਦੇ ਨੇ, ਕੈਮਰਿਆਂ ਵਿੱਚ ਕੁਝ ਸ਼ੱਕੀ ਵਿਅਕਤੀ ਪਾਈ ਜਾਂਦੇ ਨੇ, ਉਹਨਾਂ ਨੂੰ ਫੜਿਆ ਜਾਂਦਾ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ, ਪੁਲਿਸ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਂਦਾ। ਅੱਜ ਸਵੇਰੇ ਜਿਹੜਾ ਹੈ ਉਹ DGP ਆਉਂਦੇ ਨੇ,
ਉਹਦੇ ਵਿੱਚ ਉਹ ਖੁਲਾਸਾ ਕਰਦੇ ਨੇ ਕਿ 5 ਵਿਅਕਤੀ ਜਿਹੜੇ ਨੇ ਉਹਨਾਂ ਨੇ ਗ੍ਰਿਫਤਾਰ ਕੀਤੇ ਨੇ। ਉਹਨਾਂ ਵਿੱਚੋਂ ਇੱਕ ਵਿਅਕਤੀ ਜੋ ਹੈ ਬਾਬਾ ਬਕਾਲਾ ਸਾਹਿਬ ਦਾ ਹੈ, ਜਿਹੜਾ ਮੇਨ ਜਿਹੜਾ ਕਲਪ੍ਰਿਟ ਦੱਸਿਆ ਜਾ ਰਿਹਾ ਹੈ। ਉਸ ਤੋਂ ਬਾਅਦ ਅੰਮ੍ਰਿਤਸਰ ਦੇ 2 ਹੋਰ ਲੋਕ ਜਿਹੜੇ ਕਿ 88 ਫੁੱਟ ਰੋਡ ਜਿਹੜੀ ਇੱਕ ਇਲਾਕਾ ਹੈ ਅੰਮ੍ਰਿਤਸਰ ਦਾ, ਉੱਥੋਂ ਬਿਲੋਂਗ ਕਰਦੇ ਨੇ। ਇੱਕ ਸਾਹਿਬ ਸਿੰਘ ਜਿਹੜਾ ਕਿ ਜਿਹਦੇ ਕਿ ਐਕਸਪਲੋਸਿਵ ਜਿਹੜੇ ਕੋਲ ਲਾਇਸੈਂਸ ਹੈ ਜਿਹੜੇ ਪਟਾਕੇ ਬਣਾਉਣ ਦਾ, ਜਿਹਦੇ ਕੋਲੋਂ ਕਿ ਸਾਰਾ ਐਕਸਪਲੋਸਿਵ ਉਹਨਾਂ ਨੇ ਲਿਆ, ਜਿਹੜਾ ਕਿ ਜਿਨ੍ਹਾਂ ਨਾਲ ਬਲਾਸਟ ਕੀਤਾ। ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਕੋਲ ਲਈਆਂ ਨੇ। ਇੱਕ ਜਿਹੜਾ ਹੈ ਸ਼ਖਸ ਜਿਹੜਾ ਗੁਰਦਾਸਪੁਰ ਦਾ ਦੱਸਿਆ ਜਾ ਰਿਹਾ। ਇੱਕ ਲੇਡੀ ਦੱਸੀ ਜਾ ਰਹੀ ਹੈ ਜਿਸ ਦੀ ਪਹਿਚਾਣ ਫਿਲਹਾਲ ਪੁਲਿਸ ਨੇ ਡਿਸਕਲੋਜ਼ ਨਹੀਂ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਉਹਦੀ ਭੂਮਿਕਾ ਦੀ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ, ਔਰ ਜੇਕਰ ਉਹਦੀ ਭੂਮਿਕਾ ਨਿਕਲਦੀ ਹੈ ਤਾਂ ਉਹਨੂੰ ਨੋਮੀਨੇਟ ਕੀਤਾ ਜਾਏਗਾ, ਪਰਚੇ ਦੇ ਵਿੱਚ ਨਾਮਜ਼ਦ ਕੀਤਾ ਜਾਵੇਗਾ। ਸੋ ਫਿਲਹਾਲ ਉਹਦੀ ਨਾਮਜ਼ਦਗੀ ਨਹੀਂ ਹੋਈ ਹੈ। 5 ਬੰਦਿਆਂ ਦੇ ਉੱਤੇ ਪਰਚਾ ਜਿਹੜਾ ਹੈ ਦਰਜ ਕੀਤਾ ਗਿਆ ਥਾਣਾ ਕੋਤਵਾਲੀ, ਜਿਹੜਾ ਕਿ ਹਰਿਮੰਦਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਸਾਹਮਣੇ। ਸੋ ਇਹ ਸਟੋਰੀ ਹੈ। ਉਸ ਦੇ ਵਿੱਚ ਡੀਜੀਪੀ ਦਾ ਜਿਹੜਾ ਵਰਸ਼ਨ ਦੀ ਗੱਲ ਕਰਾਂ ਤੇ ਡੀਜੀਪੀ ਦਾ ਵਰਸ਼ਨ ਇਹ ਹੈ ਕਿ ਉਹਨਾਂ ਕੋਲੋਂ ਇਹਨਾਂ ਸਾਰੇ 5 ਕੋਲੋਂ ਜਾਂ ਜਿਹੜਾ ਲੜਕਾ ਜਿਹੜਾ ਬਾਬਾ ਬਕਾਲਾ ਸਾਹਿਬ ਵਾਲਾ ਗ੍ਰਿਫਤਾਰ ਕੀਤਾ ਹੈ ਉਸ ਕੋਲੋਂ IED ਜਿਹੜਾ ਕਿ ਐਕਸਪਲੋਸਿਵ ਹਾਈਲੀ ਐਕਸਪਲੋਸਿਵ ਮਟੀਰੀਅਲ ਹੈ 1 ਕਿਲੋ 200 ਗ੍ਰਾਮ ਦੇ ਕਰੀਬ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ। ਸੋ ਜੋ ਬਰਾਮਦ ਕੀਤਾ ਗਿਆ ਹੈ ਸੋ ਬਹੁਤ ਵੱਡੀ ਜਿਹੜੀ ਹੈ ਕੁਆਂਟੀਟੀ ਹੈ। ਜੇ ਇਹ ਬਲਾਸਟ ਹੁੰਦਾ ਹੈ ਤਾਂ ਇਹ ਜੇਕਰ ਹੁੰਦਾ ਤੇ ਬਹੁਤ ਵੱਡਾ ਨੁਕਸਾਨ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਇੱਕ ਹੋਰ ਦੂਸਰੇ ਪੱਖ ਦੀ SGPC ਦੀ ਗੱਲ ਕਰ ਲਈਏ। DGP ਨੇ SGPC ਦਾ ਖਾਸ ਤੌਰ ਤੇ ਧੰਨਵਾਦ ਕੀਤਾ ਹੈ ਕਿ ਉਹਨਾਂ ਦੀ ਸਤਰਕਤਾ ਦੇ ਨਾਲ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਫੜੇ ਗਏ ਨੇ। ਪਹਿਲੀ ਗੱਲ। ਦੂਸਰੀ ਗੱਲ, ਇਹ ਇੱਕ ਤਾਂ ਧੰਨਵਾਦ ਵਾਲਾ ਪੱਖ ਹੋ ਗਿਆ। ਇਸ ਤੋਂ ਪਹਿਲੇ ਜੇਕਰ ਗੱਲ ਕਰੀਏ ਪ੍ਰਸ਼ਾਸਨ ਦੀ ਇੰਟੈਲੀਜੈਂਸ ਕਿੱਥੇ ਹੈ? ਤੁਹਾਨੂੰ ਪਤਾ ਹੈ ਕਿ ਅੱਜ ਵਿਦਆਊਟ ਵਰਦੀ, ਵਿਦਆਊਟ ਯੂਨੀਫਾਰਮ ਅੱਜ ਵੱਡੀ ਗਿਣਤੀ ਦੇ ਵਿੱਚ ਹਰਿਮੰਦਰ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਇੰਟੈਲੀਜੈਂਸ ਦਾ ਪਹਿਰਾ ਰਹਿੰਦਾ ਤੇ 3 ਬਲਾਸਟ ਹੋ ਗਏ ਲੇਕਿਨ ਬੰਦਾ ਨਹੀਂ ਫੜਿਆ ਗਿਆ। ਉਹ ਕੀ ਕਾਰਨ ਹੋਇਆ? ਪਹਿਲਾ ਬਲਾਸਟ ਚਲੋ ਮੈਂ ਕਹਿ ਰਿਹਾ ਵੀ ਚਲੋ ਹੋ ਗਿਆ, ਲੇਕਿਨ ਦੂਜਾ ਬਲਾਸਟ ਤੇ ਤੀਜਾ ਬਲਾਸਟ ਸੀਰੀਜ਼ ਵਿੱਚ ਜਿਹੜੇ ਬਲਾਸਟ ਹੋ ਰਹੇ ਨੇ ਤੇ ਫਿਰ ਟਾਸਕ ਫੋਰਸ ਜਿਹੜੀ ਹੈ SGPC ਦੀ ਉਹਨੂੰ ਪਕੜਦੀ ਹੈ। ਫਿਰ SGPC ਦੇ ਵੀ ਆਉਂਦੀ ਹੈ ਕਿਉਂਕਿ ਪ੍ਰਧਾਨ SGPC ਵੱਲੋਂ ਵੀ, ਕਿਉਂਕਿ ਸਵੇਰੇ ਤੜਕਸਾਰ ਹੀ ਸਵੇਰੇ 8 ਵਜੇ ਦੇ ਕਰੀਬ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਪ੍ਰਸ਼ਾਸਨ ਦੀ ਨਾਕਾਮੀ ਹੈ, ਸਰਕਾਰ ਤੇ ਸਵਾਲ ਚੁੱਕੇ ਜਾਂਦੇ ਨੇ। ਨਾਲ ਹੀ ਕਿਹਾ ਜਾਂਦਾ ਹੈ ਸੰਗਤਾਂ ਨੂੰ ਕਿ ਕੋਈ ਇੱਥੇ ਘਬਰਾਉਣ ਵਾਲੀ ਗੱਲ ਨਹੀਂ ਹੈ, ਉਸ ਤਰ੍ਹਾਂ ਜਿਸ ਤਰ੍ਹਾਂ ਸੰਗਤਾਂ ਪਹੁੰਚਦੀਆਂ ਨੇ ਉੱਥੇ ਪਹੁੰਚਣ। ਸੋ ਉੱਥੇ SGPC ਪ੍ਰਧਾਨ ਕੋਲੋਂ ਵੀ ਇਹ ਸਵਾਲ ਕੀਤਾ ਜਾਂਦਾ ਕਿ ਤੁਸੀਂ ਇਹ ਦੱਸੋ ਵੀ ਸਰਾਂ ਦੇ ਵਿੱਚ, ਕਿਉਂਕਿ ਹੁਣ ਮੈਂ ਭੂਮਿਕਾ ਦੀ ਗੱਲ ਕਰਨ ਲੱਗਾ ਜਿੱਥੇ ਕਿ ਇਹ ਸਾਰਾ ਜਿਹੜੀ ਇਹਦੀ ਵਿਉਂਤਬੰਦੀ ਹੋਈ, ਇਹਦੀ ਪਲੈਨਿੰਗ ਕੀਤੀ ਗਈ, ਜਿੱਥੇ ਕਿ ਸਰਾਂ ਹੈ ਗੁਰੂ ਰਾਮਦਾਸ ਸਰਾਂ, ਉਸ ਸਰਾਂ ਦੇ ਵਿੱਚ ਗੁਰਦਾਸਪੁਰ ਵਾਲੇ ਬੰਦੇ ਦੇ ਨਾਮ ਤੇ ਜਿਹੜਾ ਹੈ ਉਹ ਬੁਕਿੰਗ ਹੁੰਦੀ ਹੈ। ਉਹ ਬੰਦਾ ਦੂਸਰਾ ਜਿਹੜਾ ਬਾਬਾ ਬਕਾਲਾ ਸਾਹਿਬ ਵਾਲਾ ਉਹ ਉੱਥੇ ਆ ਕੇ ਠਹਿਰਦਾ, ਉਹ ਉੱਥੇ ਬੰਬ ਬਣਾਉਂਦਾ। 3 ਬੰਬ ਜਿਹੜੇ ਨੇ ਉਹ ਗੁਰੂ ਰਾਮਦਾਸ ਸਰਾਂ ਦੇ ਵਿੱਚ ਜਿਹੜੇ ਨੇ ਬਣਾਏ ਗਏ ਨੇ ਔਰ ਬਾਥਰੂਮ ਦੇ ਵਿੱਚ ਬਣੇ ਨੇ ਜਿੱਥੇ ਕਿ CCTV ਨਹੀਂ ਜਾ ਸਕਦੀ। ਸੋ ਉੱਥੇ ਹੁਣ ਦੇਖੋ ਵਾਸ਼ਰੂਮ ਜੇ ਕਾਮਨ ਵੀ ਹੋਵੇ ਤੇ ਤੁਸੀਂ ਇੱਕ ਪਰਸਨਲ ਟਾਇਲਟ ਦੇ ਵਿੱਚ ਜਦੋਂ ਤੁਸੀਂ ਹੈਗੇ ਤਾਂ ਯੂ ਨੈਵਰ ਨੋ ਕਿ ਤੁਸੀਂ ਕੀ ਅੰਦਰ ਕਰ ਰਹੇ ਹੋ, ਹੈਨਾ। ਤੇ ਤੁਸੀਂ ਅੰਦਰ ਲਿਜਾ ਕੇ ਕੁਝ ਵੀ, ਉਹ ਕੇਨ ਛੋਟਾ ਜਿਹਾ ਕੁਝ ਵੀ ਤੁਸੀਂ ਉਹਦੇ 'ਚ ਐਕਸਪਲੋਸਿਵ ਪਾ ਕੇ ਤਿਆਰ ਕਰ ਸਕਦੇ ਹੋ। ਸੋ ਉੱਥੇ ਤਿਆਰ ਕੀਤੇ ਗਏ ਬੰਬ ਜਿਹੜੇ ਨੇ। ਸੋ ਇਹ ਬਹੁਤ ਸਤਰਕਤਾ ਦੀ ਲੋੜ ਸੀ, ਜਿੱਥੇ ਕਿ ਸਤਰਕਤਾ ਜਿਹੜੀ ਹੈ SGPC ਵੱਲੋਂ ਨਹੀਂ ਦਿਖਾਈ ਗਈ, ਜਿੱਥੇ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਦੁਨੀਆ ਤੋਂ ਲੋਕ ਜਿਹੜੇ ਨੇ ਸੈਲੀਬ੍ਰਿਟੀਜ਼ ਨੇ ਉਹਦੇ ਉੱਥੇ ਆਉਂਦੇ ਨੇ। ਉੱਥੇ ਵੱਡੇ ਵੱਡੇ ਸ਼ਖਸੀਅਤਾਂ, ਰਾਜਨੀਤਿਕ, ਸਮਾਜਿਕ, ਧਾਰਮਿਕ, ਇੰਨੀ ਵੱਡੀ ਜਿਹੀ ਸ਼ਰਧਾਲੂ ਜਿਹੜੇ ਨੇ ਗੁਰੂ ਰਾਮਦਾਸ ਦੇ ਨਤਮਸਤਕ ਹੋਣ ਲਈ, ਆਪਣਾ ਸਿਜਦਾ ਕਰਨ ਲਈ ਆਉਂਦੇ ਨੇ। ਉੱਥੇ ਇੰਨੀ ਵੱਡੀ ਕੁਤਾਹੀ ਨਹੀਂ ਹੋਣੀ ਚਾਹੀਦੀ। ਮੈਂ ਸਮਝਦਾ SGPC ਦਾ ਬਹੁਤ ਵੱਡੀ ਇੱਕ, ਮੈਂ ਪ੍ਰਸ਼ਾਸਨ ਦੀ ਤਾਂ ਮੈਂ ਪਹਿਲੇ ਕਹਿ ਚੁੱਕਾ, ਲੇਕਿਨ SGPC ਦਾ ਵੀ ਇੱਥੇ ਰੋਲ ਬਹੁਤ ਵੱਡਾ। ਇੱਥੇ ਮੈਂ ਗੈਪ ਕਹਾਂਗਾ, ਫਲॉ ਕਹਾਂਗਾ, ਇੱਥੇ ਬਹੁਤ ਹੈ ਕਿਉਂਕਿ ਕੋਈ ਵੀ ਬੈਗ ਜਾਂ ਕੋਈ ਵੀ ਚੀਜ਼ ਇੱਥੇ ਆ ਕੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਲਿਆ ਸਕਦਾ, ਕੁਝ ਵੀ ਕਰ ਸਕਦਾ। ਇਹਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦਾ ਇਹ ਵਤੀਰਾ ਸਾਹਮਣੇ ਨਜ਼ਰ ਆਇਆ, ਇਹਦੇ ਵਿੱਚ ਤੇ ਇਹੀ ਨਜ਼ਰ ਆ ਰਿਹਾ। ਹਾਲਾਂਕਿ ਸਤਰਕਤਾ ਬਾਅਦ ਚ ਦਿਖਾਈ ਗਈ ਹੈ। ਜੇ ਪਹਿਲੇ 2 ਐਕਸਪਲੋਸਿਵ ਜੇ ਰੱਬ ਨਾ ਕਰੇ ਜੇ ਉਸ ਬੰਦੇ ਦੇ ਦਿਮਾਗ 'ਚ ਆ ਜਾਂਦਾ ਜਾਂ ਉਹਨੂੰ ਕੋਈ ਇਹੋ ਜਿਹਾ ਟਾਈਮ ਮਿਲ ਜਾਂਦਾ ਜਾਂ ਇਹੋ ਜਿਹਾ ਮੌਕਾ ਮਿਲ ਜਾਂਦਾ, ਜੇ ਉਹ IED ਬਲਾਸਟ ਕਰ ਲੈਂਦਾ ਤੇ ਫਿਰ ਅੱਜ ਦੇ ਹਾਲਾਤ ਕੀ ਹੁੰਦੇ? ਕੀ ਇੰਨਾ ਜਾਨੀ ਮਾਲੀ ਨੁਕਸਾਨ ਅਸੀਂ ਸਹੇੜਨ ਜੋਗੇ ਸੀਗੇ ਜਾਂ ਪੰਜਾਬ ਸਹੇੜਨ ਜੋਗਾ ਸੀਗਾ? ਔਰ ਫਿਰ ਅਜਿਹੇ ਮੁਕੱਦਸ ਅਸਥਾਨ ਤੇ ਜਿਸ ਨੂੰ ਕਿ ਬਦਨਾਮ ਕਰਨ ਦੀਆਂ ਬਾਰ-ਬਾਰ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ, ਚਾਹੇ ਉਹ ਨੈਸ਼ਨਲ ਮੀਡੀਆ ਹੋਵੇ, ਚਾਹੇ ਉਹ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਹੋਣ, ਬਾਰ-ਬਾਰ ਇਹ ਕੀਤਾ ਜਾਂਦਾ। ਤੇ ਅੱਜ ਜੇ ਅਸੀਂ ਆਪਣੇ 'ਚ ਹੀ ਆਪ ਹੀ ਸਤਰਕ ਨਾ ਰਹਾਂਗੇ ਤਾਂ ਫਿਰ ਤਾਂ ਬਾਹਰੋਂ ਤੇ ਅਸੀਂ ਫਿਰ ਕਿਸੇ ਨੂੰ ਦੋਸ਼ ਦੇ ਨਹੀਂ ਨਾ ਸਕਦੇ। ਜੇ ਸਾਡਾ ਹੀ ਘਰ ਖੁੱਲਾ ਹੈ ਤੇ ਅਸੀਂ ਚੋਰ ਨੂੰ ਕੀ ਕਹਾਂਗੇ? ਤੇ ਚੋਰ ਤੇ ਚੋਰੀ ਕੰਮ ਤੇ ਉਹਦਾ ਚੋਰੀ ਕਰਨਾ, ਤੇ ਜੇ ਸਾਡਾ ਹੀ ਘਰ ਖੁੱਲਾ ਹੈ ਤਾਂ ਫਿਰ ਚੋਰ ਨੂੰ ਆਪਾਂ ਉਹਦੀ ਗਲਤੀ ਨਹੀਂ ਕੱਢ ਸਕਦੇ ਕਿਉਂਕਿ ਉਹਦਾ ਘਰ ਮੈਂ ਚੋਰੀ ਕਰਨਾ। ਸੋ ਸਾਨੂੰ ਸਤਰਕ ਰਹਿਣ ਦੀ ਬਹੁਤ ਜ਼ਰੂਰਤ ਹੈ। ਅੱਜ SGPC ਪ੍ਰਧਾਨ ਨੇ ਮੰਨਿਆ ਕਿ ਹੁਣ ਸਕਰੀਨਿੰਗ ਹੋਏਗੀ। ਅੱਜ ਕੱਲ੍ਹ ਬਹੁਤ ਸਾਰੇ ਡਿਵਾਈਸ ਆ ਚੁੱਕੇ ਨੇ ਇਲੈਕਟ੍ਰੋਨਿਕ,
ਜਿਨ੍ਹਾਂ ਵਿੱਚ ਕਿ ਸਾਰਾ ਕੁਝ ਸਕੈਨ ਹੋ ਜਾਂਦਾ ਹੈ, ਸਕਰੀਨ ਹੋ ਜਾਂਦਾ ਹੈ, ਬੰਦੇ ਸਕੈਨ ਹੋ ਜਾਂਦੇ ਨੇ, ਬੰਦਿਆਂ ਦੇ ਅੰਦਰ ਜਿਹੜਾ ਜੋ ਕੁਝ ਹੈਗਾ ਉਹ ਸਕੈਨ ਹੋ ਜਾਂਦਾ ਹੈ ਤੇ ਬੈਗ ਹੈਗਾ, ਬੈਗ 'ਚ ਕਿਉਂ ਨਹੀਂ ਸਕੈਨ ਹੋ ਸਕਦਾ। ਸੋ ਇਹ ਸਾਰੀ ਸਕੈਨਿੰਗ ਹੋਣੀ ਚਾਹੀਦੀ ਹੈ ਬਹੁਤ ਵੱਡੇ ਪੱਧਰ ਤੇ, ਫਿਰ ਅੰਦਰ ਜਾਣ ਦੇਣਾ ਚਾਹੀਦਾ। ਤੁਸੀਂ ਰਜਿਸਟਰ ਤੇ ਨਾਮ ਨੋਟ ਕਰ ਲੈਣਾ ਹੀ ਬੜੀ ਚੀਜ਼ ਨਹੀਂ ਹੁੰਦੀ। ਤਲਾਸ਼ੀ ਜਿਹੜੀ ਅੱਜ ਦੀ ਘਟਨਾ ਸਾਨੂੰ ਇਹ ਸਿੱਖ ਦਿੰਦੀ ਹੈ, ਸਾਨੂੰ ਜਿਹੜੇ ਬੈਗਸ ਨੇ ਜਾਂ ਜਿਹੜੇ ਵੀ ਉਹ ਸਮਾਨ ਲੈ ਕੇ ਆ ਰਹੇ ਨੇ ਉਹਦੀ ਤਲਾਸ਼ੀ ਵੀ, ਉਹਦੀ ਸਕਰੀਨਿੰਗ ਵੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ। ਹਾਲਾਂਕਿ ਮੈਂ ਸਮਝਦਾ ਕਿ ਬਹੁਤ ਸੌਖਾ ਕੰਮ ਨਹੀਂ ਹੈ, ਪਰ ਫਿਰ ਵੀ ਕਿਸੇ ਨਾ ਕਿਸੇ ਪੱਧਰ ਤੇ ਜਾਂ ਕਿਸੇ ਲੈਵਲ ਤੇ ਸਾਨੂੰ ਸ਼ੁਰੂ ਤੇ ਕਰਨਾ ਪਏਗਾ ਨਾ, ਹੈ ਨਾ, ਫਿਰ ਹੀ ਆਪਾਂ ਇਸ ਪਹੁੰਚ ਪਾਵਾਂਗੇ। ਸੋ ਇਹ ਸਥਿਤੀ ਅੱਜ ਦੀ ਹੁਣ ਤੱਕ ਦੀ ਇਹ। ਹਾਂਜੀ, ਤੁਸੀਂ ਕੀ ਸੋਚਦੇ ਹੋ ਜਸਵੀਰ ਸਿੰਘ? ਹਾਂਜੀ ਜੀ, ਬਿਲਕੁਲ ਤੁਸੀਂ ਬੜੇ ਵਧੀਆ ਡਿਟੇਲ ਦੇ ਨਾਲ ਜਿਹੜੀ ਸਾਰੀ ਘਟਨਾ ਨੂੰ ਪਹਿਲਾਂ ਤਾਂ ਦੱਸਿਆ, ਕਿਉਂਕਿ ਲੜੀਵਾਰ ਤੇ ਜਿਹੜੇ ਹੈਗੇ ਆ ਉੱਥੇ ਧਮਾਕੇ ਹੋਏ ਜਿਸ ਦਿਨ ਪਹਿਲੇ ਧਮਾਕੇ ਦੀ ਖਬਰ ਆਈ ਸੀ, ਕਿਉਂਕਿ ਖਾਸ ਕਰਕੇ ਪਿਛਲੇ 1.5-2 ਮਹੀਨਿਆਂ ਤੋਂ ਬਾਅਦ ਜਿਹੜਾ ਮਾਹੌਲ ਹੈ ਪੰਜਾਬ ਦੇ ਵਿੱਚ, ਪੁਲਿਸ ਦਾ ਜਿਹੜਾ ਹੈਗਾ ਕਾਫੀ ਲੋਕਾਂ ਦੇ ਉੱਤੇ ਜਿਹੜਾ ਪ੍ਰਭਾਵ ਹੈ, ਅਮਰਪਾਲ ਸਿੰਘ ਗਰੁੱਪ ਦੇ ਉੱਤੇ ਜਿਹੜੀ ਪੁਲਿਸ ਦੀ ਜਿਹੜੀ ਸਖਤ ਕਾਰਵਾਈ ਸੀਗੀ, ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਹੈਗਾ ਫੇਕ ਦੀ ਖੈਰ ਨਹੀਂ ਇਸ ਨਾਮ ਦੀ ਜਿਹੜੀ ਹੈਗੀ ਹੈ ਉਹ ਟਵਿੱਟਰ ਦੇ ਉੱਤੇ ਖਾਸ ਕਰਕੇ ਜਿਹੜੀ ਹੈ ਮੁਹਿੰਮ ਚਲਾਈ ਵੀ ਹੋਣ ਵਾਲੇ ਦੀ ਖੈਰ ਨਹੀਂ, ਬੜੇ ਤੇ ਦਰਜੋਏ ਤਾਂ ਠੀਕ ਆ ਵੀ ਖੈਰ ਤਾਂ ਨਹੀਂ ਹੋਣੀ ਚਾਹੀਦੀ ਜਿਹੜਾ ਝੂਠੀ ਖਬਰ ਫੈਲਾਉਂਦਾ, ਕਿਉਂਕਿ ਖਾਸ ਕਰ ਕੋਈ ਮੀਡੀਆ ਦੇ ਰੂਪ ਵਿੱਚ ਹੁਣ ਅਸੀਂ ਇੱਥੇ ਬੈਠੇ ਹਾਂ, ਹਜੇ ਤੱਕ ਜਿੰਨੀ ਤੁਹਾਨੂੰ ਘਟਨਾ ਦੀ ਜਾਣਕਾਰੀ ਤੁਸੀਂ ਦੱਸ ਦਿੱਤੀ ਹੈ, ਉਸ ਬੰਦੇ ਦਾ ਕਿਸੇ ਸੰਸਥਾ ਨਾਲ, ਕਿਸੇ ਜਥੇਬੰਦੀ ਨਾਲ, ਕਿਸੇ ਗਰਮ ਖਿਆਲੀ ਨਰਮ ਖਿਆਲੀ, ਕਿਸੇ ਸਿਆਸੀ ਪਾਰਟੀ ਨਾਲ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ। ਅਸੀਂ ਆਪਣੇ ਕੋਲੋਂ ਹੀ ਕੋਈ ਤੁੱਕਾ ਲਾ ਦਈਏ ਜੀ ਇਹ ਤਾਂ ਫਲਾਣੀ ਦਾ ਜੀ ਫਲਾਣੀ ਦਾ, ਤਾਂ ਬੜੀ ਸ਼ਰਮਨਾਕ ਗੱਲ ਆ। ਜਿਹੜਾ ਕੁਝ ਬਾਕੀ ਮੀਡੀਆ ਕਈ ਵਾਰ ਕਰ ਦਿੰਦਾ ਹੁੰਦਾ, ਜਿਸ ਤਰ੍ਹਾਂ ਉਹ ਪਿਛਲੇ ਦਿਨੀ ਉਹ ਮੂੰਹ ਤੇ ਰੰਗ ਲਾ ਕੇ ਲੜਕੀ ਆਈ ਸੀ, ਉਸ ਗੱਲ ਨੂੰ ਬੜਾ ਤੂਲ ਦਿੱਤਾ ਗਿਆ ਸੀ ਮੀਡੀਆ ਵੱਲੋਂ ਵੀ। ਖੈਰ ਆਪਾਂ ਆਪਣੇ ਮੁੱਦੇ ਵੱਲ ਆਉਣੇ ਆ, ਤਾਂ ਪੁਲਿਸ ਨੇ ਕਿਹਾ ਸੀ ਫੇਕ ਦੀ ਖੈਰ ਨਹੀਂ। ਤਾਂ ਜਿਹੜਾ ਪਹਿਲਾ ਧਮਾਕਾ ਹੁੰਦਾ, ਪੁਲਿਸ ਨੇ ਬੜੇ ਜਿਹੜਾ ਹੈਗਾ ਕੌਨਫੀਡੈਂਸ ਦੇ ਨਾਲ ਇਹ ਜਿਹੜਾ ਦਾਅਵਾ ਕੀਤਾ ਵੀ ਦੇਖੋ ਜੀ ਉਹਤੇ ਚਿਮਨੀ ਦੇ ਵਿੱਚੋਂ ਇੱਕ ਪਟਾਕਾ ਹੋਇਆ, ਉਹ 'ਚ ਕੁਝ ਨਹੀਂ ਹੈਗਾ, ਜਾਨੀ ਮਾਲ ਦੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਠੀਕ ਹੈ, ਬਿਲਕੁਲ ਚਲੋ ਜਾਨੀ ਨੁਕਸਾਨ ਕੀ ਬੰਦਾ ਮਰ ਜਾਣਾ ਹੀ, ਫਿਰ ਕਿਸੇ ਦੀ ਮੌਤ ਹੋ ਜਾਣੀ ਜਾਨੀ ਨੁਕਸਾਨ ਹੁੰਦਾ। ਜਿਹੜੀ ਉੱਥੇ ਸੰਗਤ ਆਈ ਹੋਈ ਸੀ, ਕੋਈ ਨੌਜਵਾਨ ਸੀਗਾ ਜਿਹੜਾ ਸਿੱਖ ਸ਼ਰਧਾਲੂ, ਉਹ ਦੱਸ ਰਿਹਾ ਸੀ ਨਾ ਵੀ ਇੱਥੇ ਲੜਕੀਆਂ ਉਤਰੀਆਂ ਆਟੋ ਦੇ ਵਿੱਚੋਂ ਦਰਸ਼ਨ ਮੇਲੇ ਕਰਨ ਆਈਆਂ ਸੀ, ਉਹਨਾਂ ਦੇ ਕੰਕਰੀਟ ਵੱਜੇ ਆ ਜਾਂ ਕੱਚ ਦੇ ਕੁਝ ਟੁਕੜੇ ਵੱਜੇ ਆ, ਜ਼ਖਮੀ ਹੋ ਗਈਆਂ, ਖੂਨ ਨਿਕਲਿਆ। ਜੇ ਬਾਏ ਚਾਂਸ ਕਿ ਨਿੱਕੇ ਨਿੱਕੇ ਨਿਆਣੇ ਵੀ ਸੰਗਤ ਉੱਥੇ ਲੈ ਕੇ ਆਉਂਦੀ, ਕੋਈ ਬੱਚਾ ਲਾਗੇ ਤਾਗੇ ਹੁੰਦਾ ਉਸ ਘਟਨਾ ਦੇ ਵਿੱਚ, ਜਾਂ ਜਿਹੜੀ 3 ਦਿਨ ਪਹਿਲਾਂ ਘਟਨਾ ਹੋਈ ਹੈ ਜਿੱਥੇ ਸਕਰੀਨ ਲੱਗੀ ਹੋਈ ਦਰਬਾਰ ਸਾਹਿਬ ਦੀ ਬਿਲਕੁਲ ਉਹ ਗਲਿਆਰੇ ਦੇ ਥੱਲੇ, ਪਾਰਕਿੰਗ ਦੇ ਥੱਲੇ, ਉੱਥੇ ਆਮ ਹੀ ਸੰਗਤ ਬੈਠ ਜਾਂਦੀ ਹੈ, ਕਿਉਂਕਿ ਬਾਹਰ ਖਾਣ ਪੀਣ ਵਾਲੀਆਂ ਰੇਹੜੀਆਂ ਕੁਲਫੀਆਂ ਦੇ ਲੈ ਕੇ ਬੱਚੇ ਬੈਠ ਜਾਂਦੇ ਜਾਂ ਫੋਟੋਆਂ ਖਿਚਾਉਣ ਬੈਠ ਜਾਂਦੇ ਆ। ਜੇ ਕਿਸੇ ਦਾ ਕੋਈ ਨਿਆਣਾ ਹੀ ਰੱਬ ਨਾ ਕਰੇ ਕੋਈ ਛੋਟਾ ਬੱਚਾ ਉੱਥੇ ਹੁੰਦਾ, ਜਾਂ ਜਿਹੜੀ ਕੱਲ ਵਾਲੀ ਰਾਤ ਜਿਹੜੀ ਬਿਲਕੁਲ ਗੁਰੂ ਰਾਮਦਾਸ ਸਾਹਿਬ ਸਰਾਂ ਜਿਹੜੀ ਉਹਦੇ ਮਗਰਲੇ ਪਾਸੇ ਸਾਂਝੀ ਕੰਧ ਹੈਗੀ ਹੈ ਪਾਰਕ ਦੇ ਵਿੱਚ, ਜਿਹੜਾ ਧਮਾਕਾ ਹੁੰਦਾ ਬਾਈ ਉੱਥੇ ਬੱਚੇ ਨਿੱਕੇ ਨਿੱਕੇ ਖੇਡਦੇ ਨੇ, ਜਿੱਦਾਂ ਕੋਈ ਬੇਘਰੇ ਲੋਕ ਨੇ ਉਹ ਵੀ ਉੱਥੇ ਖੇਡਦੇ ਨੇ। ਜੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਤਾਂ ਫਿਰ ਮਤਲਬ ਕਿੰਦੀ ਮਾਂ ਨੂੰ ਮਾਸੀ ਆਖਿਆ ਜਾਂਦਾ। ਤਾਂ ਹੁਣ ਮੇਰਾ ਤੁਹਾਡੇ ਨਾਲ ਇਹ ਹੈ ਵੀ ਇੰਨੀ ਉੱਥੇ ਸਿਕਿਉਰਿਟੀ ਰਹਿੰਦੀ ਹੈ। ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਅੰਦਰਲਾ ਦਰਬਾਰ ਹੈ, ਜਦੋਂ ਅਸੀਂ ਪੁਲ ਟੱਪ ਕੇ ਅੰਦਰ ਜਾਂਦੇ ਹਾਂ ਉੱਥੇ ਵੀ ਪੁਲਿਸ ਹੁੰਦੀ ਹੈ, ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ। ਉਹ ਅੰਮ੍ਰਿਤਧਾਰੀ ਰੂਪ ਦੇ ਵਿੱਚ ਕਈ ਉਹਨਾਂ ਦੇ ਜਿਹੜੇ ਮੁਲਾਜ਼ਮ ਹੈਗੇ ਉੱਥੇ ਤਾਇਨਾਤ ਰਹਿੰਦੇ ਨੇ, ਸੇਵਾ ਕਰਦੇ ਹੁੰਦੇ ਆ, ਕਿਉਂਕਿ ਡਿਊਟੀ ਵੀ ਨਾਲ ਸੇਵਾ ਕਰਦੇ, ਸ਼ਾਮ ਤੱਕ ਉਹਨਾਂ ਦਾ ਸਮਾਂ ਲੰਘ ਜਾਂਦਾ। ਤਾਂ ਕਿ ਇੰਨਾ ਨਹੀਂ ਮਤਲਬ ਕੁਝ ਅੰਦਾਜ਼ਾ ਲਾਇਆ ਜਾ ਸਕਦਾ ਵੀ ਪਹਿਲਾ ਧਮਾਕਾ ਹੋ ਗਿਆ, ਕਿਉਂਕਿ ਉਦੋਂ ਕਿਸੇ ਨੇ ਸੋਚਿਆ ਵੀ ਨਾ ਵੀ ਕੋਈ ਦਰਬਾਰ ਸਾਹਿਬ ਧਮਾਕਾ ਕਰ ਸਕਦਾ। ਦੂਜਾ ਹੋਇਆ, ਦੂਜੇ ਤੋਂ ਬਾਅਦ ਤਾਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਮਿਨੀਮਮ ਉਸ ਗਲਿਆਰੇ ਦੇ ਅੰਦਰ ਤਾਂ ਸਿਕਿਉਰਿਟੀ ਚਾਹੀਦੀ ਸੀ ਨਾ। ਮਤਲਬ ਜਿੱਥੇ ਅੱਜ ਕਾਂਡ ਹੋ ਗਿਆ ਉੱਥੇ ਸਿਕਿਉਰਿਟੀ ਲਾਤੀ, ਹੁਣ ਦੂਰੀ ਦੀ ਬੰਦਾ ਉੱਥੇ ਤੇ ਕਰੂਗਾ ਨਹੀਂ, ਠੀਕ ਹੈ ਨਾ, ਕਿਸੇ ਹੋਰ ਜਗ੍ਹਾ ਤੇ ਕਰੂਗਾ। ਤਾਂ ਇਹ ਕਿੱਡਾ ਵੱਡਾ ਫੇਲੀਅਰ ਹੈ, ਕਿਉਂਕਿ ਇਲੈਕਸ਼ਨਾਂ ਦੇ ਵਿੱਚ ਇੰਨੀ ਫੋਰਸ ਉਧਰ ਲਾਈ ਹੋਈ ਹੈ ਲੀਡਰਾਂ ਦੇ ਨਾਲ। ਜਿਹੜੀ ਸਰਕਾਰ ਪੰਜਾਬ ਦੀ ਇਸ ਵਕਤ ਇਹ ਵੀ ਬੜਾ ਦਾਅਵਾ ਕਰਦੀ ਸੀ ਨਾ ਵੀ ਸਿਕਿਉਰਿਟੀ ਦੀ ਸਾਨੂੰ ਲੋੜ ਨਹੀਂ, ਤਾਂ ਲੋਕਾਂ ਦੀ ਸੇਵਾ ਨੂੰ ਹੁੰਦੀ ਹੈ। ਔਰ ਜਿੱਥੇ ਲੋਕਾਂ ਨੇ ਦਰਸ਼ਨ ਵੇਲੇ ਸੰਗਤ ਨੇ ਕਰਨਾ ਹੋਣਾ ਉੱਥੇ ਧਮਾਕੇ ਹੋ ਰਹੇ ਨੇ, ਉੱਥੇ ਕੋਈ ਸਿਕਿਉਰਿਟੀ ਨਹੀਂ, ਉਸ ਤਰ੍ਹਾਂ ਦੀ ਸਿਕਿਉਰਿਟੀ ਨਹੀਂ ਜਿੰਨੀ ਲੋੜ ਹੈ। ਦੇਖੋ ਜੀ, ਮੈਂ ਇੱਥੇ ਕਹਿਣਾ ਚਾਹਾਂਗਾ ਜਿੰਨੇ ਵੀ ਇਹ ਬਲਾਸਟ ਕੀਤਾ, ਜਿਹੜੇ ਨੌਜਵਾਨ ਜਿਹੜੇ 5 ਜਾਣੇ ਨੇ, ਉਹਨਾਂ ਨੇ ਬੜੀ ਪਲੈਨਿੰਗ ਕੀਤੀ ਹੈ, ਜਾਂ ਜਿਸ ਤਰ੍ਹਾਂ ਉਹਨਾਂ ਨੂੰ ਕਿਹਾ ਗਿਆ ਉਹਨਾਂ ਨੇ ਆਪਣਾ ਦਿਮਾਗ ਲਾਇਆ ਕਿ ਉਹਨਾਂ ਦਾ ਪਿੱਛੇ ਕੋਈ ਦਿਮਾਗ ਚੱਲਿਆ, ਇਹਦੇ ਬਾਅਦ ਚ ਸਾਹਮਣੇ ਗੱਲਾਂ ਆਉਣਗੀਆਂ। ਲੇਕਿਨ ਫਿਲਹਾਲ ਜੋ ਦਿਮਾਗ ਲਗਾਇਆ ਗਿਆ, ਜਿਹੜੀ ਤੁਹਾਡੀ ਗੱਲ ਦੀ ਮੈਂ ਇਹ ਗੱਲ ਕਰ ਰਿਹਾ ਕਿ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਬਾਹਰ ਪੈਰੀਫਰੀ ਦੇ ਵਿੱਚ ਜਾਂ ਹਰਿਮੰਦਰ ਸਾਹਿਬ ਦੇ ਈਵਨ ਅੰਦਰ ਜਿਹੜਾ ਦਰਬਾਰ ਹੈ, ਦਰਬਾਰ ਦੇ ਵਿੱਚ ਵੀ ਜਿਹੜੀ ਹੈ ਸਾਦੇ ਕੱਪੜਿਆਂ ਦੇ ਵਿੱਚ ਪੁਲਿਸ ਤੈਨਾਤ ਹੁੰਦੀ ਹੈ। ਸੋ ਮੇਰੇ ਖਿਆਲ ਇਸੇ ਗੱਲ ਦਾ ਹੀ ਫਾਇਦਾ ਜਿਹੜਾ ਚੁੱਕਿਆ ਗਿਆ ਕਿ ਸਰਾਵਾਂ ਦੇ ਵਿੱਚ ਇੰਨੀ ਟਾਈਟ ਸਿਕਿਉਰਿਟੀ ਜਿਹੜੀ ਹੈ ਜਾਂ ਟਾਈਟ ਸਕਰੀਨਿੰਗ ਨਹੀਂ ਹੈ, ਜਿਸ ਦਾ ਫਾਇਦਾ ਚੁੱਕਿਆ ਗਿਆ। ਸਭ ਤੋਂ ਜ਼ਿਆਦਾ ਜਿਹੜੀ ਕਾਮਨ ਸਰਾਂ ਹੈ ਉਹ ਗੁਰੂ ਰਾਮਦਾਸ ਸਰਾਂ ਹੈ, ਕਿਉਂਕਿ ਬਾਕੀ ਸਰਾਵਾਂ ਜਿਹੜੀਆਂ ਨੇ ਬਾਅਦ ਚ ਬਣੀਆਂ ਨੇ, ਉਹ ਥੋੜੀਆਂ ਹਾਈਟੈਕ ਨੇ, ਉਹਦੇ ਵਿੱਚ ਕੈਮਰਾਜ਼ ਹੋਰ ਤਰੀਕੇ ਦੇ ਨਾਲ ਲੱਗੇ ਨੇ, ਉਹ ਹੋਰ ਤਰੀਕੇ ਦੇ ਨਵੇਂ ਤਰੀਕੇ ਦੀਆਂ ਬਣੀਆਂ ਨੇ, ਉੱਥੇ ਮੁਲਾਜ਼ਮ ਵੀ ਜ਼ਿਆਦਾ ਮਤਲਬ ਰਹਿੰਦੇ ਨੇ। ਇਹ ਉਹ ਸਰਾਂ ਹੈ, ਤੁਹਾਨੂੰ ਜੇ ਤੁਸੀਂ ਗਏ ਹੋਵੋਗੇ ਜਿਸ ਤਰ੍ਹਾਂ ਸਰਾਂ ਵਾਲੇ ਪਾਸੋਂ ਕਹਿੰਦੇ, ਜ਼ਿਆਦਾਤਰ ਸਰਾਂ ਵਾਲਾ ਦਰਵਾਜ਼ਾ ਕਹਿੰਦੇ ਉਹਨੂੰ,
ਤੇ ਉੱਥੋਂ ਜਦੋਂ ਸਮਾਂ ਬਿਲਕੁਲ ਆਪੋਜ਼ਿਟ ਹੈ, ਉੱਥੇ ਗੁਰੂ ਰਾਮਦਾਸ ਦਾ ਇੱਕ ਵੱਡਾ ਸਰੂਪ ਜਿਹੜਾ ਹੈ ਅੰਦਰ ਵਰਤਿਆ ਜਿਹੜਾ ਐਂਟਰ ਕਰਦੇ ਆਪਾਂ ਤੇ ਲੱਗਿਆ ਬਾਹਰ ਛਬੀਲ ਹੈ। ਸੋ ਉੱਥੇ ਬਹੁਤ ਜ਼ਿਆਦਾ ਜਿਹੜੀ ਸੰਗਤ ਹੈ ਉਹ ਛਬੀਲ ਦੇ ਪਾਣੀ ਵੀ ਪੀਂਦੀ ਹੁੰਦੀ ਹੈ। ਸੋ ਕੋਈ ਅੰਦਰ ਸਰਾਂ ਦੇ ਅੰਦਰ ਜਾ ਰਿਹਾ, ਕੋਈ ਸਰਾਂ ਦੇ ਬਾਹਰ ਆ ਰਿਹਾ। ਦੂਸਰੇ ਜਿਹੜੀਆਂ ਸਰਾਵਾਂ ਨੇ ਉਹਨਾਂ ਦੇ ਪ੍ਰੋਪਰ ਜਿਹੜੇ ਨੇ ਕਾਊਂਟਰ ਬਣੇ ਹੋਏ ਨੇ। ਉੱਥੇ ਅੰਦਰ ਕੋਈ ਜਾਂਦਾ ਹੈ ਤੇ ਨੋਟਿਸ ਹੋ ਜਾਂਦਾ ਕਿ ਬੰਦਾ ਅੰਦਰ ਜਾ ਰਿਹਾ, ਬੰਦਾ ਅੰਦਰ ਆ ਰਿਹਾ। ਲੇਕਿਨ ਉਸ ਗੁਰੂ ਰਾਮਦਾਸ ਸਰਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਜਿਹੜੀ ਹੈ ਗਹਿਮਾ ਗਹਿਮੀ ਕਹਿ ਸਕਦੇ ਆਪਾਂ ਸੰਗਤਾਂ ਦੀ ਹੁੰਦੀ ਹੈ ਕਿ ਉਹਦੇ ਵਿੱਚ ਬੰਦਾ ਕਿੰਨੇ ਬੰਦੇ ਆ ਕੇ ਕਿੰਨੇ ਚਲੇ ਗਏ ਪਤਾ ਹੀ ਨਹੀਂ ਚੱਲਦਾ। ਇਸੇ ਗੱਲ ਦਾ ਫਾਇਦਾ ਜਿਹੜਾ ਚੁੱਕਿਆ ਗਿਆ ਸਿਕਿਉਰਿਟੀ ਲੈਪਸ ਕਹਿ ਸਕਦੇ ਹਾਂ। ਹਾਂਜੀ, ਮਤਲਬ ਬਾਕੀ ਸਰਾਵਾਂ 'ਚ ਉਹੀ ਸੰਗਤ ਜਾਂਦੀ ਜਿਹਨੇ ਕਮਰਾ ਲੈਣਾ ਜਾਂ ਜਿਹਦੇ ਕੋਲ ਕਮਰਾ ਹੈਗਾ। ਗੁਰੂ ਰਾਮਦਾਸ ਸਰਾਂ ਅਜਿਹੀ ਹੈ ਜਿਹਦੇ ਕੋਲ ਕਮਰਾ ਹੈ ਵੀ ਨਹੀਂ, ਉਹ ਵੈਸੇ ਵੀ ਕਈ ਵਾਰੀ ਚੱਲ ਜਾਂਦਾ ਕਿਉਂਕਿ ਅੰਦਰ ਬਾਥਰੂਮ ਸਭ ਤੋਂ ਅੰਦਰ ਦਰਬਾਰ ਵੜਨਸਾਰ ਇੱਥੇ ਜਿਹਦਾ ਪਬਲਿਕ ਟਾਇਲਟ ਵਾਂਗ ਹੀ ਵਰਤਿਆ ਜਾਂਦਾ, ਅੱਧਾ ਬਾਜ਼ਾਰ ਵੀ ਉੱਥੇ ਜਾਂਦਾ, ਇਹ ਅਸੀਂ ਦੇਖਦੇ ਹਾਂ ਉੱਥੇ। ਹਾਂਜੀ, ਸੋ ਮੈਂ ਉਹੀ ਕਹਿ ਰਿਹਾ ਨਵੇਂ ਵੈਸੇ ਜਿਹੜਾ ਬਾਜ਼ਾਰ ਵਾਲਾ ਇੱਧਰ ਵਾਲਾ ਘੰਟਾ ਘਰ ਵਾਲਾ ਬਾਜ਼ਾਰ ਵਾਲਾ ਉਧਰ ਵਾਸਤੇ ਨਵੇਂ ਜਿਹੜੇ ਟਾਇਲਟਸ ਬਣੇ ਨੇ ਜਿਹੜੇ ਅਕਾਲ ਤਖਤ ਸਾਹਿਬ ਵਾਲੇ ਦੇ ਉਰਲੇ ਪਾਸੇ ਨੇ ਲੋਕ ਉਹ ਜ਼ਿਆਦਾਤਰ ਯੂਜ਼ ਕਰ ਲੈਂਦੇ ਨੇ। ਜਿਹੜੇ ਉਧਰਲੇ ਪਾਸੇ ਦੇ ਦੁਕਾਨਦਾਰ ਨੇ ਕਈ ਵਾਰ ਉਹ ਵੀ ਆ ਜਾਂਦੇ ਨੇ। ਕੁਝ ਸੰਗਤ ਜਿਹੜੀ ਹੈ ਮੰਨ ਲਓ ਜਿਹੜੀ ਬਾਹਰੋਂ ਆਈ ਹੈ ਜਿਹੜੇ ਉਹਨਾਂ ਨੇ ਵਾਸ਼ਰੂਮ ਜਾਣਾ ਤੇ ਉਹ ਫਿਰ ਵਾਸ਼ਰੂਮ ਜਾ ਕੇ ਫਿਰ ਆਪਣਾ ਫਰੈਸ਼ ਹੋ ਕੇ ਤੇ ਉਹ ਫਿਰ ਜਿਹੜਾ ਨਤਮਸਤਕ ਹੋਣ ਲਈ ਚਲੇ ਜਾਂਦੇ ਨੇ। ਜਿਨ੍ਹਾਂ ਨੂੰ ਪਤਾ ਹੈ, ਜਿਨ੍ਹਾਂ ਨੂੰ ਨਹੀਂ ਪਤਾ ਉਹ ਉੱਥੇ ਜਿੱਥੇ ਵੀ ਆਪਣਾ ਰੂਮ ਲਿਆ ਉਹਦੇ ਮੁਤਾਬਕ ਉਹ ਆਪਣਾ ਜਿਹੜਾ ਇਸ਼ਨਾਨ ਪਾਣੀ ਕਰ ਲੈਂਦੇ ਨੇ। ਲੇਕਿਨ ਮੈਂ ਤੁਹਾਨੂੰ ਦੱਸ ਰਿਹਾ ਵੀ ਅਗਲੇ ਨੇ ਜਿੱਥੇ ਪਲੈਨਿੰਗ ਬਣਾਈ ਹੈ ਉਹ ਇਸੇ ਹਿਸਾਬ ਨਾਲ ਬਣਾਈ ਹੈ ਕਿ ਵੀ ਜਿੱਥੇ ਸਿਕਿਉਰਿਟੀ ਬਹੁਤ ਘੱਟ ਹੈ ਜਾਂ ਜਿੱਥੇ ਚੈਕਿੰਗ ਬਹੁਤ ਘੱਟ ਹੈ ਉੱਥੇ ਹੀ ਜਾ ਕੇ ਉਹਨਾਂ ਨੇ ਆਪਣਾ ਜਿਹੜਾ ਕੰਮ ਜਿਹੜਾ ਕੀਤਾ। ਸੋ ਇੱਥੇ ਸਰਾਵਾਂ ਦੇ ਵਿੱਚ ਵੀ ਹੁਣ ਜਿਹੜੀ ਹੈ ਉਨੀ ਹੀ, ਕਿਉਂਕਿ ਲੋਕ ਜ਼ਿਆਦਾਤਰ ਸਰਾਵਾਂ ਕਈ ਦੇਖੋ ਜਿੰਨੀ 100 ਬੰਦਾ ਜੇ ਸਰਾਂ 'ਚ ਅੱਜ ਪੁੱਛਣ ਆਉਂਦਾ ਨਾ ਤੇ 50 ਨੂੰ ਰੂਮ ਮਿਲਦਾ, 50 ਦੇ ਵੈਸੇ ਹੀ ਚਲੇ ਜਾਂਦਾ। ਕਿਸੇ ਨੂੰ ਫੁੱਲ ਮਿਲਦੀ ਹੈ ਜਾਂ ਕਿਸੇ ਦੀ ਜੇ ਮੰਨ ਲਓ ਜੇ ਕਿਸੇ ਨੂੰ ਕਿਹਾ ਜਾਂਦਾ ਵੀ ਇਹਨਾਂ ਨੂੰ ਦੇ ਦਿਓ ਕਮਰਾ ਤੇ ਮਿਲ ਜਾਂਦਾ। ਕਈ ਵਾਰੀ ਉਹ ਪੁੱਛ ਪੱਛ ਕੇ ਚਲੇ ਜਾਂਦੇ ਨੇ, ਕਈਆਂ ਨੂੰ ਕਮਰਾ ਮਿਲਦਾ, 100 ਬੰਦਾ ਆਉਂਦਾ ਤੇ 50 ਨੂੰ ਮਿਲਦਾ ਨਹੀਂ, ਪਰ 100 ਬੰਦੇ ਦੀ ਉੱਥੇ ਫੁੱਟਫਾਲ ਹੋ ਜਾਂਦੀ ਹੈ ਇੰਨੇ ਚੀਜ਼। ਸੋ ਉੱਥੇ ਆਰਾਮ ਨਾਲ ਰੇਕੀ ਕੀਤੀ ਜਾ ਸਕਦੀ ਹੈ ਵੀ ਕਿੱਥੇ ਆਪਾਂ ਰਹਿ ਸਕਦੇ ਹਾਂ, ਕਿਹੜੀ ਸਰਾਂ ਸਹੀ ਹੈ, ਜਿੱਥੇ ਘੱਟ ਤੋਂ ਘੱਟ ਸਿਕਿਉਰਿਟੀ ਹੈ, ਜਿੱਥੇ ਅਸੀਂ ਆਪਣਾ ਕੰਮ ਬੜੀ ਆਸਾਨੀ ਨਾਲ ਕਰ ਸਕਦੇ ਹਾਂ, ਜਿੱਥੇ ਲੋਕ ਇੱਕ ਦੂਜੇ ਨੂੰ ਨੋਟਿਸ ਨਹੀਂ ਕਰਦੇ, ਜਿੱਥੇ ਕੋਈ ਟਾਸਕ ਫੋਰਸ ਦਾ ਬੰਦਾ ਬਹੁਤ ਘੱਟ ਹੁੰਦਾ ਹੈ, ਜਿੱਥੇ ਸਿਕਿਉਰਿਟੀ ਫੋਰਸਿਸ ਨਹੀਂ ਹੁੰਦੀਆਂ। ਸੋ ਇਹ ਉਹ ਇਲਾਕਾ ਜਿਹੜਾ ਹੈ ਉਹ ਏਰੀਆ ਜਿਹੜਾ ਚੁਣਿਆ ਗਿਆ ਜਿੱਥੇ ਕਿ ਭੀੜ ਭਾੜ ਵੀ ਹੁੰਦੀ ਹੈ ਤੇ ਲੋਕੀ ਇੱਕ ਦੂਜੇ ਵੱਲ ਵੇਂਦੇ ਵੀ ਨਹੀਂ ਵੀ ਕੌਣ ਆ ਰਿਹਾ ਕੌਣ ਜਾ ਰਿਹਾ। ਜਿਵੇਂ ਕਿ ਆਮ ਕਹਾਵਤ ਅਸੀਂ ਕਹਿੰਦੇ ਵੀ ਇਹ ਸਰਾਂ ਜਿਹੜਾ ਮੂੰਹ ਚੁੱਕਿਆ ਆ ਗਿਆ, ਉਹ ਉੱਥੇ ਆਪਾਂ ਉਹ ਹਿਸਾਬ ਜਿਹੜਾ ਨਜ਼ਰ ਆਉਂਦਾ ਕਿ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਏਡਾ ਲੰਬਾ ਚੌੜਾ। ਸੋ ਗੁਰੂ ਘਰਾਂ ਦੇ ਵਿੱਚ ਹੁੰਦਾ ਵੀ ਇਸ ਤਰ੍ਹਾਂ, ਪਰ ਇੱਥੇ ਇਹ ਮੁਕੱਦਸ ਸਥਾਨ ਜਿਹੜਾ ਉਹ ਹੈ ਜਿੱਥੇ ਕਿ ਬਹੁਤ ਜ਼ਿਆਦਾ ਸਿਕਿਉਰਿਟੀ ਦੀ ਅੱਜ ਜ਼ਰੂਰਤ ਹੈ। ਜੋ ਘਟਨਾਵਾਂ ਇੱਥੇ ਬੀਤੀਆਂ, ਸੋ ਸਰਾਵਾਂ ਦੀ ਸਿਕਿਉਰਿਟੀ ਖਾਸ ਕਰਕੇ ਗੁਰੂ ਰਾਮਦਾਸ ਸਰਾਂ ਦੀ, ਕਿਉਂਕਿ ਸਭ ਤੋਂ ਨਜ਼ਦੀਕ ਹੈ ਹਰਿਮੰਦਰ ਸਾਹਿਬ ਦੇ ਸਭ ਤੋਂ ਨਜ਼ਦੀਕ ਸਰਾਂ ਜਿਹੜੀ ਆ ਗੁਰੂ ਰਾਮਦਾਸ ਸਰਾਂ ਹੀ ਹੈ। ਜਿਹੜਾ ਗੇਟ ਦੀ ਗੱਲ ਕਰੀਏ ਆਪਾਂ ਤੇ ਸਭ ਤੋਂ ਇਹੀ ਹੈ, ਸਭ ਤੋਂ ਇਹਦੀ ਸਿਕਿਉਰਿਟੀ ਸਭ ਤੋਂ ਵੱਧ ਹੋਣੀ ਚਾਹੀਦੀ। ਸਭ ਤੋਂ ਪੁਰਾਣੀ ਸਰਾਂ ਵੀ ਇਹੀ ਹੈ ਤੇ ਸਭ ਤੋਂ ਨਜ਼ਦੀਕ ਵੀ ਇਹੋ ਹੀ ਹੈ। ਤੇ ਦੂਸਰੀਆਂ ਸਰਾਵਾਂ ਦੀ ਵੀ ਜਿਹੜੀ ਆ ਉਹ ਇਸ ਤਰ੍ਹਾਂ ਹੀ ਸਿਕਿਉਰਿਟੀ ਵੱਧ ਹੋਣੀ ਚਾਹੀਦੀ ਹੈ। ਉੱਥੇ ਇਕਵਿਪਮੈਂਟਸ ਜਲਦੀ ਲੱਗ ਸਕਦੇ ਨੇ। ਇਹ ਪੁਰਾਣੀ ਬਿਲਡਿੰਗ ਹੋਣ ਕਰਕੇ ਹੋ ਸਕਦਾ ਇੱਥੇ ਕਮੀ ਉੱਥੇ ਕੋਈ ਪਰੇਸ਼ਾਨੀ ਆਵੇ, ਪਰ ਸੁਰੱਖਿਆ ਇੱਥੇ ਚੌਕ ਚੌਬੰਦ ਕਰਨਾ ਹੋਰ ਜ਼ਿਆਦਾ ਜ਼ਰੂਰੀ ਹੋ ਗਿਆ ਜੀ। ਤਾਂ ਕੀ ਲੱਗਦਾ ਤੁਹਾਨੂੰ ਕਿ ਸ਼੍ਰੋਮਣੀ ਕਮੇਟੀ ਚਲੋ ਸਰਕਾਰ ਵਾਸਤੇ ਵੀ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਤਰ੍ਹਾਂ ਦੇ ਜਿਹੜਾ ਹੈਗਾ ਧਾਰਮਿਕ ਅਸਥਾਨ ਦੀ ਜਿਹੜੀ ਹੈ ਉਹ ਜਿਹੜੀ ਹੈਗੀ ਸੁਰੱਖਿਆ ਪਹਿਰੇਦਾਰੀ ਜਿਹੜੀ ਕਰਨੀ, ਤਾਂ ਸ਼੍ਰੋਮਣੀ ਕਮੇਟੀ ਵਾਸਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਲਗਾਤਾਰ ਘਟਨਾਵਾਂ ਘਟ ਰਹੀਆਂ ਨੇ। ਜਿੱਦਾਂ ਉਹ ਤਰੰਗੇ ਇੱਥੇ ਝੰਡੇ ਵਾਲੀ ਜਿਹੜੀ ਘਟਨਾ ਸੀਗੀ, ਉਸ ਤੋਂ ਬਾਅਦ ਦਰਸ਼ਨੀ ਡਿਊਟੀ ਦੇ ਬਾਹਰ ਇੱਕ ਜਿਹੜੀ ਹੈਗੀ ਔਰਤ ਨੇ ਰੌਲਾ ਪਾਇਆ ਸੀ ਪਿੱਛੇ ਜੇ ਵੀਡੀਓ ਕੁਝ ਚੈਨਲਾਂ ਨੇ ਉਹਨਾਂ ਦੇ ਘਰ ਜਾ ਕੇ ਵੀਡੀਓ ਵੀ ਇੰਟਰਵਿਊ ਕੀਤੀ ਸੀ ਨਾ, ਉਹ ਹੋ ਗਈ ਜਾਂ ਇਹ ਹੋ ਗਈ, ਇਹ ਤੇ ਹੱਦ ਹੀ ਪਾਰ ਹੋ ਗਈ, ਬੰਬ ਧਮਾਕਾ ਹੀ ਕਰ ਦਿੱਤਾ। ਮਤਲਬ ਇਸ ਤੋਂ ਬਾਅਦ ਐਸਜੀਪੀਸੀ ਵਾਸਤੇ ਕੀ ਜ਼ਿੰਮੇਵਾਰੀ? ਤਾਂ ਹੁਣ ਦਿੱਲੀ ਮੈਟਰੋ ਅਸੀਂ ਜਾਂਦੇ ਹਾਂ ਉੱਥੇ ਉਹ ਜਿਹੜਾ 에ਅਰਪੋਰਟ ਤੇ ਲੱਗੇ ਹੁੰਦੇ ਵਿੱਚ ਤੁਸੀਂ ਛੋਟਾ ਜਿਹਾ ਲੱਗੇਜ ਬੈਗ ਵੀ ਲੈ ਕੇ ਜਾਣਾ ਤਾਂ ਉਹਦੇ ਵਿੱਚੋਂ ਉਹ ਲੰਘੇਗਾ, ਸਕੈਨ ਹੋਏਗਾ। ਜੇ ਚਾਰਜਰ ਆ ਤਾਂ ਦਿਸ ਜਾਣਾ, ਜੇ ਕਿਰਪਾਨ ਪਾਈ ਵਿੱਚ ਦਿਸ ਜਾਣਾ, ਜੇ ਚਾਕਲੇਟ ਪਏ ਉਹ ਵੀ ਬਾਹਰ ਦਿਸ ਜਾਣੇ ਆ। ਤਾਂ ਕੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਕੋਈ ਐਸਜੀਪੀਸੀ ਇਸ ਤਰ੍ਹਾਂ ਦੇ ਜਿਹੜੇ ਯੰਤਰ ਹੈਗੇ ਆ ਉਹ ਉੱਥੇ ਉਹਨਾਂ ਦੀ ਕਰਨਾ ਉਹਨਾਂ ਨੂੰ ਲਾਉਣਾ ਮਜਬੂਰੀ ਬਣ ਜਾਊਗਾ? ਹਾਲਾਂਕਿ ਅੱਜ ਤੱਕ ਇਸ ਤਰ੍ਹਾਂ ਦੇ ਹਾਲਾਤ ਕਦੇ ਵੀ ਨਹੀਂ ਸੀ ਬਣੇ। ਪੂਰੇ ਭਾਰਤ ਦੇ ਵਿੱਚ ਬੜੇ ਮਾੜੇ ਚੰਗੇ ਹਾਲਾਤ ਬਣਦੇ ਰਹੇ ਆ। ਦੇਖੋ ਕਈ ਸਟੇਟਾਂ ਦੇ ਵਿੱਚ ਜਿਹੜੇ ਆ ਬੜੇ ਸੰਪਰਦਾਇ ਦੰਗੇ ਹੁੰਦੇ ਰਹੇ ਆ, ਬਲਾਤਕਾਰ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਨੇ। ਪੰਜਾਬ 'ਚ ਵੀ ਕਈ ਵਾਰ ਜਿਹੜੇ ਹੈਗੇ ਹਫੜਾ ਦਫੜੀ ਹੁੰਦੀ ਰਹੀ ਹੈ, ਅੱਗਾਂ ਲੱਗਦੀਆਂ ਰਹੀਆਂ ਨੇ, ਗੋਲੀਆਂ ਵੀ ਚੱਲਦੀਆਂ, ਪਰ ਦਰਬਾਰ ਸਾਹਿਬ ਕਦੇ ਇਸ ਤਰ੍ਹਾਂ ਦੀ ਘਟਨਾ ਨਹੀਂ ਸੀ ਵਾਪਰੀ। ਡੇਰਾ ਸਰਸਾ ਦਾ ਰੌਲਾ ਸੀਗਾ ਜਾਂ ਉਸ ਤੋਂ ਪਹਿਲਾਂ ਸਿੱਖਾਂ ਦੇ ਕਈ ਡੇਰਿਆਂ ਨਾਲ ਜਿਹੜੇ ਹੈਗੇ ਆ ਰਹੇ ਨੇ ਆਪਸੀ ਜਿਹੜੇ ਟਕਰਾਓ, ਪਰ ਉਹਨਾਂ ਸਮਿਆਂ ਦੇ ਵਿੱਚ ਵੀ ਕਦੇ ਦਰਬਾਰ ਸਾਹਿਬ ਦੇ ਉੱਤੇ ਕਿਸੇ ਨੇ ਇਸ ਤਰ੍ਹਾਂ ਮੈਲੀ ਅੱਖ ਨਾਲ ਨਹੀਂ ਸੀ ਵੇਖਿਆ, ਇਸ ਤਰ੍ਹਾਂ ਦੀ ਕਰਤੂਤ ਕਰਨ ਦੀ ਨਹੀਂ ਸੀ ਕੋਸ਼ਿਸ਼ ਕੀਤੀ। ਔਰ ਹੁਣ ਇਹ ਬੜਾ ਦੁਖਦਾਈ ਵੀ ਆ, ਸ਼ਰਮਨਾਕ ਵੀ ਵੀ ਸਿੱਖ ਪਹਿਰਾਵੇ ਦੇ ਵਿੱਚ ਜਿਹੜੇ ਨੇ ਇਹ ਬੰਦੇ, ਨਾਮ ਮਗਰ ਸਿੰਘ ਲੱਗਦਾ, ਉਹਦਾ ਬ੍ਰਦਰ ਇਹ ਵੀ ਦੱਸ ਰਿਹਾ ਵੀ ਅਮਰੀਕ ਨੇ ਅੰਮ੍ਰਿਤ ਛਕ ਲਿਆ ਸੀ ਪਹਿਲਾਂ। ਮਤਲਬ ਇਹਦੇ ਪਿੱਛੇ ਕੀ ਹੈ? ਇਹ ਤੇ ਬੜੀ ਅਜੇ ਜਿਹੜਾ ਹੈਗਾ ਜਿਹੜੀ ਜਾਂਚ ਕੋਲ ਪੁਲਿਸ ਦੱਸੇਗੀ, ਉਸ ਤੋਂ ਬਾਅਦ ਹੀ ਮੀਡੀਆ ਵੀ ਆਪਣੇ ਤੌਰ ਤੇ ਜਿਹੜਾ ਪੁੱਛਗਿੱਛ ਫਿਰ ਛਾਣਬੀਨ ਕਰਦਾ ਵੀ ਆਖਿਰ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਹੋਇਆ। ਮਤਲਬ ਕੀ ਲੱਗਦਾ ਸ਼੍ਰੋਮਣੀ ਕਮੇਟੀ ਹੁਣ ਉੱਥੇ ਸਕਰੀਨਿੰਗ ਲਈ ਕੋਈ ਯੰਤਰ ਵਗੈਰਾ ਲਾਉਣੇ ਚਾਹੀਦੇ ਨੇ ਜਾਂ ਇਹ ਸਮਾਂ ਮੰਗ ਕਰਦਾ ਇਸ ਤਰ੍ਹਾਂ ਦੀ, ਜਾਂ ਸਰਕਾਰ ਕੁਝ ਮਦਦ ਕਰੇ? ਕਿਉਂਕਿ ਸਰਕਾਰ ਵੀ ਦਾਅਵਾ ਕਰਦੀ ਵੀ ਅਸੀਂ ਇਹਨਾਂ ਸਥਾਨਾਂ ਦੀ ਜਿਹੜੀ ਰੱਖਿਆ ਵਾਸਤੇ ਫੋਰਸਾਂ ਦਿੱਤੀਆਂ ਹੋਈਆਂ ਨੇ, ਜਾਂ ਇਕੱਲੇ ਉਹ CID ਲੈਣ ਵਾਸਤੇ ਛੱਡੇ ਨੇ ਵੀ ਉੱਥੇ ਕੀ ਹੋ ਰਿਹਾ ਜਾਂ ਕੀ ਹੋ ਰਿਹਾ?
हाँ जी, बिल्कुल जसवीर जी, ਜਿਹੜੀ ਸਮੇਂ ਦੀ ਜਿਹੜੀ ਮੰਗ ਹੈ, ਪਹਿਲੀ ਗੱਲ ਤੇ ਮੈਂ ਆਵਾਂਗਾ ਕਿ ਇੱਕ ਬਹੁਤ ਸ਼ਰਮਨਾਕ ਘਟਨਾ ਹੈ ਕਿ ਇੱਕ ਸਿੱਖ ਚਿਹਰਿਆਂ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਗਈਆਂ, ਕੋਈ ਟੈਰਰਿਸਟ ਗਰੁੱਪ ਵੀ ਅੱਜ ਤੱਕ, ਈਵਨ ਕਿ ਇੰਡੋ ਪਾਕ ਜਿਹੜੀਆਂ ਲੜਾਈਆਂ ਵੀ ਹੋਈਆਂ ਨੇ ਉਹਦੇ ਵਿੱਚ ਵੀ ਜਰਨੈਲਾਂ ਨੇ ਦਰਬਾਰ ਸਾਹਿਬ ਤੇ ਬੰਬ ਸੁੱਟਣ ਤੋਂ ਮਨਾ ਕਰਤਾ ਸੀ। ਇਤਿਹਾਸ ਗਵਾਹ ਇਸ ਗੱਲ ਦਾ। ਸੋ ਇਸ ਉਹਨਾਂ ਨੂੰ ਵੀ ਪਤਾ ਕਿ ਇੱਥੇ ਜੇ ਕੁਝ ਕੀਤਾ ਤੇ ਸਾਡਾ ਹਸ਼ਰ ਕੀ ਹੋਊਗਾ। ਸੋ ਜੋ ਅੱਜ ਘਟਨਾ ਹੋਈ ਹੈ ਉਹਦੇ ਪਿੱਛੇ ਕੀ ਮਕਸਦ ਸੀ, ਕਿੰਨੇ ਵਰਗਲਾ ਕੇ ਕੀਤਾ ਜਾਂ ਕਿਸੇ ਦੇ ਕਹਿਣ ਤੇ ਕੀਤਾ ਗਿਆ ਜਾਂ ਆਪਣੇ ਤੌਰ ਤੇ ਹੀ ਕੀਤਾ ਗਿਆ, 5 ਲੋਕ ਕਿਵੇਂ ਇਕੱਠੇ ਹੋਏ, ਕਿਵੇਂ ਉਹਨਾਂ ਨੇ ਵਿਉਂਤਬੰਦੀ ਕਰਾਈ। ਕਿਉਂਕਿ ਦੇਖੋ ਵੱਡੀ ਗੱਲ ਹੈ ਕਿ ਆਪਣੇ ਹੀ ਸ਼ਹਿਰ ਦੇ ਬੰਦੇ, ਸਿਰਫ ਇੱਕ ਬੰਦਾ ਬਾਹਰ ਦਾ ਗੁਰਦਾਸਪੁਰ ਦਾ, ਤੇ ਵੱਡੀ ਗੱਲ ਹੈਗੀ ਹੈ ਵੀ ਸਿੱਖ ਧਰਮ ਤੇ ਹੈ ਹੀ ਹੈ। ਤੁਸੀਂ ਇਹ ਦੇਖੋ ਵੀ ਸ਼ਹਿਰ ਵੀ ਇੱਕੋ ਹੀ ਹੈ। ਦੇਖੋ ਬਾਬਾ ਬਕਾਲਾ ਸਾਹਿਬ ਵੀ ਅੰਮ੍ਰਿਤਸਰ ਡਿਸਟ੍ਰਿਕਟ 'ਚ ਹੀ ਪੈਂਦਾ ਹੈ ਜੀ, ਤੇ ਜਿਹੜਾ 89 ਫੁੱਟ ਰੋਡ ਦੱਸਿਆ ਉਹ ਵੀ ਅੰਮ੍ਰਿਤਸਰ ਦਾ ਇੱਕ ਸਿਟੀ ਦਾ ਇਲਾਕਾ। ਜਿਹੜਾ ਸਾਹਿਬ ਸਿੰਘ ਹੈ ਜਿਹਦੇ ਐਕਸਪਲੋਸਿਵ ਦਾ ਜਿਹਦੇ ਕੋਲ ਲਾਇਸੈਂਸ ਹੈ, ਜਿਹਦੇ ਕੋਲ ਪਟਾਕਿਆਂ ਦਾ ਲਾਇਸੈਂਸ ਹੈ, ਉਹ ਵੀ ਅੰਮ੍ਰਿਤਸਰ ਦਾ। ਸੋ ਉਹ ਕੀ ਸੋਚ ਕੇ ਉਹਨਾਂ ਨੇ ਕੀਤਾ, ਕਿਉਂ ਕੀਤਾ, ਕਾਰਨ ਉਹ ਵੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਕੀਤਾ। ਬੜੀ ਹੈਰਾਨੀ ਔਰ ਸ਼ਰਮਨਾਕ ਵਾਲੀ ਗੱਲ ਹੈ। ਦੂਸਰੀ ਗੱਲ ਰਹੀ ਸਿਕਿਉਰਿਟੀ ਦੀ ਅੱਜ ਤੱਕ ਜਿਹੜਾ ਨਹੀਂ ਹੋਇਆ ਉਹ ਅੱਜ ਹੋ ਗਿਆ। ਸੋ ਸਾਨੂੰ ਅੱਜ ਲੋੜ ਹੈ ਇਹਨੂੰ ਵੇਖਦਿਆਂ ਹੋਇਆ ਆਧਾਰ ਬਣਾ ਕੇ ਇਸ ਗੱਲ ਨੂੰ ਅਸੀਂ ਸਤਰਕ ਹੋ ਜਾਈਏ। ਮੈਂ ਤੇ ਇਹੋ ਕਹਾਂਗਾ, ਸ਼੍ਰੋਮਣੀ ਕਮੇਟੀ ਸਮਰੱਥ ਹੈ, ਸਾਰੇ ਕੰਮ ਕਰ ਸਕਦੀ ਹੈ। ਕੋਈ ਮਹਿੰਗੇ ਤੋਂ ਮਹਿੰਗਾ ਇਕਵਿਪਮੈਂਟ ਹੈ ਜਾਂ ਕੋਈ ਡਿਵਾਈਸ ਹੈ, ਸ਼੍ਰੋਮਣੀ ਕਮੇਟੀ ਬੜੇ ਹੀ ਆਸਾਨੀ ਦੇ ਨਾਲ ਲਗਾ ਸਕਦੀ ਹੈ। ਗੁਰੂ ਸਾਹਿਬ ਦੀ ਕਿਰਪਾ ਬੜੀ ਹੈ। ਸੋ ਸੰਗਤ ਨੇ ਖੁੱਲਾ ਜਿਹੜਾ ਚੜਾਵਾ ਦੇਸ਼ਾਂ ਵਿਦੇਸ਼ਾਂ ਤੋਂ, ਈਵਨ ਕਿ ਇਕੱਲੇ ਸਿੱਖ ਧਰਮ ਤੋਂ ਨਹੀਂ, ਪਤਾ ਨਹੀਂ ਕਿਹੜੇ ਧਰਮਾਂ ਤੋਂ, ਕਿਹੜੀ ਜਾਤੀਆਂ ਤੋਂ, ਜਿਨ੍ਹਾਂ ਦੀ ਮੰਗਾਂ ਹੈ ਇੱਥੇ ਆ ਕੇ ਪੂਰੀਆਂ ਹੁੰਦੀਆਂ ਨੇ, ਤੇ ਜਿਹੜੇ ਇੱਥੇ ਸ਼ਰਧਾਵਾਨ ਨੇ ਉਹ ਕਿੱਥੋਂ ਭੇਜਦੇ ਨੇ, ਤੇ ਕਿੰਨਾ ਚੜਾਵਾਂ ਦਾ ਐਸਜੀਪੀਸੀ ਦਾ ਅਰਬਾਂ ਰੁਪਏ ਦਾ ਸਰਕਾਰ ਜਿੰਨਾ ਬਜਟ ਹੈ ਤੇ ਬਿਲਕੁਲ ਸਮਰੱਥ ਹੈ। ਦੂਸਰੀ ਰਹੀ ਗੱਲ ਸਰਕਾਰ ਦੀ ਔਰ ਐਸਜੀਪੀਸੀ ਦੀ ਇਹ ਰਲਵੀਂ ਕਲੈਕਟਿਵ ਜਿਹੜੀ ਹੈ ਉਹ ਐਫਰਟ ਹੋਣਾ ਚਾਹੀਦਾ ਕਿ ਇਹਨੂੰ ਕਿਸ ਤਰ੍ਹਾਂ ਕੀਤਾ ਜਾ ਸਕਦਾ। ਜਿਹੜੀ ਗੱਲ ਤੁਸੀਂ ਕਹੀ ਹੈ ਠੀਕ ਗੱਲ ਹੈ ਬਿਲਕੁਲ ਤੁਹਾਡੀ, ਉੱਥੇ ਫੋਰਸ ਵੀ ਚਾਹੀਦੀ ਹੈ, ਤੇ ਫੋਰਸ ਜਿਹੜੀ ਹੈ ਟਾਸਕ ਫੋਰਸ ਐਸਜੀਪੀਸੀ ਕੋ ਪਹਿਲੇ ਹੈਗੀ ਹੈ। ਉਹਦੇ ਵਿੱਚ ਜੇ ਵਾਧਾ ਕਰਨ ਦੀ ਜ਼ਰੂਰਤ ਹੈ ਤਾਂ ਉਹ 'ਚ ਵਾਧਾ ਕੀਤਾ ਜਾਵੇ, ਜੇ ਕੁਝ ਬੰਦੇ ਡਿਪਲੋਏ ਪੱਕੇ ਕਰਨ ਦੀ ਜ਼ਰੂਰਤ ਹੈ ਤੇ ਉੱਥੇ ਪੱਕੇ ਕਰਕੇ ਲਾਏ ਜਾਣ। ਕਿਉਂਕਿ ਉਹ ਫੋਰਸ ਏਦਾਂ ਦੀ ਕਿ ਜਿੱਥੇ ਕੋਈ ਵਹਿਣ ਵਹਿੰਦਾ ਹੋਵੇ ਉੱਧਰ ਨੂੰ ਚਲੇ ਜਾਂਦੇ, ਉਹ ਜਿੱਥੇ ਕੋਈ ਲੋੜ ਹੋਵੇ ਉੱਧਰ ਨੂੰ ਚਲੇ ਜਾਂਦੇ, ਕੋਈ ਫਿਕਸ ਜਗ੍ਹਾ ਨਹੀਂ ਉਹਨਾਂ ਨੇ ਫਿਕਸ ਕੀਤੀ ਹੋਈ। ਸੋ ਇੱਕ ਜਗ੍ਹਾ ਫਿਕਸ ਕਰਨੀ ਪਊਗੀ, ਉਹ ਉਸ ਤੋਂ ਬਾਅਦ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਫਿਕਸ ਕਰਨੀ ਪਏਗੀ। ਤੀਸਰੀ ਮੈਂ ਗੱਲ ਕਹਾਂਗਾ ਸੰਗਤ ਦੀ, ਤੁਸੀਂ ਜਿੰਨੀ ਵੀ ਹੋਰ ਸੰਗਤ ਜਾਂਦੀ ਹੈ, ਅਸੀਂ ਵੀ ਸਾਰੇ ਸ਼ਰਧਾਵਾਨ ਹਾਂ, ਮੈਂ ਖੁਦ ਅੰਮ੍ਰਿਤਸਰ ਰਹਿਣਾ। ਸੋ ਅਸੀਂ ਜਦੋਂ ਜਾਂਦੇ ਹਾਂ ਜ਼ਿਆਦਾਤਰ ਖਬਰ ਵਾਸਤੇ ਜਾਂ ਕੋਈ ਆ ਗਿਆ ਜਾਂ ਕੋਈ ਨਤਮਸਤਕ ਹੋਣ ਲਈ ਆ ਗਿਆ ਜਾਂ ਕੋਈ ਇਹੋ ਜਿਹੀ ਘਟਨਾ ਹੋ ਗਈ ਤੇ ਤਾਂ ਵੀ ਜਾਂਦੇ ਹਾਂ, ਤੇ ਅਦਰਵਾਈਜ਼ ਬਹੁਤ ਘੱਟ ਪਰਿਵਾਰ ਨਾਲ ਸਮਾਂ ਮਿਲਦਾ ਹੈ ਉੱਥੇ ਜਾਣ ਦਾ। ਪਰ ਫਿਰ ਵੀ ਜਿੰਨੀ ਕੋਸ਼ਿਸ਼ ਹੁੰਦੀ ਹੈ ਵੀ ਉੱਥੇ ਨਤਮਸਤਕ ਹੋਇਆ ਜਾਵੇ। ਸਾਡੀ ਵੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਜਿਹੜਾ ਹੈ ਉਹ ਵੇਖੀਏ। ਕੋਈ ਦੇਖੋ ਜਦੋਂ ਅਸੀਂ ਇੰਨਾ ਕੁ ਵਿਚਰਦੇ ਹਾਂ, ਲੋਕ ਜਿਹੜੇ ਬਾਹਰ ਖਾਸ ਕਰਕੇ ਲੋਕ ਵਿਚਰਦੇ ਨੇ, ਜਿਹੜੇ ਦੁਕਾਨਦਾਰ ਨੇ, ਉਹ ਭਾਂਤ ਦੇ ਲੋਕਾਂ ਨੂੰ ਮਿਲਦੇ ਨੇ। ਕਾਫੀ ਲੋਕ ਜ਼ਿਆਦਾਤਰ ਜਿਹੜੇ ਮੇਲਸ ਨੇ ਉਹਨਾਂ ਨੂੰ ਜ਼ਿਆਦਾਤਰ ਪਤਾ ਹੁੰਦਾ ਹੈ ਜਾਂ ਤੇ ਕੋਈ ਨੌਕਰੀ ਕਰ ਰਿਹਾ, ਨੌਕਰੀ ਪੇਸ਼ਾ ਹੈ, ਜਾਂ ਕੋਈ ਵਪਾਰ ਕਰ ਰਿਹਾ ਹੈ ਨਾ। ਜੇ ਦੋਵੇਂ ਕੰਡੀਸ਼ਨ ਦੇ ਵਿੱਚ ਹੀ ਜਿਹੜਾ ਬੰਦਾ ਬਾਹਰ ਜਾਂਦਾ ਭਾਂਤ ਦੇ ਲੋਕਾਂ ਨੂੰ ਮਿਲਦਾ, ਤੇ ਆਈਡੀਆ ਹਰ ਇੱਕ ਬੰਦੇ ਨੂੰ ਹੋ ਜਾਂਦਾ ਕਿ ਇਹ ਬੰਦਾ ਕਿਸ ਤਰ੍ਹਾਂ ਦਾ ਲੱਗ ਰਿਹਾ, ਸਹੀ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ। ਸੋ ਆਪਾਂ ਵੀ ਸਤਰਕ ਰਹੀਏ ਹੈ ਨਾ। ਜੇਕਰ ਉਹਦੇ ਕੋਈ ਸ਼ੱਕੀ ਚੀਜ਼ ਨਜ਼ਰ ਆਉਂਦੀ ਹੈ, ਸ਼ੱਕੀ ਬੈਗ ਨਜ਼ਰ ਆਉਂਦਾ ਹੈ, ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ, ਪੁਲਿਸ ਨੂੰ ਕਰੀਏ ਇਨਫੋਰਮ, ਟਾਸਕ ਫੋਰਸ ਨੂੰ ਕਰੀਏ ਇਨਫੋਰਮ। ਕੋਈ ਇਹਨਾਂ ਦਾ ਟਾਸਕ ਫੋਰਸ ਦਾ ਵੀ ਨੰਬਰ ਜਾਂ ਟਿਕਾਣਾ ਹੋਣਾ ਚਾਹੀਦਾ ਜਿੱਥੇ ਕਿ ਸੰਗਤ ਕਹਿ ਸਕੇ ਜੀ ਇਹ ਸ਼ੱਕੀ ਬੰਦਾ ਸਾਨੂੰ ਨਜ਼ਰ ਆਇਆ ਇੱਥੇ, ਜਾਂ ਸ਼ੱਕੀ ਚੀਜ਼ ਆਈ ਹੈ, ਸਾਨੂੰ ਆਹ ਨੰਬਰ ਹੈ ਐਸਜੀਪੀਸੀ ਵੱਲੋਂ, ਇਹ ਜਾਰੀ ਹੋਣਾ ਚਾਹੀਦਾ ਹੈ। ਜਾਂ ਉੱਥੇ ਇੱਕ ਕੈਨੋਪੀ ਲੱਗੀ ਹੋਣੀ ਚਾਹੀਦੀ ਹੈ, ਜਾਂ ਇਨਫੋਰਮੇਸ਼ਨ ਦਫ਼ਤਰ ਵਿੱਚ ਉਹਦੀ ਜਿਹੜੀ ਹੈ ਉਹ ਪਹੁੰਚਾਈ ਜਾ ਸਕਦੀ ਹੈ, ਜਾਂ ਚਾਰੋਂ ਪਾਸੇ ਇੱਕ ਦਫ਼ਤਰ ਜਾਂ ਇੱਕ ਨੰਬਰ ਹੋਣਾ ਚਾਹੀਦਾ ਜਿੱਥੇ ਕਿ ਹੈਲਪਲਾਈਨ ਨੰਬਰ ਹੋਣਾ ਚਾਹੀਦਾ ਐਸਜੀਪੀਸੀ ਵੱਲੋਂ, ਜਿੱਥੇ ਕਿ ਲੋਕ ਕਹਿ ਸਕਣ ਜੀ ਹਾਂ ਸਾਡੀ ਇਹ ਸ਼ਿਕਾਇਤ ਹੈ, ਇਹ ਗ੍ਰੀਵੈਂਸ ਹੈ। ਮੇਰੇ ਖਿਆਲ ਇਹਦੇ ਨਾਲ ਪ੍ਰਬੰਧ ਵੀ ਸਹੀ ਹੋਏਗਾ। ਮੇਰੇ ਖਿਆਲ ਜੇਕਰ ਉਹ ਹੈਲਪਲਾਈਨ ਨੰਬਰ ਐਸਜੀਪੀਸੀ ਅੱਜ ਜਾਰੀ ਕਰਦੀ ਹੈ ਤੇ ਕੰਟਰੋਲ ਰੂਮ ਬਣਾ ਕੇ ਪ੍ਰੋਪਰ, ਕਿਉਂਕਿ ਕੰਟਰੋਲ ਰੂਮ ਆਲਰੇਡੀ ਬਣਿਆ ਪਿਆ ਇਹਨਾਂ ਦਾ, ਜੇਕਰ ਜਿੱਥੇ ਮੇਨ ਦਫ਼ਤਰ ਹੈ, ਜੇ ਉੱਥੇ ਨਾਲ ਇੱਕ ਹੋਰ ਕੰਟਰੋਲ ਰੂਮ ਸੈਟਅਪ ਕਰ ਲਿੱਤਾ ਜਾਵੇ ਜਿੱਥੇ ਹੈਲਪਲਾਈਨ ਨੰਬਰ ਤੋਂ ਫੋਨ ਆ, ਤੇ ਮੇਰੇ ਖਿਆਲ ਸਮਰੱਥ ਹੈ ਐਸਜੀਪੀਸੀ ਇਸ ਵਿੱਚ, ਬੰਦੇ ਵੀ ਮੈਨ ਫੋਰਸ ਵੀ ਉਹਨਾਂ ਕੋਲ, ਤੇ ਬਿੱਲ ਭਰਨ ਦੀ ਸਮਰੱਥਾ ਵੀ ਰੱਖਦੀ ਹੈ, ਐਕਸਚੇਂਜ ਲਾਉਣ ਦੀ ਸਮਰੱਥਾ ਵੀ ਰੱਖਦੀ ਹੈ। ਤੇ ਜੇਕਰ ਕੋਈ ਮੰਨ ਲਓ 100 ਪਿੱਛੇ ਕੋਈ ਇਹੋ ਜਿਹਾ ਫੋਨ ਆ ਗਿਆ ਜਿਹੜਾ ਕਿ ਵਾਕਈ ਅਸੀਂ ਫੋਨ ਦੇ ਜਿਹੜਾ ਆਧਾਰ ਦੇ ਉੱਤੇ ਉਸ ਵਿਅਕਤੀ ਨੂੰ, ਉਸ ਘਟਨਾ ਨੂੰ ਰੋਕ ਸਕਦੇ ਹਾਂ ਤੇ ਸਾਡਾ ਐਕਸਚੇਂਜ ਲਾਣਾ ਸਫਲ ਹੋਏਗਾ। ਸੋ ਅੱਜ ਲੋੜ ਹੈ ਕਲੈਕਟਿਵ ਜਿਹੜੀ ਹੈ ਐਫਰਟ ਕਰਨ ਦੀ, ਇਕੱਲੇ ਐਸਜੀਪੀਸੀ ਨਹੀਂ, ਇਕੱਲੀ ਸਰਕਾਰ ਨਹੀਂ, ਸੰਗਤਾਂ ਵੀ ਨਾਲ ਰਲਣੀਆਂ ਚਾਹੀਦੀਆਂ ਨੇ। ਸਾਨੂੰ ਵੀ ਸਤਰਕ ਰਹਿਣਾ ਚਾਹੀਦਾ। ਅਸੀਂ ਹਮੇਸ਼ਾ ਉਂਗਲ ਐ ਕਰਦੇ ਹਾਂ ਤੇ ਸਾਡੇ ਵੱਲ ਵੀ ਉਂਗਲਾਂ ਹੋ ਰਹੀਆਂ, ਤੇ ਅਸੀਂ ਆਪਣਾ ਕਿੰਨਾ ਕੁ ਫਰਜ਼ ਨਿਭਾ ਰਹੇ ਹਾਂ, ਸਾਡਾ ਵੀ ਫਰਜ਼ ਬਣਦਾ। ਜੀ ਬਿਲਕੁਲ। ਤਾਂ ਬਿਲਕੁਲ ਕੁਲਵਿੰਦਰ ਸਿੰਘ, ਤੁਸੀਂ ਜਿਹੜੀ ਇਹ ਗੱਲ ਬੜੀ ਵਾਜਬ ਤੇ ਢੁਕਵੀਂ ਕਹੀ ਹੈ ਵੀ ਕੀ ਕੁਛ ਉੱਥੇ ਹੈਲਪ ਸੈਂਟਰ ਜਾਂ ਕੁਛ ਹੈਲਪਲਾਈਨ ਨੰਬਰ ਜਿਹੜੇ ਆ ਜਗ੍ਹਾ ਤੇ ਲਿਖੇ ਹੋਣ, ਕਿਉਂਕਿ ਸੰਗਤ ਦੀ ਜਿਹੜੀ ਗਿਣਤੀ ਹੈ ਉਹ ਦਿਨ ਬ ਦਿਨ ਵੱਧ ਰਹੀ ਹੈ। ਖਾਸ ਕਰ
ਕੁਝ ਦਿਨਾਂ ਬਾਅਦ ਜਿਹੜੀਆਂ ਉਹ ਛੁੱਟੀਆਂ ਪੈ ਜਾਣੀਆਂ ਪੂਰੇ ਜਿਹੜਾ ਹੈਗਾ ਖਾਸ ਕਰ ਉੱਤਰ ਭਾਰਤ ਦੇ ਵਿੱਚ ਹੀ ਬਹੁਤ ਵੱਡੀ ਗਿਣਤੀ ਚ ਅਦਰ ਸਟੇਟ ਤੋਂ ਜਿਹੜੀਆਂ ਸੰਗਤਾਂ ਨੇ, ਜਿਹੜੇ ਸ਼ਰਧਾਲੂਆਂ ਨੇ, ਯਾਤਰੂਆਂ ਨੇ ਦਰਸ਼ਨ ਮੇਲੇ ਕਰਨ ਆਉਣਾ ਹੁੰਦਾ। ਔਰ ਜਦੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਕਿਤੇ ਨਾ ਕਿਤੇ ਮੀਡੀਆ ਦੇ ਵਿੱਚ ਜਾਣਗੀਆਂ ਤਾਂ ਉਹਨਾਂ ਦੇ ਮਨ ਦੇ ਵਿੱਚ ਡਰ ਜਿਹੜਾ ਹੈਗਾ ਉਹ ਜ਼ਰੂਰ ਕਈ ਵਾਰ ਜਿਹੜਾ ਪੈਦਾ ਹੋ ਸਕਦਾ। ਬੇਸ਼ੱਕ ਇਹ ਘਟਨਾ ਜਿਹੜੀ ਹੈ ਪਹਿਲਾਂ ਵਾਲੀਆਂ ਘਟਨਾਵਾਂ ਨਾਲੋਂ ਵੱਖਰੀ ਹੈ, ਕਿਉਂਕਿ ਇਹ ਗਿਣ ਕੇ ਮਿੱਥ ਕੇ ਪੂਰੀ ਪਲੈਨਿੰਗ ਕਰਕੇ ਕੀਤੀ ਗਈ ਹੈ। ਪਹਿਲਾਂ ਕਈ ਵਾਰ ਕੁਝ ਕੁਦਰਤੀ ਵੀ ਚੀਜ਼ਾਂ ਜਿਹੜੀਆਂ ਨੇ ਉਹ ਘਟ ਜਾਂਦੀਆਂ, ਜਿੱਦਾਂ ਉਹ ਤਿਰੰਗੇ ਵਾਲੀ ਝੰਡੇ ਵਾਲੀ ਘਟਨਾ ਸੀ, ਉਹ ਸ਼ਾਇਦ ਕੁਦਰਤੀ ਹਾਲਾਤ ਮੌਕੇ ਉਸ ਤਰ੍ਹਾਂ ਦਾ ਬਣ ਗਿਆ। ਪਰ ਇਹ ਤੇ ਬਿਲਕੁਲ ਜਿਹੜਾ ਪ੍ਰੀ ਪਲਾਨਡ ਕੰਮ ਜਿਹੜਾ ਕੀਤਾ ਹੋਇਆ। ਤਾਂ ਇੱਕ ਵਾਰ ਜਿਹੜਾ ਹੈਗਾ ਜਾਂਦੇ ਵੀਡੀਓ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਧਾਮੀ ਸਾਹਿਬ ਉਹਨਾਂ ਦੀ ਚਲਾ ਦਿਓ ਔਰ ਦੇਖਦੇ ਰਹੋ ਪੰਜਾਬ ਨਿਊਜ਼ ਟੀਵੀ। ਇਸ ਮਸਲੇ ਦੇ ਉੱਤੇ ਵੀ ਜਿਹੜਾ ਅੱਗੇ ਵੀ ਅਪਡੇਟ ਹੋਏਗੀ ਅਸੀਂ ਕੁਲਵਿੰਦਰ ਸਿੰਘ ਉਹਨਾਂ ਨੂੰ ਨਾਲ ਲੈ ਕੇ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਧੰਨਵਾਦ। ਦੇਖਦੇ ਰਹੋ ਪੰਜਾਬ ਨਿਊਜ਼ ਟੀਵੀ। ਸਤਿ ਸ੍ਰੀ ਅਕਾਲ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਘਟਨਾ ਵਾਪਰ ਰਹੀਆਂ। ਪਹਿਲਾਂ ਸਾਰਾਗੜ੍ਹੀ ਸਰਾਂ ਦੇ ਕੋਲ ਇੱਕ ਧਮਾਕਾ ਹੋਇਆ, ਉਸ ਤੋਂ ਬਾਅਦ ਫਿਰ ਦੂਏ ਦਿਨ ਇੱਕ ਧਮਾਕਾ ਫੇਰ ਹੋਇਆ, ਜਿਹਦੇ ਬਾਰੇ ਤਫਤੀਸ਼ ਜਿਹੜੀ ਡੂੰਘਾਈ 'ਚ ਕਰਨੀ ਬਣਦੀ ਸੀ। ਮੈਂ ਉਦਣ ਵੀ ਕਿਹਾ ਸੀ ਕਿ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ, ਇਹਨੂੰ ਸੀਰੀਅਸਲੀ ਲੈ ਕੇ ਇਸ ਗੱਲ ਨੂੰ ਡੂੰਘਾਈ ਤੱਕ ਜਾਇਆ ਜਾਵੇ ਕਿ ਇਹਨਾਂ ਦੇ ਪਿੱਛੇ ਜਿਹੜਾ ਆ ਇਹ ਕਿਹੜੀ ਸ਼ਕਤੀ ਆ ਜਿਹੜੀ ਗੁਲਿਆਰੇ ਦੇ ਵਿੱਚ ਸਾਡੀ ਸਟਰੀਟ ਦੇ ਵਿੱਚ ਜਿਹੜੀ ਇਹੋ ਜਿਹੀ ਉਹ ਇੰਡੀਕੇਸ਼ਨਾਂ ਦੇ ਰਹੇ ਆ। ਪਰ ਮੈਂ ਕਹਿ ਸਕਦਾ ਇਹ ਸਰਕਾਰ ਦੀ ਟੋਟਲ ਫੇਲਿਅਰ ਆ। ਜੇ ਇਹਨੂੰ ਡੂੰਘਾਈ ਦੇ ਨਾਲ ਇਹਦੀ ਜਾਂਚ ਕਰ ਲਈ ਜਾਂਦੀ ਤੇ ਸ਼ਾਇਦ ਆ ਜਿਹੜੀ ਰਾਤ ਘਟਨਾ ਵਾਪਰੀ ਆ ਇਹ ਘਟਨਾ ਨਾ ਵਾਪਰਦੀ। ਤੇ ਮੈਨੂੰ ਇੱਕ ਹੋਰ ਵੀ ਭਾਵਨਾ ਲੱਗਦੀ ਆ ਕਿ ਪਿੱਛੇ ਕੋਈ ਸਮਾਂ ਇਹੋ ਜਿਹਾ ਚੱਲਿਆ, ਉਹ ਸੁੱਖ ਸ਼ਾਂਤੀ ਨਾਲ ਸਮਾਂ ਸਾਰਾ ਜਿਹੜਾ ਬਤੀਤ ਹੋ ਗਿਆ। ਇਹ ਮੇਰਾ ਖਿਆਲ ਉਹ ਐਪੀਸੋਡ ਤੋਂ ਬਾਅਦ ਦੂਆ ਐਪੀਸੋਡ ਸ਼ੁਰੂ ਹੋ ਗਿਆ। ਮੈਂ ਰੂਲ ਆਊਟ ਨਹੀਂ ਕਰਦਾ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ। ਮੈਂ ਹਾਲੇ ਉਹਨਾਂ ਬਾਰੇ ਕੋਈ, ਕਿਉਂਕਿ ਅਨਨੋਨ ਹੀ ਹੁੰਦੇ ਆ ਜਿਹੜੇ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਆ ਗੁਰੂ ਘਰਾਂ ਨਾਲ ਸੰਬੰਧਿਤ। ਪਰ ਮੈਂ ਇਹ ਮਹਿਸੂਸ ਕਰਦਾ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਬਹੁਤ ਡੂੰਘੀ ਆ, ਜਿਹੜੀ ਸਾਜ਼ਿਸ਼ ਕਿਸੇ ਵੱਲ ਨੂੰ ਇਸ਼ਾਰਾ ਕਰ ਰਹੀ ਆ ਕਿ ਹਾਲਾਤਾਂ ਨੂੰ ਕਿਵੇਂ ਮੁੜ ਗੰਧਲੇ ਕਰਨਾ। ਸੋ ਇਹ ਜਿਹੜੀ ਰਾਤ ਘਟਨਾ ਵਾਪਰੀ ਆ ਬਹੁਤ ਨਿੰਦਣਯੋਗ ਨੇ, ਬਹੁਤ ਦੁਖਦਾਈ ਆ। ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਪਵਿੱਤਰ ਨਗਰੀ ਆ। ਇਸ ਪਵਿੱਤਰ ਨਗਰੀ ਦੇ ਵਿੱਚ ਹਰ ਇੱਕ ਬੰਦਾ ਆ ਕੇ ਸੁੱਖ ਸ਼ਾਂਤੀ ਮੰਗਦਾ ਤੇ ਸਤਿਗੁਰੂ ਜੀ ਸੁੱਖ ਸ਼ਾਂਤੀ ਪ੍ਰਦਾਨ ਕਰਦੇ ਆ। ਪਰ ਕੁਝ ਤਾਕਤਾਂ ਜਿਹੜੀਆਂ ਉਹ ਇਸ ਧਾਰਮਿਕ ਭਾਵਨਾ ਨਾਲ ਵੀ ਖਿਲਵਾੜ ਕਰ ਜਾਂਦੀਆਂ ਆਪਣੀਆਂ ਪੋਲੀਟੀਕਲ ਐਂਡਸ ਦੀ ਪੂਰਤੀ ਲਈ। ਪਰ ਮੈਂ ਕਹਿਣਾ ਚਾਹੁੰਦਾ ਕਿ ਗੁਰੂ ਦਾਰਿਆ ਇੱਥੇ ਜਿਹੜਾ ਚੜ੍ਹ ਕੇ ਆਇਆ ਉਹ ਗੁਰੂ ਸਾਹਿਬ ਜੀ ਨੇ ਉਹਦਾ ਆਪ ਹੀ ਜਿੱਦਾਂ ਵੀ ਇਤਿਹਾਸ ਗਵਾਹ ਆ ਉੱਤਰ ਦਿੱਤਾ। ਤੇ ਜੋ ਕੋਈ ਦੁਖੀ ਹਿਰਦੇ ਨਾਲ ਆ ਕੇ ਇਸ ਦਰ ਤੇ ਆ ਕੇ ਅਰਦਾਸ ਕਰਦਾ, ਸਤਿਗੁਰੂ ਜੀ ਉਹਦੀ ਦਰ ਦੇ ਉੱਤੇ ਅਰਦਾਸ ਪ੍ਰਵਾਨ ਵੀ ਕਰਦੇ। ਇਹ ਨਿਮਾਣਿਆਂ ਦਾ ਘਰ ਆ, ਨਿਤਾਣਿਆਂ ਦਾ ਘਰ ਆ। ਸੋ ਅੱਜ ਰਾਤ ਇਹ ਤਕਰੀਬਨ 12:09-10 ਦੀ ਘਟਨਾ ਆ। ਔਰ ਉਸ ਘਟਨਾ ਦੇ ਵਿੱਚ ਜਿਸ ਵੇਲੇ ਇਹ ਇੱਧਰਲੇ ਪਾਸੇ ਧਮਾਕਾ ਹੋਇਆ, ਸਾਡੇ ਜਿਹੜੇ ਮੁੰਡੇ ਸੀਸੀ ਫੁਟੇਜ ਵਾਲੇ ਜਿਹੜੇ ਉੱਥੇ ਕੈਮਰਿਆਂ ਤੇ ਬੈਠੇ ਆ, ਉਹਨਾਂ ਨੇ ਇਹ ਸਾਰਾ ਦੇਖ ਕੇ ਆਪਣੀ ਜਿਹੜੀ ਟੀਮ ਸੀ ਉਹ ਸਾਰੀ ਨਠਾਈ। ਪਿਛਲੇ ਪਾਸੇ ਪਹਿਲਾਂ ਉਹਨੇ ਅੰਦਰ ਆ ਕੇ ਦੇਖਿਆ ਵੀ ਜਿਸ ਬਾਥਰੂਮ ਦੇ ਵਿੱਚ, ਕਿਉਂਕਿ ਸੀਸੀਟੀ ਕੈਮਰੇ ਲੱਗੇ ਆ, ਉਹ ਬਾਥਰੂਮ ਸੁੱਕਾ ਸੀ। ਉਹ ਤੋਂ ਬਾਅਦ ਬਾਹਰਲੇ ਪਾਸੇ ਜਾ ਕੇ ਦੇਖਿਆ ਧੂਆਂ ਸੀਗਾ। ਮੀਨਵਾਈਲ ਪੁਲਿਸ ਵੀ ਉੱਧਰੋਂ ਬਾਹਰਲੇ ਪਾਸੇ ਆ ਗਈ। ਉਹਨੇ ਵੀ ਆ ਕੇ ਸਾਰੀ ਜਿੰਨੀ ਵੀ ਪੁੱਛ ਪੜਤਾਲ, ਤੇ ਉਹ ਤੋਂ ਇਲਾਵਾ ਜਿਹੜੇ ਸਾਡੀ ਟੀਮ ਗਈ ਸੀ ਉਹਨਾਂ ਨੂੰ ਉੱਥੋਂ ਕੁਝ ਟੁਕੜੇ ਕਾਗਜ਼ਾਂ ਦੇ ਜਿਹੜੇ ਉਹ ਮਿਲੇ। ਉਹ ਕਾਗਜ਼ ਦੇ ਟੁਕੜੇ ਜਿਹੜੇ ਸੀ ਉਹ ਪੁਲਿਸ ਦੇ ਸਪੁਰਦ ਕਰ ਦਿੱਤੇ। ਬਾਅਦ ਦੇ ਵਿੱਚ ਦੌੜ ਭੱਜ ਕਰਦਿਆਂ ਤੇ ਜਿਹੜੀ ਸਾਡੇ ਉੱਥੇ ਕੈਮਰਿਆਂ ਦੇ ਉੱਤੇ ਇੰਚਾਰਜ ਲੱਗਾ ਆ, ਉਹਨੇ ਬੱਚੇ ਨੇ ਮਿਹਨਤ ਕਰਕੇ
ਉਸ ਘਟਨਾ ਦੇ ਸਮੇਂ ਦੀ ਸਾਰੀ ਵੀਡੀਓ ਜਿਹੜੇ ਕੱਢੀ ਤੇ ਸਾਡੇ ਕੋਲ ਇੱਕ ਬੰਦਾ ਜਿਹੜਾ ਉਹ ਲੋਕੇਟ ਹੋ ਗਿਆ ਔਰ ਉਹਦੇ ਤਹਿਤ ਹੀ ਸਾਡੇ ਮੈਨੇਜਰ ਸਾਹਿਬਾਨਾਂ ਨੂੰ ਤੇ ਜਿਹੜਾ ਸਾਡਾ ਸੁਰੱਖਿਆ ਦਸਤਾ ਉੱਥੇ ਮੌਜੂਦ ਆ, ਉਹ ਸੁਰੱਖਿਆ ਦਸਤੇ ਨੂੰ ਤੁਰੰਤ ਹਰਕਤ 'ਚ ਲਿਆਂਦਾ, ਕਿਉਂਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਸੀ ਕੈਮਰਿਆਂ ਦੇ ਵਿੱਚ ਆ ਚੁੱਕੀ ਸੀ। ਉਹ ਇਹ ਕਾਂਡ ਤੋਂ ਬਾਅਦ ਜਾ ਕੇ ਸੌਂ ਗਿਆ, ਬਾਹਰ ਬਰਾਂਡੇ 'ਚ ਸੁੱਤਾ ਸੀ ਤੇ ਸਾਡੇ ਫਿਰ ਉਹ ਸੁਰੱਖਿਆ ਦਸਤੇ ਤੁਰੰਤ ਜਿਹੜੇ ਆ ਹਰਕਤ ਵਿੱਚ ਆਏ ਔਰ ਉਹ ਬੰਦਾ ਜਿਹੜਾ ਸੀ ਉਹ ਲੋਕੇਟ ਹੋ ਗਿਆ। ਉਹ ਬੰਦਾ ਐਪਰੀਹੈਂਡ ਕੀਤਾ ਤੇ ਮੀਨਵਾਈਲ ਜਿਹੜੀ ਪੁਲਿਸ ਆ ਉਹ ਵੀ ਆ ਗਈ ਸੀ। ਹੁਣ ਉਹਦੇ ਨਾਲ ਉਸ ਬੰਦੇ ਦੀ ਪੁੱਛਗਿੱਛ ਤੋਂ ਬਾਅਦ ਕੋਈ ਇੱਕ ਜੋੜਾ ਹੋਰ ਨਾਲ ਸੀ ਉਹਨਾਂ ਦਾ, ਉਹ ਵੀ ਪੁਲਿਸ ਨੇ ਐਪਰੀਹੈਂਡ ਕਰਕੇ ਲੈ ਗਏ ਨਾਲ। ਪਰ ਮੈਂ ਕਹਿ ਸਕਦਾ ਕਿ ਜਿਹੜੇ ਸਾਡੇ ਇਹ ਮੁੰਡੇ ਜਿੰਨੇ ਵੀ ਉੱਥੇ ਕੈਮਰਿਆਂ ਤੇ ਬੈਠੇ ਆ ਤੇ ਜਿੰਨੇ ਵੀ ਸੁਰੱਖਿਆ ਦਸਤੇ ਆ, ਇਹਨਾਂ ਨੇ ਤੁਰੰਤ ਹਰਕਤ 'ਚ ਆਉਣ ਦੇ ਵਿੱਚ ਜਿਹੜਾ ਕਾਰਜ ਤੇਜ਼ੀ ਨਾਲ ਕਰਕੇ ਇਹਨਾਂ ਨੇ ਇੱਥੇ ਵੱਡਾ ਕੋਈ ਦੁਰਘਟਨਾ ਹੋਣ ਤੋਂ ਬਚਾ ਲਈ। ਇਹ ਮੈਂ ਸਮਝਦਾ ਇਹਨਾਂ ਦਾ ਹੌਸਲਾ ਜਿਹੜਾ ਇਹਨੂੰ ਹੌਸਲੇ ਨੂੰ ਹੋਰ ਜਿਹੜਾ ਵਧਾਉਣਾ ਚਾਹੀਦਾ ਕਿ ਇਹਨਾਂ ਨੇ ਸਾਰਾ ਹੀ ਕਾਰਜ ਜਿਹੜਾ ਉਹ ਕੀਤਾ। ਬਾਕੀ ਕਿਉਂਕਿ ਤੁਸੀਂ ਮੀਡੀਆ ਆ ਸਾਰੇ, ਜਿਹੜੇ ਐਪਰੀਹੈਂਡ ਹੋਏ ਬੰਦੇ ਉਹ ਪੁਲਿਸ ਕੋਲ ਆ, ਉਹ ਬਾਕੀ ਦੀ ਤਫਤੀਸ਼ ਪੁਲਿਸ ਨੇ ਕਰਨੀ ਆ। ਪਰ ਸਰਕਾਰ ਦੀ ਨਲਾਇਕੀ ਤੇ ਨਾਕਾਮੀ ਆ ਕਿ ਜੇ ਪਹਿਲਾਂ 2 ਇਨਸੀਡੈਂਟਾਂ ਨੂੰ ਡੰਗਾਈ ਦੇ ਨਾਲ ਬਚਿਆ ਜਾਂਦਾ ਤੇ ਆਹ ਤੀਜੀ ਘਟਨਾ ਨਹੀਂ ਸੀ ਹੋਣੀ। ਸੋ ਮੈਂ ਤਾਂ ਸਮਝਦਾ ਪੁਲਿਸ ਦੀ ਇਹਦੇ ਆਪਣੇ ਸਰਕਾਰ ਦੀ ਟੋਟਲ ਫੇਲੀਅਰ ਇਸ ਕਰਕੇ ਆ ਕਿ ਇਹਨੂੰ ਸੀਰੀਅਸਲੀ ਲੈਂਦੇ ਨਹੀਂ। ਇਸ ਕਰਕੇ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਕੋਈ ਨੁਕਸਾਨ ਹੋਣ ਤੋਂ ਬਚ ਗਿਆ। ਤੇ ਗੁਰੂ ਦਰ ਦੇ ਵਿੱਚ ਅਰਦਾਸ ਵੀ ਆ, ਤੁਸੀਂ ਵੀ ਸਾਰੇ ਮੀਡੀਆ ਵਾਲੇ ਕਰਿਓ। ਆਪਾਂ ਇੱਕ ਯਤਨ ਕਰੀਏ ਇਹਦੇ ਉੱਤੇ। ਆਪਾਂ ਕਈ ਵਾਰੀ ਕੋਈ ਇਹੋ ਜਿਹਾ ਸਵਾਲ ਕਰ ਲੈਂਦੇ ਜਿਹੜੇ ਸਵਾਲ ਹਾਲੇ ਉਸ ਇਨਵੈਸਟੀਗੇਸ਼ਨ ਦੇ ਘੇਰੇ ਦੇ ਵਿੱਚ ਆ। ਉਹ ਸਾਰਾ ਸਮੇਂ ਅਨੁਸਾਰ ਜਿਸਲੇ ਇੱਕ ਹੁਣ ਪਹਿਲਾਂ ਪੁਲਿਸ ਦਾ ਦੇਖਦੇ ਆ, ਪੁਲਿਸ ਕਿੱਧਰ ਨੂੰ ਜਾਂਦੀ ਆ, ਪੁਲਿਸ ਕੀ ਕਰਦੀ ਆ, ਉਹ ਤੋਂ ਬਾਅਦ ਫਿਰ ਅਗਲਾ ਵੀ ਕਰਾਂਗੇ ਜਿਹੜੀ ਇਹਦੀ ਹੋਈ ਕਾਰਵਾਈ। ਪਰ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਮੈਂ ਤਾਂ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ, ਪੈਨਿਕ ਨਾ ਹੋਵੋ, ਨਾ ਡਰ ਭੈ ਦੇ ਵਿੱਚ ਰਹੋ। ਇਹ ਗੁਰੂ ਸਾਹਿਬ ਕਿਰਪਾ ਕਰਨ, ਇੱਥੇ ਮਾਹੌਲ ਬਿਲਕੁਲ ਠੀਕ ਠਾਕ ਆ। ਇਹ ਜਿਹੜੇ ਸਾਡੇ ਕੈਮਰਿਆਂ ਵਾਲੇ ਬੱਚੇ, ਇਹਨਾਂ ਨੂੰ ਮੈਂ ਜਿੱਥੇ ਇਹਨਾਂ ਦੀ ਪਿੱਠ ਵੀ ਥਰਪੜਾਉਣਾ ਔਰ ਇਹਨਾਂ ਨੂੰ ਹੋਰ ਵੀ ਕਰਦਾ। ਆ ਹੁਣ ਅਸੀਂ ਬੈਠ ਕੇ ਮੀਟਿੰਗਾਂ ਵੀ ਕਰਾਂਗੇ ਵੀ ਫਰਦਰ ਇਹਦੇ ਵਿੱਚ ਕੋਈ ਸਕੈਨਰ ਵਗੈਰਾ ਜੋ ਝੋਲੇ ਲੈ ਕੇ ਆਉਂਦੇ ਕੀ ਕਰਨਾ, ਕਿਉਂਕਿ ਹੁਣ ਤੁਰੰਤ ਸਾਨੂੰ ਲੋੜ ਪੈ ਗਈ ਆ ਵੀ ਇਦਾਂ ਦੀ ਘਟਨਾ ਕੋਈ ਹੋਰ ਨਾ ਵਾਪਰ ਜਾਏ। ਪਰ ਮੈਂ ਸਮਝਦਾ ਵੀ ਇਹ ਗੁਰੂ ਦਰ ਦੇ ਉੱਤੇ ਹੀ ਆ ਕੇ ਕਿਉਂ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਕੀਤੀਆਂ ਜਾਂਦੀਆਂ, ਇਹ ਸਾਜ਼ਿਸ਼ ਜਿਹੜੀ ਆ ਇਹ ਜ਼ਰੂਰ ਜਿਹੜੀ ਆ ਇਹ ਨੰਗੀ ਹੋਣੀ ਚਾਹੀਦੀ ਆ। ਇਹੋ ਹੀ ਮੇਰੀ ਸਰਕਾਰ ਤੋਂ ਮੰਗ ਆ। ਮੈਂ ਤਾਂ ਚਾਹੁੰਦਾ ਵੀ ਸਰਕਾਰ ਦੂਸਰਿਆਂ ਨੂੰ ਕੋਸਦੇ ਰਹੇ, ਹੁਣ ਆਪਣੀ ਵਾਰ ਨੂੰ ਚੁੱਪ ਕਰਕੇ ਬੈਠੇ ਆ ਤੇ ਫਿਰ ਚੁੱਪ ਕਰਕੇ ਬਹਿਣ ਵਾਲਾ ਜਿਹੜਾ ਮਸਲਾ ਆ ਇਹਨੂੰ ਗੁਰੂ ਸਾਹਿਬ ਕਿਰਪਾ ਕਰਨ। ਇਹ ਹੌਲੀ ਨਾ ਹੌਲੀ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਨੰਗੀਆਂ ਹੁੰਦੀਆਂ ਚਲੇ ਜਾਂਦੀਆਂ। ਲੈਟਰ 'ਚ ਕੀ ਲਿਖਿਆ ਹੈ ਪ੍ਰਧਾਨ ਸਾਹਿਬ? ਇੱਕ ਅਸੀਂ ਦੂਜਾ, ਕਿਉਂਕਿ ਆ ਜਿੰਨਾ ਚੌਗਿਰਦਾ ਆ ਸਾਡਾ ਜਾਂ ਹੈਰੀਟੇਜ ਸਟਰੀਟ ਆ ਸਾਡੀ, ਪਹਿਲਾਂ ਤਾਂ ਸਰਕਾਰ ਨੇ ਉਹਦੀ ਕੇਅਰ ਹੀ ਕੋਈ ਨਹੀਂ ਕੀਤੀ, ਨਾ ਉੱਥੇ ਕੋਈ ਸਫਾਈ ਦਾ ਪ੍ਰਬੰਧ। ਅੱਗੇ ਉੱਥੇ ਸਾਰੇ ਆਪਣੇ LCD ਚੱਲਦੀਆਂ ਸੀ, ਲੋਕ ਜਿਉਂ ਦਰ ਤੋਂ ਉੱਥੋਂ ਪਾਰਕਿੰਗ 'ਚੋਂ ਆਉਂਦੇ ਸੀ, ਗੁਰੂ ਸ਼ਬਦ ਨਾਲ ਜੁੜਦੇ ਸੀ। ਹੁਣ ਅਸੀਂ ਇਹ ਯਤਨ ਕੀਤਾ ਵੀ ਇਹ ਇੱਥੇ ਸਾਰਿਆਂ 'ਤੇ ਕੈਮਰੇ ਵੱਧ ਤੋਂ ਵੱਧ ਲਾਈਏ, ਪਾਰਕਿੰਗ ਤੋਂ ਸ਼ੁਰੂ ਕਰਕੇ ਆ ਚੌਗਿਰਦੇ ਦੇ ਦੁਆਲੇ ਵੀ, ਤਾਂ ਕਿ ਕੋਈ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰੇ। ਸੋ ਉਹ ਵੀ ਅਸੀਂ ਹੁਣ ਆਪਣਾ ਤੁਰੰਤ ਯਤਨ ਕਰ ਰਹੇ ਹਾਂ। ਲੈਟਰ ਜਿਹੜਾ ਮਿਲਿਆ, ਜਿਹੜਾ ਬੈਗ ਚੈੱਕ ਕੀਤੇ ਗਏ ਅੰਦਰ ਹੋਰ ਵੀ ਸਮਾਨ ਨਿਕਲਿਆ ਉਹਦੇ ਵਿੱਚੋਂ? ਹਾਂਜੀ, ਜਿਹੜੇ ਬੈਗ ਉਹ ਪੁਲਿਸ ਦੱਸ ਸਕਦੇ, ਉਹ ਪੁਲਿਸ ਲੱਗੇ ਸੀ, ਪੁਲਿਸ ਦੱਸ ਸਕਦੀ। ਕਿੱਥੋਂ ਰਹਿ ਰਹੇ ਸੀ? ਕਿੱਥੋਂ ਦੇ ਰਹਿਣ ਵਾਲੇ? ਕਿੰਨੇ ਚਿਰ ਤੋਂ ਰਹਿ ਰਹੇ? ਦੇਖੋ ਹਾਲੇ ਕੁਝ ਘਟਨਾਵਾਂ ਜਿਹੜੀਆਂ ਆ, ਕੁਝ ਗੱਲਾਂ ਜਿਹੜੀਆਂ ਆ ਉਹ ਤੁਹਾਨੂੰ ਸਮੇਂ ਸਿਰ ਦੱਸ ਦਿਆਂਗੇ, ਉਹ ਤੁਹਾਡੇ ਕੋਲ ਕਨਵੇ ਕਰ ਦਿਆਂਗੇ। ਜਿਹੜੇ ਕਾਗਜ਼ ਦੇ ਟੁਕੜੇ ਤੁਸੀਂ ਦੱਸਦੇ ਪਏ ਉਹਦੇ ਤੇ ਕੀ ਲਿਖਿਆ ਸੀ? ਉਹ ਪੁਲਿਸ, ਉਹ ਵੀ ਪੁਲਿਸ ਲੱਗ ਗਈ, ਪੁਲਿਸ ਨੇ ਆਪਣੀ ਕਸਟਡੀ ਚ ਲੈ ਲਿਆ। ਹਾਂਜੀ, ਨਸ਼ੇ ਦਾ ਸਮਾਨ ਵੀ ਮਿਲਿਆ ਨਾ? ਇਹ ਸਾਰਾ ਕੁਝ ਕਿਉਂਕਿ ਪੁਲਿਸ ਲੈ ਕੇ ਬੈਗ ਉਸ ਵੇਲੇ, ਉਹ ਹੁਣ ਪੁਲਿਸ ਜਿਹੜੀ ਆ ਉਹ ਤੁਹਾਨੂੰ ਆਪਣੇ ਉਹਦੇ ਬਾਰੇ ਦੱਸੂਗੀ, ਕਿਉਂਕਿ ਅਸੀਂ ਤਾਂ ਉਹ ਬੰਦੇ ਲੋਕੇਟ ਤੁਰੰਤ
ਕਰਤੇ, ਐਪਰੀਹੈਂਡ ਕਰਤੇ ਮੁੰਡਿਆਂ ਸਾਡਿਆਂ ਨੇ। ਬੜਾ ਮੈਂ ਤਾਂ ਕਹਿੰਦਾ ਇਹਨਾਂ ਨੇ ਬੜੇ ਵਿਚਾਰਿਆਂ ਨੇ ਦਬਾ ਦਬ ਸੁਰੱਖਿਆ ਦਾਸਤਿਆਂ ਨੇ ਵੀ, CCTV ਵਾਲਿਆਂ ਨੇ ਵੀ ਬੜਾ ਯਤਨ ਕੀਤਾ, ਨਹੀਂ ਤਾਂ ਫਿਰ ਕਈ ਵਾਰੀ ਬੇਕਸੂਰੇ ਹੋਰ ਹੀ ਕੋਈ ਰਗੜੇ ਜਾਂਦੇ ਆ। ਸੋ ਮੈਂ ਤਾਂ ਇਹਨਾਂ ਨੂੰ ਵੀ ਸਮਝਦਾ ਵੀ ਇਹਨਾਂ ਨੇ ਬਹੁਤ ਆਪਣੀ ਡਿਊਟੀ ਜਿਹੜੀ ਬਾਖੂਬੀ ਨਿਭਾਈ ਆ। ਉਮਰ ਕਿੰਨੀ ਸੀ ਜਿਹੜੇ ਬੰਦੇ ਫੜੇ ਉਹਨਾਂ 3 ਜਣਿਆਂ ਦੀ ਕਿੰਨੀ ਉਮਰ ਸੀ? ਉਮਰ ਜਿੱਦਾਂ 35 ਕਿ ਇੱਕ ਤਾਂ 35 ਕੁ ਸਾਲ ਦਾ, ਦੂਆ ਇੱਕ ਕੋਈ ਹੋਰ ਨਵਾਂ ਵਿਆਹ ਜੋੜਾ ਆ। ਜਿਹੜਾ ਘਟਨਾਕ੍ਰਮ ਵਾਪਰਦਾ ਪੂਰਾ ਇੱਕ ਪਾਸੇ ਪੰਜਵੜ ਦੀ ਜਿਹੜੀ ਆ ਮੌਤ ਹੁੰਦੀ ਆ ਪਾਕਿਸਤਾਨ ਦੇ ਵਿੱਚ, ਉੱਥੋਂ ਇੱਥੇ ਹੌਲੀ ਹੌਲੀ ਬਲਾਸਟ ਹੋਣੇ ਸ਼ੁਰੂ ਹੋ ਜਾਂਦੇ, ਤੁਸੀਂ ਇਸ ਲੜੀ ਨੂੰ ਕਿਵੇਂ ਜੋੜ ਕੇ ਵੇਖਦੇ ਹੋ? ਨਾਲੇ 6 ਜੂਨ ਨੂੰ ਦੇਖੋ, ਮੈਂ ਤਾਂ ਇਹ ਸਮਝਦਾ ਵੀ ਪਿਛਲੇ ਮਾਰਚ ਤੋਂ ਇੱਕ ਕਾਰਜ ਸ਼ੁਰੂ ਹੋਇਆ ਸੀ। ਉਹ ਕਾਰਜ ਦੇ ਵਿੱਚ ਨਿਰਾਸ਼ਾ ਹੀ ਸਰਕਾਰ ਦੇ ਪੱਲੇ ਪਈ, ਏਜੰਸੀਆਂ ਦੇ ਪੱਲੇ ਨਿਰਾਸ਼ਾ ਹੀ ਪਈ, ਓੜਕ ਸੱਚ ਜਿਹੜਾ ਪ੍ਰਗਟ ਹੋ ਗਿਆ। ਤੇ ਮੈਂ ਸਮਝਦਾ ਇਹ ਪਤਾ ਨਹੀਂ ਫੇਜ਼ 2 ਹੁਣ ਸ਼ੁਰੂ ਕੀਤਾ ਵੀ ਇਹ ਇਵੇਂ ਦਾ ਕਰਕੇ। ਪਰ ਇੱਕ ਬੜੀ ਮੈਂ ਸਮਝਦਾ ਸਾਡੇ ਲਈ ਇੱਕ ਘਟਨਾ ਹਿਰਦੇ ਬਾਚ ਗਿਆ ਵੀ ਦਰਬਾਰ ਸਾਹਿਬ ਵੱਲ ਨੂੰ ਹੀ ਆ ਕੇ ਜਿਹੜੇ ਆ ਕੋਈ ਕਾਰਜ ਜਿਹੜੇ ਸ਼ੁਰੂ ਕੀਤੇ ਜਾਂਦੇ ਆ, ਇਹ ਸਰਕਾਰਾਂ ਹੁਣ ਡਗਾਈ ਦੇ ਨਾਲ ਲੱਭਣ। ਅਸੀਂ ਵੀ ਲੱਗੇ ਹਾਂ, ਅਸੀਂ ਵੀ ਹੁਣ ਘੱਟ ਨਹੀਂ ਗੁਜ਼ਾਰਨੇ। ਅਸੀਂ ਆਪਣੇ ਤੌਰ ਤੇ, ਕਿਉਂਕਿ ਅੰਦਰਲਾ ਸਾਡਾ ਨੈਟਵਰਕ ਜਿਹੜਾ CCTV ਫੁਟੇਜ ਦਾ ਬਹੁਤ ਮਤਲਬ ਜ਼ਬਰਦਸਤ ਆ। ਹੁਣ ਅਸੀਂ ਤੁਰੰਤ ਲਾ ਕੇ ਸਕੈਨਰ ਸਾਰਿਆਂ ਦੀਆਂ, ਕਿਉਂਕਿ ਅਸੀਂ ਕਈ ਵਾਰੀ ਅਸੀਂ ਸ਼ਰਧਾਲੂਆਂ ਦੀ ਸ਼ਰਧਾ ਵੀ ਨਹੀਂ ਭੰਗ ਕਰਨੀ ਚਾਹੁੰਦੇ, ਪਰ ਹੁਣ ਨਾਓ ਇਟ ਇਜ਼ ਏ ਨੀਡ ਆਫ ਦਾ ਆਰ, ਹੁਣ ਸਾਨੂੰ ਇਹ ਕਰਨਾ ਹੀ ਪਊਗਾ। ਤੇ ਅਸੀਂ ਆਪਣੇ ਜਿਹੜੇ ਬਾਹਰਲੇ ਪਾਸੇ ਵੀ ਆ, ਅਸੀਂ ਆਪਣਾ ਦੇਖਾਂਗੇ ਸਾਰਾ, ਤਾਂ ਕਿ ਅਸੀਂ ਆਪਣੇ ਪ੍ਰਬੰਧ ਨੂੰ ਕਿਸੇ ਪੱਖ ਤੋਂ ਵੀ ਢਿੱਲੇ ਨਾ ਰਹਿਣ ਦਈਏ, ਜਿਹਨੇ ਮਜ਼ਬੂਤੀ ਨਾਲ ਆਪਣੀ ਸੇਵਾ ਜਿਹੜੀ ਹੈ ਡਿਊਟੀ ਨਿਭਾਈ। ਜੀ ਮਨਸ਼ਾ ਕੀ ਨਜ਼ਰ ਆ ਰਹੀ ਹੈ ਇਹਨਾਂ ਵਾਕਿਆ ਪਿੱਛੇ? ਮਨਸ਼ਾ ਇਹਦੇ ਪਿੱਛੇ ਡਿਸਟਰਬੈਂਸ ਹੀ ਆ, ਕੋਈ ਸਿਆਸੀ ਰੋਟੀਆਂ ਸੇਕਣ ਦੀ ਜਿਹੜੀ ਮਨਸ਼ਾ ਦੇ ਨਾਲ ਵੀ ਮੁੜ ਕੇ ਜਿਹੜੇ ਹਾਲਾਤ ਆ ਪੰਜਾਬ ਦੇ ਗੰਧਲੇ ਹੋਣ, ਤੇ ਮੁੜ ਕੇ ਉਹਦੇ ਤਹਿਤ ਫਿਰ ਆਪਣਾ ਸਿਆਸੀ ਮਨਸ਼ਾ ਜਿਹੜੀ ਉਹ ਪੂਰੀ ਕੀਤੀ ਜਾ ਸਕੇ। ਤੁਸੀਂ ਕੋਈ ਆਪਣੀ ਇਨਵੈਸਟੀਗੇਸ਼ਨ ਟੀਮ ਵੀ ਗਠਿਤ ਕੀਤੀ ਹੈ ਜਿਹਦੇ ਬਾਰੇ? ਦੇਖੋ, ਜਿਹੜੀ ਸਾਡੀ ਟੀਮ ਆ ਉਹ ਸਾਡੇ ਕੋਲੋਂ, ਮੈਂ ਕਿਉਂਕਿ ਹੁਣ ਘੰਟਾ ਹੋ ਗਿਆ ਮੈਨੂੰ ਆਏ ਨੂੰ, ਮੈਂ ਤਾਂ ਤੜਕੇ ਮੈਨੂੰ ਸਹਿਬਾਜ਼ ਸਾਡਾ ਸਕੱਤਰ ਆ, ਮੀਰ ਸਕੱਤਰ ਨੇ ਦੱਸਿਆ, ਮੈਂ ਤਾਂ ਸੱਚ ਕਹਿੰਦਾ ਨਿਤਨੇਮ ਕਰਦਾ ਸੀ, ਉਸ ਲਈ ਦੌੜਾਂ ਉਹਦੇ ਲਈ ਅਸੀਂ ਤੁਰੇ ਹਾਂ। ਕਿਉਂਕਿ ਹੁਣ ਤਫਤੀਸ਼ ਜਿਹੜੀ ਉਹ ਪੁਲਿਸ ਨੇ ਕਰਨੀ ਆ। ਅਸੀਂ ਆਪ ਦਾ ਜਿਹੜਾ ਸਾਡੇ ਕੋਲ ਸਿਸਟਮ ਹੈ, ਅਸੀਂ ਉਸ ਸਿਸਟਮ ਤੇ ਹੋਰ ਮਜ਼ਬੂਤੀ ਨਾਲ ਕੰਮ ਕਰਾਂਗੇ ਵੀ ਇਦਾਂ ਦੀ ਕੋਈ ਗੱਲ ਨਾ ਹੋ ਸਕੇ। ਜੀ ਲੱਗਦਾ 3 ਧਮਾਕੇ ਨਾਲ ਸੰਗਤ ਦੀ ਆਮਦ ਤੇ ਕੋਈ ਫਰਕ ਪਿਆ ਜੀ? ਦੇਖੋ, ਕੁਦਰਤੀ ਆ ਵੀ ਜਿਹੜੀ ਆਪਣੇ ਸੰਗਤ ਆ ਉਹਨੂੰ ਇਵੇਂ ਦਾ ਮਹਿਸੂਸ ਹੁੰਦਾ, ਪਰ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ ਥੋੜੀ ਵੀ ਘਬਰਾਹਟ ਨਾ ਲਿਆਓ। ਜਿਹੜੇ ਕਾਰਨ ਵਾਲੇ ਸੀ ਉਹ ਫੜੇ ਗਏ, ਪੁਲਿਸ ਨੇ ਐਪਰੀਹੈਂਡ ਕਰ ਲਏ, ਸਾਡੇ ਆਪਣੇ ਸਟਾਫ ਨੇ ਐਪਰੀਹੈਂਡ ਕਰਵਾਤੇ ਉਹ। ਪਰ ਆਹ ਮਾਹੌਲ ਜਿਹੜਾ ਤੁਸੀਂ ਵੀ ਅੰਦਰ ਦੇਖਿਆ, ਇੱਥੇ ਗੁਰੂ ਵਰਤਦਾ। ਇਹ ਆਪਾਂ ਕਈ ਵਾਰੀ ਬੰਦੇ ਕਹਿੰਦੇ ਨੇ ਵੀ ਸ਼ਾਇਦ ਇਹ ਜਿਹੜੇ ਮੈਂ ਸਮਝਦਾ CCTV ਫੁਟੇਜ ਦੇ ਸਾਡੇ ਸੁਰੱਖਿਆ ਦਾਤੇ ਇਹ ਵੀ ਗੁਰੂ ਹੀ ਵਰਤਿਆ ਕਿ ਅੰਮ੍ਰਿਤ ਵੇਲਾ ਅੱਧੀ ਰਾਤ ਦਾ ਵੇਲਾ, ਤੇ ਗੁਰੂ ਸਾਹਿਬ ਜੀ ਨੇ ਆਪ ਹੀ ਸਾਰੀ ਇਹ ਕਾਰਵਾਈ ਕਰਵਾਈ। ਸੰਗਤਾਂ ਵੱਧ ਚੜ੍ਹ ਕੇ ਆਉਣ, ਔਰ ਨਾਲ ਮੈਂ ਇੱਕ ਬੇਨਤੀ ਹੋਰ ਵੀ ਕਰੂੰਗਾ ਵੀ ਉਹਨਾਂ ਕੇ ਸਮਾਨ ਲਿਆਉਣ ਜਿੰਨਾ ਕੁ ਲੋੜ ਹੁੰਦੀ ਆ, ਇਸ਼ਨਾਨ ਪਾਣੀ ਕਰਨ ਦਾ ਹੁੰਦਾ ਕੋਈ ਹੋਰ, ਉਹ ਇੱਦਾਂ ਦਾ ਰੱਖਣ। ਸੋ ਇਸ ਕਰਕੇ ਸੰਗਤਾਂ ਨੂੰ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਬੇਨਤੀ ਕਰਦਾ ਭਈ ਆਪਾਂ ਨੂੰ ਕੋਈ ਗੱਲ ਨਹੀਂ, ਇਹ ਸਰਵਿਸ ਕਰਨ ਵਾਲੇ ਆਪਣਾ ਕੰਮ ਕਰੀ ਜਾਂਦੇ, ਗੁਰੂ ਆਪਣਾ ਕਾਰਜ ਕਰੀ ਜਾਂਦਾ, ਸੰਗਤਾਂ ਨੇ ਨਤਮਸਤਕ ਜਿੱਦਾਂ ਪਹਿਲਾਂ ਹੁੰਦੀਆਂ ਸੀ ਉਦਾਂ ਹੀ ਹੋਊਗਾ। ਪ੍ਰਧਾਨ ਜੀ, ਜਿਹੜੇ 3 ਜਣੇ ਕਾਬੂ ਕੀਤੇ ਗਏ ਨੇ, ਕੀ ਜਿਹੜੇ 2 ਧਮਾਕੇ ਪਹਿਲਾਂ ਹੋਇਆ ਇਹ ਉਹਨਾਂ ਦੇ ਵਿੱਚ ਵੀ ਇਨਵੋਲਵਮੈਂਟ ਹੈ? ਇਹ ਤਾਂ ਹੁਣ ਪੁਲਿਸ ਦਾ ਮਸਲਾ ਆ ਜੀ, ਇਸ ਦਾ ਕਿਉਂਕਿ ਤੁਹਾਡੇ CCTV ਕੈਮਰੇ ਵਿੱਚ ਕੁਝ ਆਇਆ ਵਾ ਪਹਿਲੇ ਧਮਾਕੇ ਦੇ ਵਿੱਚ? ਪਹਿਲਾਂ ਤਾਂ ਉਹ ਕਿਉਂਕਿ CCTV ਹੈ ਹੀ ਨਹੀਂ, ਉਹ ਬਾਹਰਲੇ ਪਾਸੇ ਆ, ਉੱਥੇ ਤਾਂ ਅਸੀਂ ਹੁਣ ਕੈਮਰੇ ਹੁਣ ਲਾ ਰਹੇ ਹਾਂ, ਹੁਣ ਯਤਨ ਕਰਾਂਗੇ ਲਾਉਣ। ਪੰਜਾਬ ਪੁਲਿਸ ਨੇ ਇਹ ਜਿਹੜੇ ਅੰਮ੍ਰਿਤਸਰ ਦੇ ਵਿੱਚ ਲੋ ਇੰਟੈਂਸਿਟੀ ਐਕਸਪਲੋਜ਼ਨਸ ਹੋਏ ਸੀ ਉਹ ਕੇਸਿਸ ਸੋਲਵ ਕਰ ਲਏ ਹੈਗੇ ਤੇ 5 ਗ੍ਰਿਫਤਾਰੀਆਂ ਹੋਈਆਂ ਜੀ। ਜਿਸ ਦੇ ਵਿੱਚ ਆਜ਼ਾਦਵੀਰ ਸਿੰਘ ਸਨ of ਜਸਵੀਰ ਸਿੰਘ, ਆਰਓ ਵਿਲੇਜ ਵਡਾਲਾ ਕਲਾਂ, ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ, ਏਜ 36 ਸਾਲ, ਅਮਰੀਕ ਸਿੰਘ ਸਨ of ਲਖਬੀਰ ਸਿੰਘ, ਆਰਓ ਵਿਲੇਜ ਆਦੀਆਂ, PS ਦੁਰਾਂਗਲਾ, ਗੁਰਦਾਸਪੁਰ, ਏਜ 26 ਸਾਲ, ਸਾਹਿਬ ਸਿੰਘ ਏਲੀਆਸ ਸਾਬਾ ਸਨ of ਸੁਰਿੰਦਰ ਸਿੰਘ, ਆਰਓ ਅਮਨ ਐਵਨਿਊ, ਗੇਟ ਹਕੀਮਾ, ਅੰਮ੍ਰਿਤਸਰ, ਹਰਜੀਤ ਸਿੰਘ ਸਨ of ਦਵਿੰਦਰ ਸਿੰਘ, ਆਰਓ ਮਜੀਠਾ ਰੋਡ, ਅੰਮ੍ਰਿਤਸਰ, ਅਤੇ ਧਰਮਿੰਦਰ ਸਿੰਘ ਏਲੀਆਸ ਮਿੱਠਾ ਸਨ of ਰੈਜ਼ੀਡੈਂਟ of ਮਜੀਠਾ ਰੋਡ। ਸੋ ਇਸ ਦੇ ਵਿੱਚ ਆਜ਼ਾਦਵੀਰ ਸਿੰਘ ਤੇ ਅਮਰੀਕ ਸਿੰਘ ਇਹਨਾਂ ਨੇ ਜਿਹੜੀ IEDs ਅਸੈਂਬਲ ਕੀਤੀਆਂ ਸੀ। ਜਿਹੜਾ ਐਕਸਪਲੋਸਿਵ ਸੀਗਾ ਇਹ ਜਿਹੜਾ ਲੋ ਗ੍ਰੇਡ, ਜਿਵੇਂ ਸਾਡੀ ਫੋਰੈਂਸਿਕ ਐਨਾਲਿਸਿਸ ਦੇ ਵਿੱਚ ਵੀ ਆਇਆ ਸੀਗਾ ਕਿ ਲੋ ਗ੍ਰੇਡ ਐਕਸਪਲੋਸਿਵ ਸੀ, ਕਲੋਰਾਈਡਸ ਐਂਡ ਬ੍ਰੋਮਾਈਡਸ
ਮਿਕਸਡ ਵਿਦ ਮਿਕਸਚਰ ਆਫ ਸਲਫਰ ਜਿਹੜਾ ਪੋਟਾਸ਼ ਜਿਸ ਨੂੰ ਕੋਲੋਕਲੀ ਕਿਹਾ ਜਾਂਦਾ ਹੈ, ਤੇ ਅਨਗੜ ਤੋਂ ਸੋਰਸ ਕੀਤਾ ਗਿਆ ਸੀਗਾ ਕਿ ਆਜ਼ਾਦ ਵੀਰ ਨੇ ਧਰਮਿੰਦਰ ਤੋਂ ਪ੍ਰੋਕਿਓਰ ਕੀਤਾ ਸੀਗਾ। ਧਰਮਿੰਦਰ ਨੂੰ ਅੱਗੇ ਹਰਜੀਤ ਸਿੰਘ ਨੇ ਦਿੱਤਾ ਸੀ, ਹਰਜੀਤ ਸਿੰਘ ਨੇ ਸਾਹਿਬ ਸਿੰਘ ਸਾਬਾ ਜਿਹੜਾ ਸਪਲਾਇਰ ਸੀਗਾ ਉਸ ਤੋਂ ਲਿਆ ਸੀਗਾ ਜੀ। ਸੋ ਇਹ ਤਿੰਨ ਜਿਹੜੇ ਅਕਿਊਜ਼ਡ ਹੈਗੇ ਦੇ ਵਰ ਇਨਵੋਲਵਡ ਇਨ ਸੋਰਸਿੰਗ ਆਫ ਦੀ ਐਕਸਪਲੋਸਿਵ, ਤੇ ਐਕਚੁਅਲ ਇਨਸੀਡੈਂਟ ਦੇ ਪਰਪੇਟਰੇਟਰ ਸੀਗੇ ਅਮਰੀਕ ਸਿੰਘ ਅਤੇ ਆਜ਼ਾਦਵੀਰ ਸਿੰਘ। ਇੱਕ ਲੇਡੀ ਵੀ ਅਸੀਂ ਕੁਐਸਚਨ ਕਰ ਰਹੇ ਹੈਗੇ, ਉਹਨਾਂ ਦਾ ਰੋਲ ਅਸੀਂ ਦੇਖ ਰਹੇ, ਵਾਈਫ ਆਫ ਅਮਰੀਕ ਸਿੰਘ, ਤੇ ਹਾਲੇ ਉਹਨਾਂ ਦੀ ਅਰੈਸਟ ਬਾਰੇ ਕੋਈ ਵਿਊ ਨਹੀਂ ਬਣਾਇਆ। ਇਹਨਾਂ ਆਜ਼ਾਦਵੀਰ ਤੋਂ 1 ਕਿਲੋ 100 ਗ੍ਰਾਮ 1.1 kg ਐਕਸਪਲੋਸਿਵ ਜਿਹੜਾ ਰਿਮਾਈਂਡਰ ਸੀਗਾ ਉਹ ਰਿਕਵਰ ਹੋਇਆ ਹੈ। ਤੇ ਇਸ ਦੇ ਵਿੱਚ ਮੈਂ ਰਿਕਾਰਡ ਤੇ ਪਲੇਸ ਕਰਨਾ ਚਾਹਾਂਗਾ SGPC ਟਾਸਕ ਫੋਰਸ ਅਤੇ SGPC ਦਾ ਸਹਿਯੋਗ, ਤੇ SGPC ਦੇ ਪ੍ਰਧਾਨ ਜੀ ਨੂੰ ਮੈਂ ਫੋਨ ਕਰਕੇ ਧੰਨਵਾਦ ਵੀ ਕੀਤਾ ਹੈ। ਤੇ ਉਹਨਾਂ ਨੇ ਬਿਲਕੁਲ ਪੁਲਿਸ ਦੇ ਨਾਲ ਮੋਢਾ ਟੂ ਮੋਢਾ ਲਾ ਕੇ ਉਹਨਾਂ ਦਾ ਜਿਹੜਾ CCTV ਸਰਵੇਲੈਂਸ ਤੋਂ ਸਾਨੂੰ ਪਹਿਲੇ ਕਲੂਜ਼ ਮਿਲੇ ਸੀਗੇ ਉਸ ਨੂੰ ਅਸੀਂ ਸਾਇੰਟੀਫਿਕ ਤਰੀਕੇ ਨਾਲ ਡਿਵੈਲਪ ਕੀਤਾ। ਜਿਹੜੀ ਟੈਕਨੀਕਲ ਐਨਾਲਿਸਿਸ ਦੇ ਵਿੱਚ ਜਿਹੜੇ ਟੈਲੀਫੋਨ ਦੇ ਲੋਕੇਸ਼ਨ ਵਗੈਰੇ ਹੁੰਦੇ ਆ ਉਹ ਅਸੀਂ ਤਿੰਨੋਂ ਇਨਸੀਡੈਂਟਸ ਦੇ ਕਨਫਰਮ ਕਰ ਲਏ ਇਹਨਾਂ ਦੀ ਪ੍ਰੈਜ਼ੈਂਸ ਜਿਹੜੀ ਹੈਗੀ। ਤੇ ਜਿਹੜਾ ਪਹਿਲਾ ਜਿਹੜੀ IED ਸੀ ਉਹ ਅਸੈਂਬਲ ਹੋਈ ਸੀਗੀ ਗੁਰੂ ਰਾਮਦਾਸ ਸਰਾਏ ਦੇ ਵਿੱਚ। ਇਸ ਦੇ ਵਿੱਚ 3 ਜਿਹੜੇ ਹੈਗੇ ਕੰਟੇਨਰ ਸੀਗੇ, 2 ਜਿਹੜੇ ਕੈਨ ਸੀਗੇ એનર્ਜੀ ਡਰਿੰਕ ਦੇ ਜਿਹੜੇ ਹੈਲ ਦੇ, ਤੇ 1 ਮੈਟੈਲਿਕ ਟਿਫਿਨ ਸੀਗਾ। ਇਹ 3 ਕੰਟੇਨਰਸ ਦੇ ਵਿੱਚ ਤਕਰੀਬਨ 200 ਗ੍ਰਾਮ ਐਕਸਪਲੋਸਿਵ ਸੀ ਜਿਹੜਾ ਫਾਇਰ ਕਰੈਕਰਸ ਬਣਾਉਣ ਨੂੰ ਯੂਜ਼ ਕੀਤਾ ਜਾਂਦਾ ਹੈ। ਉਸ ਦੇ ਵਿੱਚ ਪਲੇਸ ਕਰਕੇ ਇੱਕ ਪੋਲੀਥੀਨ ਬੈਗ ਦੇ ਵਿੱਚ ਇਹ ਤਿੰਨੋਂ ਕੰਟੇਨਰ ਪਲੇਸ ਕੀਤੇ ਗਏ ਸੀਗੇ। ਤੇ ਜਿਹੜੀ ਪਾਰਕਿੰਗ ਹੈਗੀ ਹੈਰੀਟੇਜ ਪਾਰਕਿੰਗ ਬਿਲਡਿੰਗ, ਉਹਦੇ ਰੂਫ ਟਾਪ ਤੇ ਆਜ਼ਾਦਵੀਰ ਨੇ ਇਕੱਲੇ ਜਾ ਕੇ ਉੱਥੋਂ ਰੋਪ ਡੈਂਗਲ ਕਰਤੀ ਸੀਗੀ। ਤੇ ਉਸ ਤੋਂ ਬਾਅਦ ਇਹ 6 ਮਈ ਨੂੰ 11:25 PM ਤੇ ਐਕਸਪਲੋਜਨ ਹੋਇਆ ਸੀ। ਆਜ਼ਾਦਵੀਰ ਤੇ ਇਹਨਾਂ ਇਸ ਮੋਡਿਊਲ ਨੂੰ ਇਹ ਲੱਗਿਆ ਸੀਗਾ ਕਿ ਸਾਡੇ ਇਸ ਐਕਸ਼ਨ ਦਾ ਇੰਪੈਕਟ ਨਹੀਂ ਹੋਇਆ। ਦੇਅਰਫੋਰ ਇਹ ਦੂਜਾ ਐਕਸਪਲੋਸਿਵ ਜਿਹਦੇ ਦੇ ਵਿੱਚ 2 ਮੈਟੈਲਿਕ ਕੌਲੀਆਂ ਸੀ, ਵੀ ਵਿਲ ਬੀ ਰਿਲੀਜ਼ਿੰਗ ਸਮ ਪਿਕਚਰਸ, ਤੇ ਇਨਫੈਕਟ ਇਹਨਾਂ ਦੇ ਹਾਲੇ ਵੀ ਵਿਲ ਬੀ ਐਗਜ਼ਾਮਿਨਿੰਗ ਦੇਅਰ ਟੈਲੀਫੋਨਸ ਐਂਡ ਅਦਰ ਡਿਵਾਈਸਿਸ ਸੀਜ਼ਡ। ਤੇ ਇਹਨਾਂ ਦੇ ਟੈਲੀਫੋਨ ਤੋਂ ਪਿਕ ਰਿਲੀਜ਼ ਹੋਈ ਜਿਹਦੇ ਵਿੱਚ ਉਹ ਮੈਟੈਲਿਕ ਕੌਲੀਆਂ ਹੈਗੀਆਂ ਜਿਨ੍ਹਾਂ ਨੂੰ ਜੋੜ ਕੇ ਉਹਦੇ ਵਿੱਚ ਐਕਸਪਲੋਜਨ ਜਿਹੜਾ ਸੈਕਿੰਡ ਜਿਹੜਾ ਸੀ ਇਹ ਜਿਹੜਾ ਇਹ ਵੀ ਉੱਥੇ ਹੀ ਗੁਰੂ ਰਾਮਦਾਸ ਸਰਾਏ ਦੇ ਬਾਥਰੂਮ ਦੇ ਵਿੱਚ ਅਸੈਂਬਲ ਹੋਇਆ ਸੀਗਾ ਤਕਰੀਬਨ 10:30 ਵਜੇ ਰਾਤ 7 ਮਈ ਨੂੰ। ਤੇ ਸਵੇਰੇ ਅਰਲੀ ਮਾਰਨਿੰਗ ਜਿਹੜਾ ਇਹਨੇ ਜਾ ਕੇ 4 ਵਜੇ ਦੇ ਕਰੀਬ IED ਉੱਥੋਂ ਹੈਂਗ ਕਰਤਾ ਸੀ, ਜਿਹੜਾ 6:15 ਵਜੇ ਐਕਸਪਲੋਜਨ ਹੋਇਆ ਸੀਗਾ। ਜਿਹੜਾ ਥਰਡ ਐਕਸਪਲੋਜਨ ਸੀਗਾ ਇਸ ਰਾਤ ਹੀ ਹੋਇਆ ਸੀਗਾ 12:10 ਤੇ। ਤੇ ਉਸ ਦੇ ਬਾਅਦ CCTV ਤੋਂ ਸਾਨੂੰ ਲਾਈਵ ਜਿਹੜੇ ਇਹਨਾਂ ਦੀ ਫੁਟੇਜ ਮਿਲੀ ਉਸ ਨੂੰ ਟਰੈਕ ਕੀਤਾ ਗਿਆ, ਤੇ SGPC ਦੇ ਸਹਿਯੋਗ ਨਾਲ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਅਰੈਸਟ ਕੀਤਾ। ਤੇ ਇਸ ਦੇ ਵਿੱਚ ਅਸੀਂ ਪੂਰੀ ਇਨ ਡੈਪਥ ਸਾਇੰਟੀਫਿਕ ਇਨਵੈਸਟੀਗੇਸ਼ਨ ਕਰਾਂਗੇ, ਫੋਰੈਂਸਿਕ ਟੀਮਸ ਦੀ ਹੈਲਪ ਲੈ ਕੇ, ਦੂਜੀ ਏਜੰਸੀਜ਼ ਦੀ ਵੀ ਹੈਲਪ ਅਸੀਂ ਲੈ ਰਹੇ ਹੈਗੇ, ਤੇ ਇਹਨਾਂ ਦੀ ਡਿਵਾਈਸਿਸ ਐਗਜ਼ਾਮਿਨ ਕਰਕੇ ਅਸੀਂ ਇਸ ਪੂਰੀ ਇਨ ਡੈਪਥ ਇਨਵੈਸਟੀਗੇਸ਼ਨ ਕਰਾਂਗੇ ਕਿ ਇਹਨਾਂ ਦੇ ਕਿਨ ਲੋਕਾਂ ਨਾਲ ਲਿੰਕ ਸੀਗੇ, ਇਹਨਾਂ ਦੇ ਐਸੋਸੀਏਟਸ ਕਿਹੜੇ ਸੀਗੇ ਇੰਡੀਆ ਐਂਡ ਅਬਰੋਡ, ਐਂਡ ਵੀ ਵਿਲ ਅਨਵੇਲ ਦੀ ਐਂਟਾਇਰ ਕਨਸਪੀਰੇਸੀ ਬਿਹਾਈਂਡ ਦਿਸ ਇਨਸੀਡੈਂਟ। ਤੇ ਇਹ ਪਹਿਲਾ ਬ੍ਰੇਕ ਥਰੂ ਹੈਗਾ, 5 ਗ੍ਰਿਫਤਾਰੀਆਂ ਹੋਈਆਂ। ਮੈਂ CP ਸਾਹਿਬ ਨੂੰ ਕਿਹਾ ਸੀਗਾ ਕਿ ਇੱਕ SIT ਬਣਾ ਕੇ SIT इसको इन्वेस्टिगेट करेगी। पंजाब पुलिस ने ये अमृतसर में जो हाल के दिनों में जो 3 लो इंटेंसिटी एक्सप्लोजन्स हुए थे उन्हें वर्कआउट कर लिया है, और 5 इसमें गिरफ्तारियां हुई हैं अमृतसर पुलिस की तरफ से। आज़ादवीर सिंह, अमरीक सिंह, साहिब सिंह एलियास साबा, हरजीत सिंह और धर्मेंद्र सिंह। इसमें प्रिलिमिनरी इन्वेस्टिगेशन में रोल आज़ादवीर सिंह और अमरीक सिंह का पाया गया है, जो इसमें जिन्होंने IED असेंबल करी और IED एक्सप्लोड करी। साहिब सिंह साबा, हरजीत सिंह और धर्मेंद्र सिंह का रोल सोर्सिंग एक्सप्लोसिव्स जो है वो इन्होंने प्रोवाइड किए एक चेन के थ्रू। आज़ादवीर सिंह को धर्मेंद्र सिंह ने हैंड ओवर किया, उसे हरजीत सिंह से मिला, हरजीत सिंह को साहिब सिंह ने दिया था। साहिब सिंह के पास लाइसेंस्ड एजेंसी है, एक्सप्लोसिव्स ये ऑपरेट करते हैं अनगढ़ इलाके में। रिकवरी इनसे 1.1 kg मिक्सचर ऑफ क्लोरेट्स एंड ब्रोमाइड्स हुए हैं। इनकी टेस्टिंग केमिकल टेस्टिंग कराएंगे, और ये लो ग्रेड एक्सप्लोसिव्स हैं जो आमतौर पे फायर क्रैकर्स में इस्तेमाल किए जाते हैं। मैं SGPC टास्क फोर्स और SGPC के सहयोग के लिए उनको धन्यवाद देता हूं और रिकॉर्ड पे प्लेस करता हूं। मैंने SGPC के प्रधान जी से बात करके उनका धन्यवाद भी किया है। तो पुलिस के साथ पूरा सहयोग किया गया। हमने एक साइंटिफिक तरीके से इन्वेस्टिगेशन करी,
सीसीटीवी फुटेज, टेक्निकल इन्वेस्टिगेशन, डेटा से हमने इनकी प्रेजेंस इस्टेब्लिश कर ली है और इसकी हम डीप इन्वेस्टिगेशन करेंगे। इनके लिंकेजेस जो इनके टेलीफोन फोरेंसिकली एग्जामिन कराएंगे, इनके एसोसिएट्स के बारे में पता करेंगे इंडिया या अब्रॉड में, और इसको सारे एंगल्स को हम एक SIT कॉन्स्टिट्यूट करके इसकी इन्वेस्टिगेशन करेंगे। पंजाब पुलिस हैज़ सक्सेसफुली वर्कड आउट द केसेस ऑफ एक्सप्लोजन्स which took place in Golden Temple recently, and we have arrested 5 persons. They include Azad Veer Singh, Amreek Singh, the main perpetrators of the incident, and the 3 people who supplied and sourced the explosives, Sahib Singh, Harjeet Singh and Dharminder Singh. Azad Veer Singh was provided the explosives by Dharminder Singh, who was provided by Harjeet Singh, and it was actually sourced from Sahib Singh Sabha, who 1.1 kg low intensity explosives have been recovered. These include a mixture of chlorades and bromides which are normally used in firecrackers. I place on record the appreciable role played by SGPC task force and SGPC, and we have thanked the SGPC president for the cooperation. The investigation will be carried out in a scientific manner. The CCTV, in fact, it was scientific investigation which led to a breakthrough by examining the CCTV footage, and then we were able to identify and track the perpetrator through technical means. And we will investigate the entire deep-rooted conspiracy behind this, who are the associates of the people arrested in India and abroad, and get to the bottom of it. The IED, which was the first IED, was assembled in the bathroom of Guru Ramdas Sarai on 6th. It constituted about 200 grams of explosives which are used for firecracker making in 2 energy drink cans with about 10-12 stones of bajri. And a metallic tiffin was also filled with the same explosive material. And all these 3 containers were placed in a polythene bag. And Azad Veer had gone to the rooftop of Heritage Parking building, and then he hung the polythene bag with the help of a rope at around 11 p.m. on 6th of May. And the first explosion had taken place at 11:25 p.m. The second IED was also assembled by using 2 metallic bowls, which were then joined together, and it was again in the bathroom of Guru Ramdas Sarai on the 7th May, and it was placed on the top of the Heritage Parking building at around 4:30 in the morning on 8th of May, where it exploded at 6:15 in the morning. The third IED was exploded in a secluded area behind the Guru Ramdas Sarai. Subsequent to this, the CCTV footage was investigated into by the police and with the help of the SGPC, and which led to clues. Through technical means, we were able to establish the presence of the accused, and 5 accused have been arrested. We will investigate the deep-rooted conspiracy behind this and examine all the associates of the arrested persons who are in India and abroad to get to the bottom of this. And an SIT will be found by the Commissioner of Police to investigate this case. Sir, what was their motive? Why they used low intensity weapons, these explosives? Why they It is too early. We will investigate. You see, whatever material as I said, we will investigate in a dispassionate and scientific way. ਸਰ ਇਸ ਤੋਂ ਪਿੱਛੇ ਵੀ ਧਮਾਕੇ ਤਾਂ ਨਹੀਂ ਕੀਤੇ ਕੋਈ ਤੁਸੀਂ ਦੱਸਿਆ ਕਿ ਜਿਹੜੇ 3 ਧਮਾਕੇ ਹੋਏ ਨਾ ਜੀ, ਉਹ ਇਹਨਾਂ ਨੇ ਇਸ ਗਰੁੱਪ ਨੇ ਕੀਤੇ ਹੈਗੇ, ਜਿਹੜੇ ਇਸ ਮੋਡਿਊਲ ਨੇ। ਦੇਖੋ ਜੀ, ਇੱਕ ਜਿਹੜਾ ਨੈਰੇਟਿਵ ਜਿਹੜਾ ਅਸੀਂ ਇਨਫੈਕਟ ਗੱਲ ਕਰਦੇ, ਹਾਲਾਂਕਿ ਇਹਨਾਂ ਦੀ ਉਮਰ ਜ਼ਿਆਦਾ ਸੀਗੀ, ਸਪੈਸ਼ਲੀ ਬੱਚਿਆਂ ਦੇ ਵਿੱਚ ਹੈਗਾ ਕਿ ਪੰਜਾਬੀਆਂ ਨਾਲ ਜ਼ਿਆਦਤੀ ਹੋ ਰਹੀ ਹੈ। ਸੋ ਇੱਕ ਹਿਸਟੋਰੀਸਿਟੀ ਨੂੰ ਟਵਿਸਟ ਕਰਕੇ ਸੋਸ਼ਲ ਮੀਡੀਆ ਤੇ ਪੇਸ਼ ਕੀਤਾ ਜਾਂਦਾ ਹੈ। ਸੋ ਇਟ ਇਜ਼ ਟੂ ਅਰਲੀ ਐਂਡ ਟੂ ਸਪੈਕੂਲੇਟਿਵ। ਸੋ ਐਜ਼ ਇਨਵੈਸਟੀਗੇਸ਼ਨ ਪ੍ਰੋਗਰੈਸਿਸ ਅਸੀਂ ਇਹਨਾਂ ਦਾ ਮੋਟਿਵ ਵੀ ਸਾਰਾ ਕੁਝ ਅਸੀਂ ਪਰਦਾਫਾਸ਼ ਕਰਾਂਗੇ। ਸਰ, ਇਹ ਦਰਬਾਰ ਸਾਹਿਬ ਦੇ ਆਲੇ ਦੁਆਲੇ ਨੂੰ ਕਿਉਂ ਚੁਣਿਆ ਗਿਆ ਜੀ? ਇਹਨਾਂ ਦੀ ਕੋਈ ਖਾਸ ਸਾਹਮਣੇ ਦੇਖੇ ਸਰ। ਦੇਖੋ ਜੀ, ਅਸੀਂ ਅਗੇਨ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ। ਮੇ ਬੀ ਇਹਨਾਂ ਨੂੰ ਕਨਵੀਨੀਐਂਟ ਸੀਗਾ ਉੱਥੇ ਜਾਣਾ, ਸੋ ਵੀ ਵਿਲ ਇਨਵੈਸਟੀਗੇਟ, ਬਟ ਦ ਫੈਕਟ ਇਜ਼ ਦੈਟ ਦਰਬਾਰ ਸਾਹਿਬ ਜੋ ਕੁਝ ਵੀ ਹੁੰਦਾ ਹੈ ਇਟ ਮੇਕਸ ਡਿਊਜ਼। ਸੋ ਹਾਲੇ ਅਸੀਂ ਇਹਨਾਂ ਨਾਲ ਮਤਲਬ ਕੁਝ ਘੰਟੇ ਹੀ ਹੋਏ ਆ, ਪੁੱਛਗਿੱਛ ਕੀਤੀ ਹੈ। ਸੋ ਡਿਟੇਲਡ ਕੁਐਸਚਨਿੰਗ ਤੋਂ ਬਾਅਦ ਅਸੀਂ ਮੋਟਿਵ ਵੀ ਸਟੈਬਲਿਸ਼ ਕਰਾਂਗੇ, ਵਾਈ ਦਿਸ ਲੋਕੇਸ਼ਨ ਵਾਸ ਸਿਲੈਕਟਡ, ਸਾਰਾ ਕੁਝ ਅਸੀਂ ਇਹਨੂੰ ਕਰਾਂਗੇ। ਅਸੀਂ ਸਾਰਾ ਕੁਝ ਐਗਜ਼ਾਮਿਨ ਕਰ ਰਹੇ ਹਾਂ, ਜਿਹੜਾ ਮਟੀਰੀਅਲ ਇਹਨਾਂ ਤੋਂ ਮਿਲਿਆ ਉਸ ਨੂੰ ਐਗਜ਼ਾਮਿਨ ਕਰਕੇ ਉਸ ਨੂੰ ਫਿਰ ਅਸੀਂ ਇਨਵੈਸਟੀਗੇਸ਼ਨ ਦੇ
ਦਾ ਪਾਰਟ ਬਣਾਵਾਂਗੇ ਜੀ। ਨਹੀਂ ਮੈਂ ਦੇਖੋ ਜੀ ਅਸੀਂ ਵੀ ਵਾਂਟ ਟੂ ਹੈਵ ਅ ਵੈਰੀ ਕੰਪੈਸ਼ਨੇਟ ਐਂਡ ਲੀਗਲੀ ਕਲੀਅਰ ਵਿਊ, ਸੋ ਇਸ ਕਰਕੇ ਅਸੀਂ ਮਹਿਲਾ ਦੀ ਗ੍ਰਿਫਤਾਰੀ ਜੇ ਜਲਦਬਾਜ਼ੀ ਨਹੀਂ ਕਰਾਂਗੇ, ਉਹਨਾਂ ਦਾ ਰੋਲ ਐਗਜ਼ਾਮਿਨ ਕਰਾਂਗੇ, ਜੇ ਰੋਲ ਹੋਊਗਾ ਤਾਂ ਹੀ ਐਕਸ਼ਨ ਲਵਾਂਗੇ। ਦੇਖੋ ਜੀ ਜਿਵੇਂ ਮੈਂ ਪਹਿਲੇ ਕਿਹਾ ਸੀਗਾ ਕਿ ਜਿਹੜੇ 3 ਲੋਕ ਇਹਦੇ 'ਚ ਹੈਗੇ, ਹਰਜੀਤ, ਧਰਮਿੰਦਰ ਤੇ ਸਾਹਿਬ ਸਿੰਘ ਦੀ ਐਕਸਪਲੋਸਿਵ ਜਿਹੜੇ ਉਹਦੇ ਕੋਲ ਲਾਇਸੈਂਸ ਸੀਗਾ ਅਨਗੜ੍ਹ ਦੇ ਵਿੱਚ, ਉਹ ਸ਼ਾਪ ਰਨ ਕਰਦਾ ਸੀ। ਇਹ ਵੀ ਰਿਪੋਰਟਾਂ ਸੀਗੀਆਂ ਕਿ ਡਾਈਵਰਸ਼ਨ ਨਾਰਮਲੀ ਫਾਇਰ ਕਰੈਕਰਸ ਦੀ ਹੁੰਦੀ ਹੈ ਜੀ। ਸੋ ਥਰੂ ਯੂਜ਼ਿੰਗ ਕਟਆਊਟਸ ਧਰਮਿੰਦਰ ਨੂੰ ਕੰਟੈਕਟ ਕੀਤਾ ਆਜ਼ਾਦਵੀਰ ਨੇ, ਧਰਮਿੰਦਰ ਨੇ ਹਰਜੀਤ ਨੂੰ ਕੰਟੈਕਟ ਕੀਤਾ, ਹਰਜੀਤ ਨੇ ਸਾਹਿਬ ਸਿੰਘ ਤੋਂ ਪ੍ਰੋਕਿਓਰ ਕੀਤਾ। ਆਜ਼ਾਦਵੀਰ ਕਿਸੇ ਗਰੁੱਪ ਦਾ ਮੈਂਬਰ ਹੈ, ਕਿਸੇ ਜਥੇਬੰਦੀ ਨਾਲ ਜੁੜਿਆ ਜਾਂ ਉਹਦਾ ਕੋਈ ਪਾਸਟ ਕ੍ਰਿਮੀਨਲ ਰਿਕਾਰਡ ਹੈ? ਪਾਸਟ ਕ੍ਰਿਮੀਨਲ ਰਿਕਾਰਡ ਹੈਗਾ, ਅਦਰਵਾਈਜ਼ ਇਟ ਇਜ਼ ਟੂ ਅਰਲੀ ਟੂ ਸੇ ਕਿ ਦੇਖੋ ਲੋਨ ਵੁਲਫ ਅਟੈਕ ਤੇ ਨਹੀਂ ਹੈ, ਕਿਉਂਕਿ ਇੱਕ ਗਰੁੱਪ ਹੈ। ਸੋ ਮਤਲਬ ਇਹ ਸੈਲਫ ਰੈਡੀਕਲਾਈਜ਼ਡ ਮੋਡਿਊਲ ਹੈਗਾ ਜਾਂ ਕਿਸੇ ਦੇ ਇਸ਼ਾਰੇ ਤੇ, ਕਿਸੇ ਦੇ ਡਾਇਰੈਕਸ਼ਨਸ ਤੇ ਇਹ ਕੰਮ ਹੋਇਆ। ਅਸੀਂ ਇਨਵੈਸਟੀਗੇਸ਼ਨ 'ਚ ਇਸ ਗੱਲ ਨੂੰ ਕਲੀਅਰ ਕਰਾਂਗੇ। ਬਹੁਤ ਧਮਾਕੇ ਹੋਏ ਪਰ ਉਹਦਾ ਕੋਈ ਕਲੂ ਨਹੀਂ ਮਿਲ ਸਕਿਆ ਕਿ ਕੌਣ ਸੀ ਇਹ। ਨਹੀਂ ਆਹੀ ਗਰੁੱਪ ਸੀ। ਨੋ ਦਿਸ ਇਜ਼ ਦਾ ਗਰੁੱਪ। ਯੂ ਸੀ ਇਹਨਾਂ ਨੇ ਕਨਫੈਸ ਕੀਤਾ ਹੈਗਾ ਕਿ ਇਹ ਤਿੰਨੋਂ ਜਿਹੜੇ ਇਨਸੀਡੈਂਟ ਇਸ ਗਰੁੱਪ ਨੇ ਕੀਤੇ ਹੈ। ਕਨਕਲੂਸਿਵਲੀ ਐਂਡ ਵੈਰੀ ਕਲੀਅਰਲੀ ਦਿਸ ਕੇਸ ਹੈਜ਼ ਬੀਨ ਵਰਕਡ ਆਊਟ। ਇਨਫੈਕਟ ਜਿਹੜੇ ਪਹਿਲੇ ਧਮਾਕੇ 'ਚ ਜਿਹੜੀ IED ਉਹ ਇਹਦੇ ਫੋਨ ਤੋਂ ਸਾਨੂੰ ਮਿਲ ਗਈ। ਸੋ ਇਹਨਾਂ ਦੀ ਇੰਟਰੋਗੇਸ਼ਨ, CCTV ਫੁਟੇਜ, ਮੋਬਾਈਲ ਫੋਨਾਂ ਦੀ ਟਾਵਰ ਲੋਕੇਸ਼ਨਾਂ ਤੋਂ it is clearly established that this module was behind all the 3 incidents. ਪਰ ਸੁਰੱਖਿਆ ਦੇ ਮਾਮਲੇ ਦੇ ਵਿੱਚ ਜੇ CCTV ਦੀ ਗੱਲ ਕਰੀਏ, ਆਪਾਂ ਸ਼ਹਿਰ ਦੇ ਵਿੱਚ ਨਹੀਂ ਹੈਗੇ, ਸੁਰੱਖਿਆ ਦੇ ਘੇਰੇ ਦੇ ਵਿੱਚ ਰੱਖਣਾ ਚਾਹੀਦਾ ਸ਼ਰਧਾਲੂ ਨੂੰ, ਕਿਉਂਕਿ ਦੇਖੋ ਜੀ CCTV ਤੋਂ ਹੀ SGPC ਨੇ ਮੈਨੇਜਮੈਂਟ, ਅਸੀਂ ਤੇ ਸਾਰਿਆਂ ਨੂੰ ਇਹਦੇ 'ਚ ਸੁਪਰੀਮ ਕੋਰਟ ਦੀ ਵੀ ਹਿਦਾਇਤਾਂ ਹੈਗੀਆਂ ਕਿ ਜਿਹੜੇ ਬੇਅਦਬੀ ਦੇ ਇਨਸੀਡੈਂਟਸ ਹੋ ਰਹੇ ਹੈਗੇ ਕਿ ਧਾਰਮਿਕ ਸਥਾਨਾਂ ਨੂੰ CCTV ਤੋਂ ਕਵਰ ਕੀਤਾ ਜਾਵੇ ਤੇ ਉਸ ਨੂੰ ਇਨਵੈਸਟੀਗੇਟ ਕਰਨ ਦੇ ਵਿੱਚ ਬਹੁਤ ਮਦਦ ਮਿਲਦੀ ਹੈ। ਕਿਉਂਕਿ ਵਾਰਦਾਤ ਕਰਦੇ ਸੀ, ਸ਼ੈਲਟਰ ਲੈਂਦੇ ਸੀ ਸਰਾਏ ਦੇ ਵਿੱਚ ਜਾ ਕੇ, ਸ਼੍ਰੀ ਦਰਬਾਰ ਸਾਹਿਬ ਜਾ ਕੇ ਸ਼ੈਲਟਰ ਲੈਂਦੇ ਸੀ। ਕੀ ਕੋਈ ਸਕਰੀਨਿੰਗ ਪ੍ਰੋਪਰ ਉੱਥੇ ਕੀਤੀ ਜਾਏਗੀ? ਹੋਰ ਸਰਾਵਾਂ ਵੀ ਨੇ, ਕੋਈ ਇਹੋ ਜਿਹੇ ਐਲੀਮੈਂਟਸ? ਸਰਾਜ ਕਮਰਾ ਕਦੋਂ ਬੁੱਕ ਕਰਾਇਆ? ਕਹਿੰਦੇ ਕਿ 2 ਤਰੀਕ ਦਾ ਕਮਰਾ ਬੁੱਕ ਕਰਾਇਆ। ਅਸੀਂ ਸਾਰਾ ਇਹ ਇਨਵੈਸਟੀਗੇਟ ਕਰ, ਦੇਖੋ ਮੋਟੀ ਗੱਲ ਜਿਹੜੀ ਹੈਗੀ, ਮੈਂ ਜਿਹੜੀ ਗੱਲ ਐਪਰੀਸ਼ੀਏਟ ਕਰਨ ਵਾਲੀ ਹੈ ਕਿ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰੋਂ ਵੀ ਜਿਹੜਾ ਇੱਕ ਵਾਂਟਡ ਕ੍ਰਿਮੀਨਲ ਸੀਗਾ ਉਸ ਨੂੰ ਤਗੜੇ ਹੋ ਕੇ ਫੜਿਆ ਗਿਆ ਤੇ SGPC ਟਾਸਕ ਫੋਰਸ ਪੁਲਿਸ ਨੇ ਫੜਿਆ। ਸੋ ਇਹ ਪਹਿਲੇ ਵੀ ਹੁੰਦਾ ਰਿਹਾ ਹੈਗਾ। ਸੋ ਇਟ ਇਜ਼ ਅਸੀਂ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਮਨ ਸ਼ਾਂਤੀ ਤੇ ਕਾਨੂੰਨ ਨੂੰ ਬਣਾ ਕੇ ਰੱਖਣ ਦੀ, ਤੇ ਅਸੀਂ ਆਈ ਥਿੰਕ ਇਸ ਕੇਸ ਨੂੰ ਬਹੁਤ ਅੱਛੀ ਤਰ੍ਹਾਂ ਹੈਂਡਲ ਕੀਤਾ ਗਿਆ। ਬਾਵਜੂਦ ਉੱਥੋਂ ਦਾ ਹੀ ਬੰਦਾ ਮੇਨ ਜਿਹੜਾ ਕਲਪ੍ਰਿਟ ਨਿਕਲਦਾ ਵਾ, ਇਹ ਕੀ ਕਾਰਨ ਹੈ ਜੀ? ਉੱਥੇ ਕੀ ਪ੍ਰੋਪਰ ਦੀ ਚੈਕਿੰਗ ਨਹੀਂ ਹੋ ਸਕੀ ਜਾਂ ਕੀ ਚੱਕਰ ਹੈ? ਨਹੀਂ ਇਸ ਨੂੰ ਦੇਖੋ ਸਿੰਸ ਮਲਟੀਪਲ ਏਜੰਸੀਜ਼ ਇਨਵੋਲਵਡ ਹੈਗੀਆਂ ਤੇ ਅਸੀਂ ਇਸ ਤੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਗੱਲ ਆਊਗੀ ਉਸ ਤੇ ਫੋਕਸ ਕਰਾਂਗੇ। ਜਿਹੜੇ ਲੂਪ ਹੋਲਸ ਹੈਗੇ ਉਹਨਾਂ ਨੂੰ ਪਲੱਗ ਕੀਤਾ ਜਾਊਗਾ ਜੀ। ਦੇਖੋ ਇਦਾਂ ਹੈਗਾ, ਅਸੀਂ ਮੈਰਿਟ ਬੇਸਡ, ਫੈਕਟ ਬੇਸਡ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਾਂਗੇ। ਦੇਖੋ ਜੀ ਇਹ ਰੈਡੀਕਲਾਈਜ਼ਡ ਹੈਗੇ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ। DGP ਸਾਹਿਬ ਇਹ ਮਸਲਾ ਹੱਲ ਹੋ ਗਿਆ, ਹੁਣ ਜੇ ਗੱਲ ਕੀਤੀ ਜਾਵੇ ਤਾਂ ਰਾਜਜੀਤ ਜਿਹੜੇ SSP ਰਾਜਜੀਤ ਕਾਫੀ ਚਿਰ ਤੋਂ ਫਰਾਰ ਡਿਸਟ੍ਰੀਬਿਊਟ ਕਰ ਦਿਓ ਜੀ। ਸਰ SSP ਰਾਜਜੀਤ ਕਾਫੀ ਚਿਰ ਤੋਂ ਫਰਾਰ ਚੱਲ ਰਹੇ, ਤੁਸੀਂ ਉਹਦੇ ਮੈਟਰ ਦੇ ਵਿੱਚ ਕੁਝ ਕੀਤਾ ਹੈ ਹੁਣ ਤੱਕ? ਨਹੀਂ ਜੀ ਅਸੀਂ ਉਹਦੀ ਇਨਵੈਸਟੀਗੇਸ਼ਨ ਟੀਮ ਉਹਨਾਂ ਦੀ ਬਣਾਈ ਹੈ। ਲਾਅ ਵਿਲ ਟੇਕ ਇਟਸ ਕੋਰਸ। ਦੇਖੋ ਜਿਹੜਾ ਬੰਦਾ ਲਾਅ ਨੂੰ ਵਾਂਟਡ ਹੈ ਉਹ ਫੜਿਆ ਜਾਊਗਾ ਜੀ। ਗ੍ਰਹਿ ਵਿਭਾਗ ਨੇ ਤੁਹਾਡੇ ਕੋਲ ਨਾਮ ਵੀ ਮੰਗੇ ਸੀ, ਜਿਨ੍ਹਾਂ ਨੇ ਉਹਨਾਂ ਦੀ ਉੱਥੇ ਡਿਊਟੀ ਲਗਾਈ, ਪ੍ਰਮੋਸ਼ਨ ਕੀਤੀ, ਉਹਨਾਂ ਦਾ ਨਾਮ ਦਿੱਤੇ ਉਹ ਦਿੱਤੇ, ਉਹ ਜੋ ਇਨਫੋਰਮੇਸ਼ਨ ਮੰਗੀ ਗਈ ਹੈ ਅਸੀਂ ਗਵਰਨਮੈਂਟ ਨੂੰ ਸਪਲਾਈ ਕਰ ਦਾਂਗੇ ਜੀ। ਅਸੀਂ ਇਨਵੈਸਟੀਗੇਟ ਕਰਾਂਗੇ ਜੀ। ਅਸੀਂ ਜਿਵੇਂ ਮੈਂ ਕਿਹਾ ਵੀ ਟੋਟਲ ਇਹਦੇ ਸਾਰੇ ਲਿੰਕੇਜ ਇਸ ਮੋਡਿਊਲ ਦੇ ਅਸੀਂ ਇਨਵੈਸਟੀਗੇਟ ਕਰਾਂਗੇ। ਸਰ ਕੋਈ ਇਹ ਕਿਸੇ ਸਲੀਪਰ ਸੈੱਲ ਦੇ ਕੰਟੈਕਟ ਜਾਂ ਇਹਨਾਂ ਦੇ ਕੰਟੈਕਟ ਤੋਂ ਸਲੀਪਰ ਸੈੱਲ ਕੋਈ ਇਸ ਤਰ੍ਹਾਂ ਦੀ ਜਿਹੜੀ ਸਰ ਪਹਿਲੇ ਇਨਵੈਸਟੀਗੇਸ਼ਨ ਹੋਈ ਕੋਈ ਸਾਹਮਣੇ ਆਇਆ ਜੀ? ਨਹੀਂ ਅਸੀਂ ਐਜ਼ ਆਈ ਸੈਡ ਅਸੀਂ ਇਨਵੈਸਟੀਗੇਟ ਕਰਦੇ। ਦੇਖੋ ਇਹ ਤਾਂ 5 ਮੈਂਬਰੀ ਮੋਡਿਊਲ ਹੋ ਗਿਆ ਜੀ ਬਾਈ ਇਟਸੈਲਫ। ਤੁਸੀਂ ਇਹਨੂੰ ਮੋਡਿਊਲ ਕਹਿ ਲਓ, ਸਲੀਪਰ ਸੈੱਲ ਕਹਿ ਲਓ ਕਿ ਇਹ ਇਨਐਕਟਿਵ ਸੀਗੇ, ਸਡਨਲੀ ਐਕਟਿਵ ਹੋ ਗਏ। ਸੋ ਜਿਵੇਂ ਪੈਰਾਮਿਲਟਰੀ ਫੋਰਸਿਸ ਤੈਨਾਤ ਕੀਤੀਆਂ ਨੇ, ਇਹ ਆਪਣੇ ਸਮੇਂ ਲਗਾਤਾਰ ਲੱਗਣੀ ਅਸੀਂ ਇਨਵੈਸਟੀਗੇਟ ਕਰ ਰਹੇ। ਅਸੀਂ
ਪੈਰਾਮਿਲਿਟਰੀ ਫੋਰਸਿਸ ਤਨਾਤ ਨੇ ਆਜ਼ਾਦਵੀਰ ਬਾਰੇ ਦੱਸ ਦਿਓ। ਲਗਾਤਾਰ ਲਾਈਨ ਕੇ ਹੁਣ ਕੇ ਸਿਰਫ ਟੈਂਪਰੇਰੀ ਨੇ ਕੁਝ ਸਮੇਂ ਬਾਅਦ ਹਟਾ ਦੇਣਗੇ। ਨਹੀਂ ਦੇਖੋ ਜੀ, ਇੱਥੇ ਥ੍ਰੈਟ ਪਰਸੈਪਸ਼ਨ ਦੇ ਉੱਪਰ ਨਾ ਜੀ ਜਿਵੇਂ ਜਿਵੇਂ ਜਦੋਂ ਸਾਨੂੰ ਲੋੜ ਪੈਂਦੀ ਹੈ ਅਸੀਂ ਉਦੋਂ ਪੈਰਾਮਿਲਟਰੀ ਫੋਰਸ ਮੰਗਾ ਲੈਂਦੇ ਹਾਂ, ਜਦੋਂ ਫਿਰ ਉਹ ਵਾਪਸ ਚਲੀ ਜਾਂਦੀ ਹੈ। ਫਿਰ ਇਟ ਇਜ਼ ਸਪੈਸ਼ਲੀ ਅੰਮ੍ਰਿਤਸਰ ਦੇ ਵਿੱਚ ਤੇ ਆਨਗੋਇੰਗ ਪ੍ਰੋਸੈਸ ਹੈ ਤੇ ਆਜ਼ਾਦਵੀਰ ਨੇ ਸਾਰਾ ਨੈਕਸਸ ਬਣਾਇਆ ਕਿਉਂਕਿ ਮੇਨ ਕਿੰਗ ਪਿਨ ਆਜ਼ਾਦਵੀਰ ਸਿੰਘ ਨਜ਼ਰ ਆ ਰਿਹਾ ਹੈ। ਆਜ਼ਾਦਵੀਰ ਕਿਸ ਰੈਂਕ ਤੇ ਹੈ, ਕੀ ਕਰਦਾ ਹੈ, ਕਿਸ ਤਰ੍ਹਾਂ ਉਹਦਾ ਪੇਸ਼ਾ ਔਰ ਕੀ ਕ੍ਰਾਈਮ ਉਹਦੀ ਹਿਸਟਰੀ ਅਸੀਂ ਸਾਰੇ ਇਹਦੀ ਕ੍ਰਿਮੀਨਲ ਹਿਸਟਰੀ ਹੈਗੀ, ਅਸੀਂ ਇਹਦੇ ਸਾਰੇ ਐਸੋਸੀਏਟਸ ਸਾਰੇ ਲਿੰਕੇजेस ਅਸੀਂ ਇਸ ਨੂੰ ਵੀ ਪੁੱਛ ਰਹੇ ਹੈਗੇ। ਅਸੀਂ ਸਾਇੰਟੀਫਿਕ ਤਰੀਕੇ ਨਾਲ ਇਹਦੇ ਸੋਸ਼ਲ ਮੀਡੀਆ ਅਕਾਊਂਟਸ, ਇਹਦੇ ਜਿਹੜੇ ਮੋਬਾਈਲ ਡਿਵਾਈਸਿਸ ਨੂੰ ਫੋਰੈਂਸਿਕਲੀ ਐਗਜ਼ਾਮਿਨ ਕਰਕੇ ਇਹਦੇ ਲਿੰਕੇजेस ਸਾਰੇ ਲਿੰਕੇजेस ਰਿਕਾਰਡ ਤੇ ਲੈ ਕੇ ਆਵਾਂਗੇ, ਇਨਵੈਸਟੀਗੇਟ ਕਰਾਂਗੇ। ਐਸਜੀਪੀਸੀ ਨੇ ਫੜ ਕੇ ਤੁਹਾਨੂੰ ਬੁਲਾਇਆ ਕਿ ਤੁਸੀਂ ਆਪ ਹੀ ਘੁੰਮੜਿਆ? ਦੇਖੋ ਜੁਆਇੰਟ ਅਸੀਂ ਵੀ ਸਾਡੇ ਬੰਦੇ ਵੀ ਉੱਥੇ ਸੀਗੇ, ਅਸੀਂ ਇਹਨੂੰ ਜੁਆਇੰਟ ਆਪਰੇਸ਼ਨ ਕਹਿ ਲਓ ਜੀ। ਅਸੀਂ ਐਸਜੀਪੀਸੀ ਨੂੰ ਪੂਰਾ ਕ੍ਰੈਡਿਟ ਦਿੰਦੇ ਜੀ। ਦਰਬਾਰ ਸਾਹਿਬ ਨੂੰ ਕਿਉਂ ਚੁਣਿਆ ਸਰ? ਹੋਰ ਵੀ ਬਹੁਤ ਸਾਰੇ ਏਰੀਆ ਦੇ ਪੰਜਾਬ ਚ ਇਕੱਲੇ ਦਰਬਾਰ ਸਾਹਿਬ ਨੂੰ ਕਿਉਂ ਚੁਣਿਆ? ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ, ਅਦਰਵਾਈਜ਼ ਦਰਬਾਰ ਸਾਹਿਬ ਦੇ ਵਿੱਚ ਕੁਝ ਵੀ ਹੁੰਦਾ ਹੈ ਤਾਂ ਨਿਊਜ਼ ਬਣਦੀ ਹੈ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ।